हुक्मे बूझे चौपड़ खेले मन जन ढाले पासा। मन जिन ढाले, मन जिन ढाले पासा। जिसको शब्द बसावे अंतर चुके तिसे पैसा। जिसको शब्द बसावे अंतर, जिस आदमी नूं गुरु का उपदेश ਉਹਦੇ अंदर टका देवे। ਜਿਹੜਾ आदमी गुरु उपदेश नाल गुरबाणी दे सोझी नाल गुरबाणी नूं मंन के अपने अंदर टिक जवे, हुक्म मन लवे, भाणे च आ जवे, ਉਹ अपने भाणा मन्ने बिना मन टिकदा नहीं। शब्द बसावे अंतर, ਜਿਹੜੇ आदमी नूं गुरबाणी अपने अंदर ਉਹਦੇ अंदर बसा देवे, चुके तिसे प्यासा। ਉਹਦੀ ਜਿਹੜੀ ਤ੍ਰਿਸ਼ਨਾ ਹੈਗੀ ਹੈ, ਮਾਇਆ ਦੀ ਭੁੱਖ, ਮਾਇਆ ਦੇ ਪਦਾਰਥਾਂ ਦੀ ਭੁੱਖ ਤ੍ਰਿਸ਼ਨਾ ਉਹਦੀ ਖਤਮ ਹੋ ਜਾਂਦੀ ਹੈ, ਉਹਦੀ ਪਿਆਸ ਖਤਮ ਹੋ ਜਾਂਦੀ ਹੈ। ਹੁਕਮੇ ਬੂਝੇ ਚੌਪੜ ਖੇਲੇ, ਬਸ ਉਹ ਹੁਕਮ ਨੂੰ ਬੁੱਝ ਲੈਂਦਾ, ਹੁਕਮ ਨੂੰ ਸਮਝ ਲੈਂਦਾ ਵੀ ਮੇਰੇ ਇੱਛਾ ਰੱਖਣ ਨਾਲ ਮੈਨੂੰ ਕੁਝ ਨਹੀਂ ਮਿਲਣਾ ਫਾਲਤੂ, ਜੋ ਮਿਲਣਾ ਮਿਲਦਾ ਰਹਿਣਾ, ਮੈਂ ਇੱਛਾ ਕਰਾਂ ਜਾਂ ਨਾ ਕਰਾਂ, ਮੈਂ ਕੋਈ ਯਤਨ ਕਰਾਂ ਜਾਂ ਨਾ ਕਰਾਂ, ਜੋ ਮਿਲਣਾ ਉਹ ਮਿਲ ਜਾਣਾ। ਮੇਰੇ ਯਤਨ ਦਾ ਤਾਂ ਕਈ ਵਾਰ ਨੁਕਸਾਨ ਹੋ ਜਾਂਦਾ। ਜਿਹੜੇ ਬੜੇ ਬੜੇ ਘਾਟੇ ਪੈਂਦੇ ਨੇ ਲੋਕਾਂ ਨੂੰ ਬਿਜ਼ਨਸ ਦੇ ਵਿੱਚ ਜਾਂ ਹੋਰ ਕੰਮਾਂ 'ਚ, ਉਹ ਕਾਹਦੇ ਪੈਂਦੇ ਨੇ? ਉਹ ਘਾਟਾ ਪਾਉਣ ਖਾਤਰ ਕਰਦੇ ਨੇ। ਯਤਨ ਤਾਂ ਵਾਧੇ ਦੇ ਕਰਦੇ ਨੇ, ਯਤਨ ਤਾਂ ਸੁੱਖ ਦੇ ਕਰਦੇ। ਦੁੱਖ ਕਿੱਥੋਂ ਆਉਂਦਾ? ਪਰ ਜਿਹੜਾ ਦੁੱਖ ਹੋਣਾ ਉਹਨੂੰ ਕੋਈ ਰੋਕ ਨਹੀਂ ਸਕਦਾ, ਜਿਹੜਾ ਵਾਧਾ ਹੋਣਾ ਉਹਨੂੰ ਨਹੀਂ ਕੋਈ ਰੋਕ ਸਕਦਾ, ਜੇ ਘਾਟਾ ਪੈਣਾ ਉਹਨੂੰ ਨਹੀਂ ਕੋਈ ਰੋਕ ਸਕਦਾ। ਉਹ ਪਏ ਜਾਣ। ਇਸ ਕਰਕੇ ਨਿਊਟਰਲ ਗੇਅਰ ਦੇ ਵਿੱਚ ਜੇ ਰਹੇ ਨਾ, ਮਾਇਆ ਵੰਡਿਓ ਨਿਊਟਰਲ ਗੇਅਰ 'ਚ ਰਹੇ। ਦੂਜਾ ਜਿਹੜਾ ਗਿਆਨ ਦਾ ਗੇਅਰ ਹੈ, ਚੜਾਈ ਵਾਲਾ, ਗੁਰਮਤਿ ਨੂੰ ਸਮਝਣ ਵਾਲਾ, ਇਹ ਚੜਾਈ ਵਾਲਾ ਗੇਅਰ ਹੈ। ਇਹ ਲਾ ਕੇ ਰੱਖੇ, ਹੌਲੀ 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 ਚੜਾਈ ਚੜਦਾ ਰਹੇ। ਔਗੜ ਘਾਟੀ ਰਾਮ ਕੀ ਤੇ ਚੜ ਰਹੇ ਹੁਕਮ, ਇਹ ਔਗੜ ਘਾਟੀ ਚੜਦਾ ਰਹੇ, ਗੁਰਬਾਣੀ ਨੂੰ ਤਾਂ ਸੁਣਦਾ ਰਹੇ ਹਰ ਵਕਤੇ। ਮਾਇਆ ਵਾਲਾ ਤਾਂ ਸਾਡੇ ਵੱਸ ਦੀ ਉਹ ਗੱਲ ਨਹੀਂ ਹੋਵੇ, ਉਹ ਤਾਂ ਬਾਅਦ 'ਚ ਪਰਮੇਸ਼ਰ ਦੇ ਖੇਡ ਸਾਰੀ ਮਾਇਆ ਦੀ। ਉਹਦੇ ਜਿੰਨਾ ਜ਼ਿਆਦਾ ਦਖਲ ਦੇਵਾਂਗੇ ਉਨੀ ਮੱਤ ਜ਼ਿਆਦਾ ਮਾਰੀ ਜਾਂਦੀ ਹੈ। ਜਿੰਨੇ ਲੋਕ ਜ਼ਿਆਦਾ ਦਖਲ ਮਾਇਆ ਦੀ ਦੌੜ ਦੇ ਵਿੱਚ ਜਿੰਨੇ ਜ਼ਿਆਦਾ ਨੇ, ਉਹਨਾਂ ਡਿਪਰੈਸ਼ਨ ਜ਼ਿਆਦਾ। ਡਿਪਰੈਸ਼ਨ ਮੱਤ ਮਾਰੀ ਦੀ ਨਿਸ਼ਾਨੀ ਹੈ। ਡਿਪਰੈਸ਼ਨ ਮੱਤ ਮਾਰੀ ਦੀ ਨਿਸ਼ਾਨੀ ਹੈ। ਰਾਤ ਨੂੰ ਜਿਹੜੀ ਨੀਂਦ ਨਹੀਂ ਆਉਂਦੀ, ਮੱਤ ਮਾਰੀ ਹੋਈ ਹੈ। ਬੁੱਧੀ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਉਹ, ਜੇ ਨੀਂਦ ਨਹੀਂ ਆਉਂਦੀ। ਬੁੱਧੀ ਦੀ ਕਮਜ਼ੋਰੀ 'ਚ ਪੈ, ਬੁੱਧੀ ਦੀ ਕਮਜ਼ੋਰੀ 'ਚ ਭਰਮ, ਬੁੱਧੀ ਦੀ ਕਮਜ਼ੋਰੀ ਭਰਮ ਹੈ, ਭਰਮ ਦੇ ਵਿੱਚ ਪੈ। ਬੁੱਧੀ ਦੀ ਘਾਟ ਭਰਮ ਹੈ ਤੇਰਾ, ਭਰਮ ਦੇ ਵਿੱਚ ਪੈ। ਉਹ ਮੰਨਣ ਚਾਹੇ ਨਾ ਮੰਨਣ ਇਸ ਗੱਲ ਨੂੰ, ਪਰ ਅਸਲੀ ਗੱਲ ਇਹੀ ਹੈ, ਜਿੰਨਾ ਜ਼ਿਆਦਾ ਮਾਇਆ ਦੇ ਰੇਸ ਵਿੱਚ ਨੇ, ਉਹਨਾਂ ਹੀ ਪੈ ਜ਼ਿਆਦਾ, ਉਹਨਾਂ ਹੀ ਬੁੱਧੀਹੀਨ ਹੋ ਜਾਂਦੇ ਨੇ, ਉਹਨਾਂ ਹੀ ਜ਼ਿਆਦਾ ਲੋਕਾਂ ਦੀ ਸਲਾਹ ਸੁਣਦੇ ਨੇ, ਉਹਨਾਂ ਹੀ ਲੋਕ ਉਹਨਾਂ ਨੂੰ ਨਾਲ ਦੇ ਬਲੈਕਮੇਲ ਕਰਦੇ ਨੇ। ਲੀਡਰਾਂ ਨੂੰ ਵੀ ਕਰਦੇ ਨੇ ਬਲੈਕਮੇਲ, ਨਾਲ ਦੇ ਚਾਪਲੂਸ ਨਜਾਇਜ਼ ਉਹਨਾਂ ਦੀ ਉਸਤਤੀ ਕਰਕੇ। ਇਹ ਵੀ ਬਲੈਕਮੇਲ ਹੈ, ਨਜਾਇਜ਼ ਉਸਤਤੀ ਕਰਨੀ, ਸੁਣਨੀ। ਕਰਨ ਵਾਲੇ ਚਲਾਕ ਹੁੰਦੇ ਨੇ, ਸੁਣਨ ਵਾਲੇ ਪਾਗਲ ਹੁੰਦੇ ਨੇ। ਜਿਹੜੇ ਨਜਾਇਜ਼ ਉਸਤਤੀ ਸੁਣਦੇ ਨੇ ਉਹ ਪਾਗਲ ਹੁੰਦੇ ਨੇ, ਬੇਵਕੂਫ ਹੁੰਦੇ ਨੇ, ਬਲੈਕਮੇਲ ਕੀਤਾ ਜਾਂਦਾ ਉਹਨਾਂ ਨੂੰ। ਚਾਪਲੂਸ ਸ਼ੈਤਾਨ ਹੁੰਦੇ ਨੇ, ਉਹਨਾਂ ਨੇ ਕੋਈ ਲੈਣਾ ਹੁੰਦਾ ਉਸਤਤੀ ਕਰਕੇ, ਉਹ ਤਾਂ ਉਹਨਾਂ ਨੂੰ ਬੇਵਕੂਫ ਬਣਾਉਂਦੇ ਹੁੰਦੇ ਨੇ, ਉਸਤਤੀ ਕਰਕੇ ਬੇਵਕੂਫ ਬਣਾਉਂਦੇ ਹੁੰਦੇ। ਮਨ ਵਿੱਚ ਕੁਛ ਹੋਰ ਹੁੰਦਾ, ਮੂੰਹ 'ਚ ਉਸਤਤੀ ਹੁੰਦੀ ਹੈ। ਜਦ ਉਹਦਾ ਜਵਾਲ ਆਉਂਦਾ, ਜਦੇ ਪਾਸਾ ਵੱਟ ਲੈਂਦੇ ਨੇ ਪਹਿਲਾਂ ਹੀ। ਜਦ ਢੇਡੀਆਂ ਕਲਾ ਵੱਲ ਜਾਂਦਾ ਨਾ, ਜਦੇ ਪਾਸਾ ਦੂਏ ਪਾਸੇ ਹੋ ਜਾਂਦੇ ਨੇ। ਉਹ ਤਾਂ ਇਹੋ ਜਿਹੇ ਹੁੰਦੇ ਨੇ ਲੋਕ। ਹਾਂਜੀ। ਹੁਕਮੇ ਬੂਝੇ ਚੌਪੜ ਖੇਲੇ ਮਨ ਜਿਨ ਢਾਲੇ ਪਾਸਾ। ਹੁਕਮੇ ਬੂਝੇ ਚੌਪੜ ਖੇਲੇ। ਚੌਪੜ ਖੇਲੇ ਕਿਵੇਂ? ਚੌਪੜ ਇੱਕ ਖੇਡ ਹੁੰਦੀ ਹੈ, ਕੌਡੀਆਂ ਸਰਦੇ ਨੇ, ਉਹਦੇ ਨਾਲ ਜਿਹੜਾ 8 ਪੈ ਗਏ, 4 ਪੈ ਗਏ, ਜਿਵੇਂ ਉਹਦੇ ਹਿਸਾਬ ਨਾਲ ਘਰ ਚੱਲਦੇ। ਚੌਪੜ ਖੇਲੇ ਮਨ ਜਿਨ ਢਾਲੇ ਪਾਸਾ। ਹੁਕਮ ਬੁੱਝ ਕੇ ਚੌਪੜ ਖੇਲੇ, ਮਤਲਬ ਹੁਕਮ ਦੇ ਅਨੁਸਾਰ ਚੱਲੇ। ਕੌਡੀਆਂ ਆਪਣੀਆਂ ਆਪ ਨਾਲ ਸੱਟੇ, ਆਪਣੀਆਂ ਕੌਡੀਆਂ ਮੈਂ ਕਹੇ ਉਹਨੂੰ ਸੱਟ, ਤੂੰ ਹੀ ਸੱਟ।
ਮੇਰੀਆਂ ਕੌਡੀਆਂ ਵੀ ਤੂੰ ਹੀ ਸਿੱਟ, ਆਪਣੀਆਂ ਵੀ ਤੂੰ ਹੀ ਸਿੱਟ। ਹੁਕਮ ਨੂੰ ਆਪਣਾ ਪਾਣਾ ਨਾ ਵਿਚੜਾਵੇ, ਜਿਹੜਾ ਆਪਣਾ ਪਾਣਾ ਆਪਣੀਆਂ ਸਿੱਟੀਆਂ ਹੋਈਆਂ ਕੌਡੀਆਂ ਤੇ। ਜਿਹਨਾਂ ਹੁਕਮ ਬੁਝ ਲਿਆ ਉਹ ਕਹਿੰਦਾ ਮੇਰੀਆਂ ਵੀ ਤੂੰ ਹੀ ਸਿੱਟਦੇ, ਮੇਰਾ ਪੱਤਾ ਵੀ ਤੂੰ ਹੀ ਚੱਲਦੇ। ਦੱਸ ਮੈਂ ਕੀ ਚਾਲ ਚੱਲਾਂ? ਜੇ ਉਹ ਤਾਂ ਉਹਨੂੰ ਕਹਿੰਦਾ ਦੱਸ ਕੀ ਚਾਲ ਚੱਲਾਂ, ਜੇ ਆਪ ਹਾਰ ਜਾਵੇ ਹਾਰਿਆ ਉਹੀ ਹੈ। ਆਪ ਤਾਂ ਹਾਰੇ, ਕਹਿੰਦਾ ਤੈਨੂੰ ਚਾਲਾਂ ਚ ਲੱਗਿਆ, ਤੂੰ ਹੀ ਹਾਰਿਆ, ਮੈਂ ਤਾਂ ਹਾਰੇ। ਇਹ ਹੈ ਢਾਲ ਜੋ ਜਾਣੇ ਪਾਸਾ। ਉਹ ਹਾਰਿਆ ਹੋਇਆ ਵੀ ਨਹੀਂ ਹਾਰਦਾ। ਦੋਏ ਪੱਤੇ ਉਹਨੂੰ ਕਹਿੰਦਾ ਤੂੰ ਆਪਣੇ ਵਾਲਾ ਵੀ ਤੂੰ ਸਿੱਟ, ਮੇਰੇ ਵਾਲਾ ਵੀ ਤੂੰ ਸਿੱਟ ਦੇ। ਹੁਕਮ ਮੰਨਣ ਵਾਲਾ ਆਪਣਾ ਪੱਤਾ ਉਹਦੇ ਹੀ ਸਿਖਾਉਂਦਾ। ਨਹੀਂ ਤਾਂ ਪੱਤੇ ਪਏ ਨੇ। ਜੇ ਤੂੰ ਚਾਹਣਾ ਵੀ ਮੈਂ ਖੇਲਾਂ, ਤੂੰ ਹੀ ਧੜੀ ਜਾ ਮੇਰਾ ਪੱਤਾ ਵੀ, ਮੇਰਾ ਪੱਤਾ ਵੀ ਤੂੰ, ਤੇਰੀ ਮਰਜ਼ੀ ਨਾਲ ਚੱਲੂ ਮੇਰਾ ਪੱਤਾ। ਜੋ ਤੇਰੀ ਮਰਜ਼ੀ ਉਹ ਮੇਰੀ ਮਰਜ਼ੀ। ਜੇ ਤੇਰੀ ਯਾਰ ਮੇਰੀ ਮਰਜ਼ੀ ਫਿਰ ਮੈਂ ਕਿਵੇਂ ਹਾਰੂੰਗਾ? ਇਹ ਢਾਲ ਜੋ ਜਾਣੇ ਪਾਸਾ। ਪਾਸਾ ਢਾਲ ਲਿਆ, ਆਪਣਾ ਹੁਕਮ ਛੱਡਤਾ। ਮਨ ਜਿਹਨੂੰ ਢਾਲੇ ਪਾਸਾ, ਮਨ ਜਿੱਤ ਲਿਆ, ਮਨ ਨੂੰ ਬਣਾ ਲਿਆ। ਮਨ ਨੇ ਮਰਜ਼ੀ ਛੱਡਤੀ, ਮਨ ਮਰਜ਼ੀ ਨਹੀਂ ਛੱਡਦਾ ਆਪਣੀ। ਪਾਸਾ ਵੱਟ ਲਿਆ, ਉਹਦੇ ਪਾਸੇ 'ਚ ਆ ਗਏ, ਉਹਦੇ ਭਾਣੇ 'ਚ ਆ ਗਏ। ਆਪਣਾ ਭਾਣਾ ਛੱਡ ਕੇ ਉਹਦੇ ਭਾਣੇ 'ਚ ਆ ਗਏ। ਇਹ ਪਾਸਾ ਢਾਲ ਲਿਆ, ਪਾਸਾ ਵੱਟ ਲਿਆ, ਮਾਇਆ ਦੀ ਦੌੜ 'ਚੋਂ ਨਿਕਲ ਗਏ, ਆਪਣੀ ਇੱਛਾ ਤਿਆਗਤੀ। ਜੋ ਜਨ ਜਾਨ ਭਜੇ ਅਵਗਤ ਕੋ, ਤਿਨਕਾ ਕਸੂਰਾ ਨਾਸਾ। ਜਿਹੜੇ ਆਦਮੀ ਅਵਗਤ ਨੂੰ ਭਜਦੇ ਨੇ, ਭਜਨ ਤਾਂ ਉਹਦਾ ਕਰਦੇ ਨੇ, ਪਰ ਉਹ ਜਾਣਦੇ ਨਹੀਂ ਅਵਗਤ ਕੀ ਹੈ। ਬਿਨਾਂ ਜਾਣੇ ਤੋਂ ਭਗਤੀ ਕਰਨੀ ਬੇਵਕੂਫੀ ਤੋਂ ਸਿਵਾ ਕੁਛ ਨਹੀਂ। ਜਿਹੜੇ ਪਰਮੇਸ਼ਰ ਨੂੰ ਜਾਣਦੇ ਹੈ ਨਹੀਂ, ਉਹਦਾ ਧਿਆਨ ਧਾਰਦੇ ਨੇ, ਪਾਗਲ ਨੇ ਸਾਰੇ। ਜਿਹਨੂੰ ਅਸੀਂ ਜਾਣਦੇ ਨਹੀਂ, ਸਾਡੇ ਧਿਆਨ 'ਚ ਨਹੀਂ ਆ ਸਕਦਾ ਕਦੇ ਵੀ। ਜਿਹੜੇ ਲੋਕ ਸੰਤ ਕਹਿੰਦੇ ਨੇ ਧਿਆਨ ਧਾਰੋ ਪਰਮੇਸ਼ਰ ਦਾ, ਆਪ ਪਾਗਲ ਨੇ, ਪਾਗਲ ਬਣਾ ਰਹੇ ਨੇ। ਉਹਨਾਂ ਨੂੰ ਪੁੱਛੇ ਜਿਹਨੂੰ ਜਾਣਦੇ ਨਹੀਂ ਉਹਦਾ ਧਿਆਨ ਕਿਵੇਂ ਧਾਰ ਲਾਂਗੇ? ਹਵਾ 'ਚ ਧਾਰਾਂਗੇ? ਇਹ ਬਲੈਕਮੇਲ ਹੈ ਧਰਮ ਦੇ ਨਾਂ ਤੇ। ਆਪ ਬੁੱਧੀਹੀਨ ਨੇ, ਲੋਕਾਂ ਨੂੰ ਬੁੱਧੀਹੀਨ ਬਣਾ ਰਹੇ ਨੇ। ਕਿਹਦਾ ਧਿਆਨ ਧਰੀਏ? ਇਸ ਕਰਕੇ ਗੁਰਬਾਣੀ ਕਹਿੰਦੇ ਗਿਆਨ ਧਿਆਨ, ਜਿਹਦਾ ਗਿਆਨ ਹੈ ਉਹਦਾ ਹੀ ਧਿਆਨ ਧਾਰਿਆ ਜਾ ਸਕਦਾ, ਵਰਨਾ ਧਾਰਿਆ ਹੀ ਨਹੀਂ ਜਾ ਸਕਦਾ। ਇਸ ਕਰਕੇ ਪਹਿਲਾਂ ਗਿਆਨ ਹੈ ਧਰਮ ਦੇ ਵਿੱਚ, ਬਾਅਦ 'ਚ ਧਿਆਨ। ਜਿਹਨੂੰ ਅਸੀਂ ਜਾਣਦੇ ਨਹੀਂ ਉਹਦਾ ਧਿਆਨ ਕਿਵੇਂ ਧਾਰਾਂਗੇ? ਜਿਹੜੀ ਚੀਜ਼ ਦਾ ਪਤਾ ਹੀ ਨਹੀਂ, ਧਿਆਨ ਕਿਵੇਂ ਧਾਰਾਂਗੇ? ਉੱਥੇ ਇਮੈਜੀਨੇਸ਼ਨ ਹੋ ਜਾਂਦਾ, ਧਿਆਨ ਨਹੀਂ ਹੁੰਦਾ। ਅੰਦਾਜ਼ਾ, ਇਹ ਸਾਰੀਆਂ ਮੱਤਾਂ ਅੰਦਾਜ਼ੇ ਦੀਆਂ ਨੇ। ਇਸ ਕਰਕੇ ਸਾਰੇ ਧਰਮ ਅੰਦਾਜ਼ੇ ਨੇ, ਕਾਲਪਨਿਕ ਮੱਤਾਂ ਨੇ ਸਾਰੀਆਂ। ਗੁਰਮਤਿ ਕਾਲਪਨਿਕ ਮੱਤ ਨਹੀਂ ਹੈ। ਜੋ ਜਨ ਜਾਣ ਭਜੇ ਪਰਖੋਤਮ, ਇੱਕ ਤਾਂ ਇਹ ਇੱਥੇ ਹੈ, ਜੋ ਜਨ ਜਾਣ ਭਜੇ ਅਵਗਤ ਕੋ। ਦੋ ਪੰਕਤੀਆਂ ਨੇ। ਪਰਖੋਤਮ ਵੀ ਹੈ, ਤਿਸਕਾ ਕਸੂਰਾ ਨਾਸਾ, ਇੱਕੋ ਹੀ ਗੱਲ ਹੈ। ਤਿਸਕਾ ਕਸੂਰਾ ਨਾਸਾ, ਇਹ ਪਿਛਲੀ ਪੰਕਤੀ ਇੱਕੋ ਹੀ ਹੈ। ਜੋ ਜਨ ਜਾਣ ਭਜੇ ਅਵਗਤ ਕੋ। ਅਵਗਤ ਕੌਣ ਹੈ? ਜੋ ਥਿਰ ਹੈ, ਜੋ ਅੰਤਰਾਤਮਾ ਥਿਰ ਬੈਠੀ ਹੈ। ਥਿਰ ਨਾਰਾਇਣ, ਥਿਰ ਗੁਰੂ। ਜੋ ਥਿਰ ਹੈ, ਇਹਦਾ ਮੂਲ, ਜੋ ਉਹਨੂੰ ਜਾਣ ਕੇ ਉਹਦੇ ਨਾਲ ਜੁੜਦਾ ਹੈ। ਤਿਸਕਾ ਕਛੂ ਨਾਸਾ, ਉਹਦਾ ਕੁਛ ਵੀ ਨਾਸ ਨਹੀਂ ਹੋ ਸਕਦਾ, ਉਹ ਮਰੇ ਨਹੀਂ ਸਕਦਾ। ਔਰ ਜਿਹੜਾ ਜਾਣਦਾ ਹੀ ਨਹੀਂ, ਉਹ ਛੁੱਟ ਵੀ ਨਹੀਂ ਸਕਦਾ। ਉਹਦਾ ਸਭ ਕੁਝ ਨਾਸ ਹੈ, ਨਾਸ ਹੈ। ਜਿਹੜਾ ਜਾਣਨ ਤੋਂ ਪਹਿਲਾਂ ਭਜਣ ਦੀ ਕੋਸ਼ਿਸ਼ ਕਰਦਾ, ਉਹ ਨਾਸ ਹੈ, ਉਹਦਾ ਨਾਸ ਹੈ, ਨਾਸ ਹੈ ਉਹਦਾ। ਤਾਂ ਉਹਦਾ ਕੁਝ ਬਚੇ ਨਹੀਂ ਸਕਦਾ। ਇਹ ਗੱਲ ਹੈ। ਦੋ ਕਿਸਮ ਦੀਆਂ ਮੱਤਾਂ ਹੁੰਦੀਆਂ, ਇੱਕ ਵੈਸੇ ਪਹਿਲਾਂ ਜਾਣਨਾ ਫਿਰ ਧਿਆਨ, ਇੱਕ ਪਹਿਲਾਂ ਹੀ ਧਿਆਨ। ਸਾਰੀ ਦੁਨੀਆ ਧਿਆਨ ਪਹਿਲਾਂ ਧਿਆਨ ਦਾ ਪ੍ਰਚਾਰ ਜਿਹੜੇ ਕਰਦੇ ਨੇ, ਕੋਈ ਵੀ ਧਾਰਮਿਕ ਆਦਮੀ ਨਹੀਂ ਇਹਨਾਂ 'ਚ। ਧਿਆਨ ਹੋ ਕਿਵੇਂ ਸਕਦਾ? ਦਲੀਲ ਤਾਂ ਦਿਓ। ਧਿਆਨ ਜੋ ਚੀਜ਼ ਹੈ ਜਿਹਨੂੰ ਅਸੀਂ ਜਾਣਦੇ ਹਾਂ, ਜਿਹਨੂੰ ਜਾਣਦੇ ਨਹੀਂ ਧਿਆਨ ਕਿਹਦਾ ਧਾਰੀਏ? ਧਿਆਨ ਕਿਵੇਂ ਧਾਰੀਏ? ਆਤਮ ਧਿਆਨ ਵੀ ਨਹੀਂ ਧਾਰਿਆ ਜਾ ਸਕਦਾ ਜਿੰਨਾ ਚਿਰ ਆਤਮ ਗਿਆਨ ਨਹੀਂ ਹੈ। ਆਤਮ ਧਿਆਨ ਦੀ ਬਜਾਏ ਵੀ ਸਰੀਰ ਦਾ ਹੀ ਧਿਆਨ ਧਾਰੂਗਾ ਫੋਟੋ। ਆਪਣੇ ਗੁਰੂਆਂ ਦਾ ਧਿਆਨ, ਸਰੀਰ ਦਾ ਧਿਆਨ। ਗੁਰੂ ਸਰੀਰ ਹੈ, ਜਿਹੜਾ ਬੋਲਦਾ ਸੀ ਉਹ ਸਰੀਰ ਹੈ, ਜਿਹਨੇ ਉਪਦੇਸ਼ ਕੀਤਾ ਉਹ ਸਰੀਰ ਹੈ। ਉਹ ਤਾਂ ਆਤਮਾ, ਉਹ ਤਾਂ ਆਤਮਾ।
जब बोलता निकल गया शरीर तो पिया फिर वो तो ले लो उपदेश। ਇੱਥੇ ਹੀ ਫਰਕ ਹੈ ਗੁਰਮਤਿ ਦਾ ਔਰ ਮਨਮਤਾਂ ਦਾ। ਸਿੱਖਾਂ ਕੋਲ ਗੁਰਮਤਿ ਅੱਜ ਹੈ ਨਹੀਂ, ਜਿਹੋ ਜਿਹਾ ਸੰਸਾਰ ਹੈ ਉਹ ਜਿਹੇ ਸਿੱਖ ਨੇ। ਜੋ ਜਨ ਜਾਣ ਭਜੈ ਅਵਗਤ ਕੋ, ਇਹ ਤਾਂ ਗੱਲੇ ਹੀ ਨਹੀਂ ਕੀਤੀ ਸਿੱਖਾਂ ਨੇ। ਜੁੜੇ ਹੋਏ ਕਿਹਦੇ ਨਾਲ ਨੇ? ਜਿਹੜੇ ਗ੍ਰੰਥ ਨਾਲ ਜੁੜੇ ਹੋਏ ਨੇ ਉਹਦਾ ਕੀ ਜਾਣਿਆ ਇਹਨਾਂ ਨੇ? ਕੀ ਜਾਣਿਆ ਉਹਦਾ? ਕਾਹਦੇ ਨਾਲ ਜੁੜੇ ਹੋਏ ਨੇ? ਗ੍ਰੰਥ ਦੀ ਕਿਹੜੀ ਚੀਜ਼ ਨਾਲ ਜੁੜੇ ਹੋਏ ਨੇ? ਜੇ ਕਹਿੰਦੇ ਗੁਰੂ ਨਾਲ ਜੁੜੋ, ਕਾਹਦੇ ਨਾਲ ਜੁੜੋ? ਦੱਸਣ ਵੀ ਕਾਹਦੇ ਨਾਲ ਜੁੜੇ। ਪਾਲਕੀ ਦੇ ਸਣੇ ਜੋ ਨਕਸ਼ਾ ਦੀਦਾ ਅੱਖਾਂ ਨੂੰ ਉਹਦੇ ਨਾਲ ਜੁੜੇ ਹੋਏ ਨੇ, ਇਹ ਅੱਖਰਾਂ ਨਾਲ ਜੁੜੇ ਹੋਏ ਨੇ। ਜੁੜਨਾ ਜੋ ਇਹ 'ਚ ਲਿਖਿਆ ਹੋਇਆ ਗਿਆਨ ਉਹਦੇ ਨਾਲ, ਇਹ ਜਾਣਕਾਰੀ ਹੈ। ਜਾਣਕਾਰੀ ਹੈ ਅਵਗਤ ਦੀ, ਅਵਿਗਤ ਦੀ ਜਾਣਕਾਰੀ ਹੈ। ਅਵਿਗਤ ਨੂੰ ਜਾਣ ਕੇ ਵਿਗਤ ਨਾਲ ਜੁੜਨਾ। ਜਿਹੜਾ ਅਵਗਤ ਨਾਲ ਜੁੜ ਗਿਆ ਉਹ ਗ੍ਰੰਥ ਨਾਲ ਜੁੜ ਗਿਆ। ਗ੍ਰੰਥ ਨਾਲ ਜੁੜਨਾ ਨਹੀਂ, ਗ੍ਰੰਥ ਤਾਂ ਜੋੜਦਾ। ਗ੍ਰੰਥ ਤਾਂ ਸਾਨੂੰ ਜੋੜਦਾ। ਗ੍ਰੰਥ ਨਾਲ ਕਾਹਦਾ ਜੁੜਨਾ ਅਸੀਂ? ਇਹ ਤਾਂ ਜੋੜਦਾ ਸਾਨੂੰ। ਕਹੋ ਜੋੜਨ ਵਾਲੀ ਚੀਜ਼ ਹੈ। ਇੱਕ ਸੁਰਿੰਜ ਹੈ, ਸੂਈ ਹੈ, ਇੱਕ ਦਵਾ ਹੈ। ਇਹ ਸੁਰਿੰਜ ਹੈ, ਸੂਈ ਹੈ, ਦਵਾਈ ਨਹੀਂ ਹੈ। ਦਵਾਈ ਇਹਦੇ ਵਿੱਚ ਹੈ। ਜੇ ਟੀਕਾ ਲਾਉਣਾ ਸੁਰਿੰਜ ਸੂਈ ਚਾਹੀਦੀ ਹੈ ਨਾ, ਇਹ ਤਾਂ ਸੁਰਿੰਜ ਸੂਈ ਹੈ। ਇਹਦੇ ਜੋ ਵਿੱਚ ਪਾਇਆ ਹੋਇਆ ਹੈ ਬ੍ਰਹਮ ਗਿਆਨ, ਉਹ ਟੀਕਾ ਹੈ। ਇਹ ਤਾਂ ਸੁਰਿੰਜ ਸੂਈ ਹੈ, ਤੇ ਬਿਨਾਂ ਟੀਕਾ ਲੱਗਦਾ ਨਹੀਂ। ਅੱਖਰਾਂ ਦੇ ਬਿਨਾਂ, ਅੱਖਰਾਂ ਦੇ ਬਿਨਾਂ ਬਾਣੀ ਲਿਖੀ ਨਹੀਂ ਜਾਂਦੀ। ਸ਼ਬਦ ਨੇ ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਦਾ। ਅੱਖਰੀ ਲਿਖਣ ਜਿੰਨੀ ਲਿਖਾਈ ਅੱਖਰ ਨੇ। ਬੋਲਣ ਬਾਣ ਬੋਲੇ ਤੇ ਬਾਣੀ ਬਣਨੀ। ਬਾਣੀ ਕੰਨਾਂ ਦਾ ਵਿਸ਼ਾ, ਅੱਖਰ ਅੱਖਾਂ ਦਾ ਵਿਸ਼ਾ। ਕਹਾਂ ਆਏਗਾ ਵਿਚਾਰਨ ਦਾ ਵਿਸ਼ਾ। ਵਿਚਾਰ ਕੇ ਜੋ ਸਾਨੂੰ ਪ੍ਰਾਪਤ ਹੋਣੀ ਉਹ ਟੀਕਾ ਲੱਗਣਾ। ਉਹ ਟੀਕਾ ਲੱਗਣਾ, ਉਹਨੇ ਅਸਰ ਕਰਨਾ। ਬਾਕੀ ਕੀ ਹੈ? ਬਾਕੀ ਸਭ ਫਰਾਡ ਹੈ ਇਹਨਾਂ ਦਾ। ਵਾਹ ਜੀ ਗੁਰੂ ਵਾਲੇ, ਜੀ ਗੁਰੂ ਵਾਲੇ, ਰੌਲਾ ਨਾ ਆਪ ਹੋਣਾ ਨਾ ਉਹਨਾਂ ਨੂੰ ਹੋਣਾ। ਬਾਕੀ ਦਾ ਫਰਾਡ ਹੈ। ਕਿਉਂ? ਕੋਈ ਬੋਲੂ ਨਹੀਂ ਗੁਰੂ ਵਾਲਾ ਰੌਲਾ ਪਾ ਦੋ, ਕੋਈ ਬੋਲੂ ਨਹੀਂ। ਜਿਹਨਾਂ ਨੂੰ ਸਮਝ ਆ ਬੋਲਣਗੇ, ਉਹ ਇਦੋਂ ਗਾਹਾਂ ਦੀ ਗੱਲ ਦੱਸਣਗੇ। ਉਹ ਫਰਾਡ ਨੂੰ ਨੰਗਾ ਅੱਗੇ, ਫਰਾਡ ਨੰਗੇ ਹੁੰਦੇ ਰਹੇ ਨੇ, ਹੁਣ ਨੰਗੇ ਹੋਣਗੇ। ਫਰਾਡ ਨੰਗੇ ਹੁੰਦੇ ਰਹਿਣਗੇ ਫਰਾਡੀਆਂ ਦੇ। ਜੇ ਤੁਸੀਂ ਗੁਰਬਾਣੀ ਦੀ ਸੋਚੀ ਉਹ ਨਹੀਂ ਲਈ, ਪਰ ਲਿਆ ਕੀ ਹੈ ਤੂੰ? ਉਹਦਾ ਅਸਰ ਕੀ ਹੋ ਜੂਗਾ? ਅਸਰ ਕਿਉਂ ਨਹੀਂ ਹੈ ਸਿੱਖੀ ਦਾ? ਜੋ ਕੁਝ ਕਰ ਰਹੇ ਨੇ ਇਹਦਾ ਅਸਰ ਹੋਣਾ ਹੀ ਨਹੀਂ। ਇਹ ਅਸਰ ਵਾਲੀ ਚੀਜ਼ ਹੀ ਨਹੀਂ ਹੈ। ਇਹ ਤਾਂ ਮੈਂ ਕਦੂਏ ਦੇ ਪੈਰ ਮੰਦਣ ਵਾਲੀ ਚੀਜ਼ ਹੈ। ਭੀੜ 'ਚ, ਭੀੜ ਦੇ ਵਿੱਚ ਪੈਰ ਮੰਦਣ ਵਾਲੀ ਤੋਂ ਸਿਵਾ ਹੋਰ ਕੁਝ ਨਹੀਂ ਹੈ। ਹਾਂਜੀ, ਉਹ ਕਬੀਰ ਤੇ ਜਨ ਕਬੂ ਨਾ ਹਾਰੇ। ਜਾਣ ਭਜੈ ਅਵਿਗਤ ਕੋ, ਇਹ ਲਿਖਿਆ ਹੋਇਆ। ਜਿਹਦੇ ਨਾਲ ਜੁੜਨਾ ਤੁਸੀਂ, ਉਹ ਕਹਿੰਦਾ ਇਹ ਗੱਲ ਮੰਨੋਗੇ ਜਾਂ ਨਹੀਂ ਮੰਨੋਗੇ? ਜੇ ਮੰਨੋਗੇ ਤਾਂ ਉਹਦੇ ਨਾਲ ਜੁੜੇ ਹੋਏ ਹੋ, ਜਾਂ ਨਹੀਂ ਮੰਨਦੇ ਫਿਰ ਉਹਦੇ ਨਾਲ ਵੀ ਨਹੀਂ ਜੁੜੇ ਹੋਏ। ਤੁਸੀਂ ਫਰਾਡ ਕਰਦੇ ਹੋ। ਤਿਸ ਕਾ ਕਛੂ ਨਾ ਨਾਸਾ, ਕਹੋ ਕਬੀਰ ਤੇ ਜਨ ਕਬੂ ਨਾ ਹਾਰੇ। ਫਿਰ ਜੰਮਣ ਮਰਨ ਕੱਟਿਆ ਜਾਊ। ਫਿਰ ਜਦ ਮਰਨ ਕੱਟਿਆ ਜਾਊ। ਉਹਦੀ ਬੁੱਧੀ ਦਾ ਨਾਸ ਨਹੀਂ ਹੋ ਸਕਦਾ। ਮਰਦੀ ਸਾਰੇ ਸੁਰਤ ਮਰ ਜਾਂਦੀ ਹੈ। ਮਰਦਾ ਕੀ ਹੈ? ਇੱਕ ਸਵਾਲ ਹੈ ਵੀ ਜਦ ਆਦਮੀ ਨੂੰ ਮਰਦਾ ਕਹਿੰਦੇ ਨੇ, ਇਹ ਤਾਂ ਮਰਦਾ ਕੀ ਹੈ? ਨਾਲੇ ਕਹਿੰਦੇ ਆਤਮਾ ਮਰਦੀ ਨਹੀਂ। ਪੰਜ ਤੱਤ ਪੰਜਾਂ ਤੱਤਾਂ ਚਲੇ ਗਏ। ਮਾਟੀ ਮਾਟੀ ਹੋਈ ਹੈ ਪਵਨਾਂ ਵਿੱਚ। ਫਿਰ ਮਰਿਆ ਕੀ ਹੈ? ਕਿਹੜੀ ਚੀਜ਼ ਹੈ ਜਿਹੜੀ ਮਰੀ ਹੈ? ਉਹਦਾ ਜਵਾਬ ਹੈ ਪੂਰੀ ਸੁਰਤ ਬਾਦ ਹੰਕਾਰ। ਸਿਰਫ ਇਹਦੀ ਸੁਰਤ ਮਰਦੀ ਹੈ। ਸੁਰਤ ਮਾਰੀ ਗਈ, ਬੇਹੋਸ਼ ਹੋ ਗਿਆ। ਬੇਹੋਸ਼ ਹੋ ਗਿਆ ਜਾਂ ਸੌ ਗਿਆ ਕਹਿ ਲੋ, ਜਾਂ ਮਰ ਗਿਆ ਕਹਿ ਲੋ, ਗੱਲ ਇੱਕੋ ਹੀ ਹੈ। ਸੁੱਤਾ ਵੀ ਬੇਹੋਸ਼ ਹੁੰਦਾ। ਇਹਦੀ ਸੁਰਤ ਮਾਰੀ ਜਾਂਦੀ ਹੈ, ਬੇਸੁਰਤ ਹੋ ਜਾਂਦਾ ਹੈ ਸਰੀਰ ਛੱਡ ਕੇ। ਫਿਰ ਇਹ ਸਰੀਰ ਛੱਡ ਕੇ ਬੇਹੋਸ਼ ਨਹੀਂ ਹੁੰਦਾ। ਇਹਦੀ ਸੁਰਤ ਨਹੀਂ ਮਾਰੀ ਜਾਂਦੀ।
ਬਾਤ ਸੁਰਤ ਰਹਿੰਦਾ ਸਰੀਰ ਤੋਂ ਬਾਅਦ ਵੀ। ਉਹ ਪਿਛਲੇ ਸ਼ਬਦ ਚ ਆਇਆ ਸੀ ਵੀ ਜੇ ਘਟ ਫੁੱਟੇ ਜੇ ਪ੍ਰੇਮ ਉਹ ਨਹੀਂ ਜਾਂਦਾ ਹੁੰਦਾ। ਪ੍ਰੇਮ ਜਾਂ ਨਹੀਂ ਜਾਂਦਾ ਬਾਹੋਸ਼ ਹੈ ਉਹ। ਹਿਰਦਾ ਕੀ ਹੈ? ਪਹਿਲਾਂ ਜਿਹੜਾ ਘਾਟੇ ਹਿਰਦਾ ਹੈ ਕੀ? ਹਿਰਦਾ ਕਿਸ਼ਤੀ ਹੈ। ਗੁਰ ਕੇ ਚਰਨ ਬੋਹਤ ਨੇ ਜਹਾਜ਼। ਜਦ ਜਹਾਜ਼ 'ਚ ਜਾ ਬੈਠਿਆ ਕਿਸ਼ਤੀ ਡੁੱਬ ਜਵੇ, ਚਾਹੇ ਕਿਸ਼ਤੀ ਤੇ ਲੈਣਾ ਕੀ ਹੈ? ਕਿਸ਼ਤੀ ਦਾ ਛੱਡ ਕੇ ਜਹਾਜ਼ 'ਚ ਚੜ ਗਿਆ। ਫਿਰ ਕਿਸ਼ਤੀ ਜਿੱਥੇ ਮਰਜੀ ਜਾਵੇ, ਕਿਸ਼ਤੀ ਦਾ ਮਤਲਬ ਕੀ ਰਹਿ ਗਿਆ? ਉਹ ਗੱਲ ਕਹੀ ਹੈ, ਚਾਹੇ ਜਿਹੜਾ ਘਟ ਫੁੱਟ ਜਵੇ, ਘਟ ਤਾਂ ਖਾਲੀ ਹੈ, ਉਹਦੇ ਤਾਂ ਹੈ ਹੀ ਕੁਝ ਨਹੀਂ, ਉਹਦੇ ਲੋੜ ਹੈ ਨਹੀਂ। ਕਿਸ਼ਤੀ ਦੇ ਲੋੜ ਉਹਦੇ ਗੁਰ ਕੇ ਚਰਨਾਂ ਨਾਲ ਜੁੜ ਗਿਆ। ਚਰਨ ਬੋਹਤ ਨੇ ਹੈ ਉਸੇ ਭਵ ਸਾਗਰ ਦੇ ਵਿੱਚ। ਉਹ ਨਾਸ ਕਿਵੇਂ ਹੋ ਜੂ, ਡੁੱਬ ਕਿਵੇਂ ਜਾਊ? ਆਹੀ ਗੱਲ ਇੱਥੇ ਕਹੀ। ਜੋ ਜਨ ਜਾਣ ਭਜਾ ਅਭਿਗਤ ਕੋ। ਅਭਿਗਤ ਕੀ ਹੈ? ਗੁਰ ਕੇ ਚਰਨ। ਉਹਨੂੰ ਜਾਣ ਲਿਆ, ਜਾਣ ਕੇ ਉਹਦੇ ਨਾਲ ਜੁੜ ਗਿਆ। ਜਹਾਜ਼ ਦੇਖ ਲਿਆ, ਜਾਣ ਲਿਆ, ਵਿੱਚ ਚੜ ਗਿਆ, ਸਵਾਰ ਹੋ ਗਿਆ। ਉਹ ਕਿਵੇਂ ਡੁੱਬ ਜੂ? ਕਿਸ਼ਤੀ ਡੁੱਬ ਸਕਦੀ ਹੈ, ਡੁੱਬ ਜੂਗੀ, ਉਹਨੇ ਡੁੱਬਣਾ ਨਹੀਂ ਹੈ। ਕਿਸ਼ਤੀ ਦਾ ਹਰ ਵਾਰੇ ਡੁੱਬਦੀ ਰਹੀ ਹੈ। ਇਸਕਾ ਕਸ਼ੂ ਨਾ ਨਸਾ, ਉਹਦਾ ਨਹੀਂ ਨਾਸ ਹੁੰਦਾ ਕੋਈ। ਉਹ ਕਬੀਰ ਤੇ ਜਨ ਕਹੂ ਨਾ ਹਾਰੇ, ਢਾਲ ਜੂ ਜਾਣੇ ਪਾਸੇ। ਕਬੀਰ ਕਹਿੰਦਾ ਉਹ ਜਨ ਕਦੇ ਨਹੀਂ ਹਾਰਦੇ ਜਿਹੜੇ ਇਹ ਜੀ ਗੱਲ ਜਾਣਦੇ ਨੇ ਵੀ ਕਿਸ਼ਤੀ ਛੱਡ ਕੇ ਜਹਾਜ਼ ਵਿੱਚ ਵਹੀ ਦੇ ਬਚਣ ਵਾਸਤੇ। ਸਰੀਰ ਛੱਡ ਦੀਦਾ ਹੁੰਦਾ ਜਿਉਂਦੇ ਹੀ। ਤਿਰਕੁਟੀ ਛੁੱਟੇ 10ਵਾਂ ਦਵਾਰ ਖੁੱਲੇ। ਤਿਰਕੁਟੀ ਛੱਡ ਕੇ 10ਵੇਂ ਦਵਾਰ ਚਲੇ ਜਾਈਦਾ, ਫਿਰ ਨਹੀਂ ਵਰਦਾ। 10ਵੇਂ ਦਵਾਰ 'ਚ ਆਪ ਬੈਠਾ ਨਾ, ਗੁਰ ਕੇ ਚੜ੍ਹਨ 10ਵੇਂ ਦਵਾਰ 'ਚ ਨੇ। ਜਿਉਂਦੇ ਹੀ ਪਾਸਾ ਢਾਲ ਲਈਦਾ, ਪਾਸਾ ਬਟਲ ਲਈਦਾ ਮਾਇਆ ਦੇ ਸਰੀਰ ਤੋਂ। ਇਹ ਪਾਸਾ ਢਾਲ ਗਿਆ ਹੈ। ਤਿਰਕੁਟੀ ਛੱਡ ਕੇ 10ਵੇਂ ਦਵਾਰ ਦੇ ਵਿੱਚ ਗੁਰ ਕੇ ਸ਼ਬਦ ਹੈ, ਜਿਹੜਾ ਸ਼ਬਦ ਹੈ ਆਨੰਦ ਬਾਣੀ ਹੈ। ਜਿਹੜੀ ਆਨੰਦ ਬਾਣੀ ਕੀ? ਆਨੰਦ ਬਾਣੀ ਗੁਰ ਸ਼ਬਦ ਜਾਣੀ। ਆ ਪਹਿਲਾ ਗੁਰ ਸ਼ਬਦ ਹੈ, ਇਹਨੂੰ ਆਨੰਦ ਬਾਣੀ ਜਾਣ। ਉਹ ਸੁਣ ਕੇ ਇਹ ਲਿਖੀ ਹੋਈ ਹੈ। ਉਹ ਤੇਰੇ ਅੰਦਰ ਵੀ ਪ੍ਰਗਟ ਹੋ ਜੂ, ਉਹਦੇ ਨਾਲ ਜੁੜ ਜਾ। ਜੋ ਉੱਥੇ ਬੈਠਾ ਰਹੇਗਾ ਉੱਥੇ ਹੈਗੀ ਹੁਣ ਵੀ ਹੈ, ਤੈਨੂੰ ਨਹੀਂ ਸੁਣਦੀ। ਸਿਰਫ ਜਿਹੜਾ ਬਹਿ ਜੂ ਟੇਕ ਕੇ ਉਹਨੂੰ ਸੁਣ ਜਾਂਦੀ ਹੈ। ਫਿਰ ਹੈ ਹਰ ਵਕਤ ਤੇ ਚਲਦੀ। ਅੰਮ੍ਰਿਤ ਸਾਰੇ ਹੀ ਵਰਸਦਾ, ਬੁੱਝੇ ਬੁੱਝਣ ਹਾਰ। ਅੰਮ੍ਰਿਤ ਹਮੇਸ਼ਾ ਹੀ ਵਰਸਦਾ ਅੰਦਰ, ਪਰ ਇਹਨੂੰ ਨਹੀਂ ਸੁਣਦਾ ਕਿ ਉੱਥੇ ਹੈ ਨਹੀਂ ਨਾ, ਹਾਜ਼ਰ ਨਹੀਂ ਹੋ। ਬੁੱਝੇ ਬੁੱਝਣ ਹਾਰ। ਰਾਮ ਨਾਮ ਦਾ ਹਿਰਦੇ ਦੇ ਵਿੱਚ ਹੈਗਾ। ਰਾਮ ਨਾਮ ਜਪ ਹਿਰਦੇ ਹਿਰਦੇ ਰਾਮ ਨਾਮ ਹੈਗਾ, ਉਹਨੂੰ ਜਪ ਜਾਣਨ ਦੀ ਕੋਸ਼ਿਸ਼ ਕਰ। ਉਹ ਹਰ ਵਕਤ ਰਾਮ ਨਾਮ ਹਿਰਦੇ 'ਚ। ਪਰ ਅਸੀਂ ਹਿਰਦੇ 'ਚ ਕੋਸ਼ਿਸ਼ ਕਦ ਕੀਤੀ ਹੈ ਜਾਣਨ ਦੀ? ਅਸੀਂ ਬੈਠੇ ਕਾਹਦਾ ਜਾ ਕੇ? ਸੰਸਾਰ ਨੂੰ ਛੱਡ ਕੇ, ਸਾਰਾ ਕੁਝ ਮੁਕਾ ਕੇ, ਕੰਮ ਸੰਸਾਰ ਦਾ ਵਿਹਲੇ ਹੋ ਕੇ ਬੈਠੇ ਕਾਹਦਾ? ਜਿਹੜਾ ਬੈਠੂਗਾ ਉਹਨੂੰ ਸੁਣ ਜਾਂਦਾ, ਜਿਹੜਾ ਨਹੀਂ ਬੈਠਾ ਉਹ ਨਹੀਂ ਸੁਣਦਾ। ਭਗਤ ਬੈਠੇ ਨੇ ਜਾ ਕੇ ਉੱਥੇ, ਬਾਹਰ ਝਾਕਿਆ ਹੀ ਨਹੀਂ। ਅੱਖਾਂ ਨੂੰ ਵੀ ਕਹਿ ਦਿੱਤਾ ਹਰ ਬਿਨਾਂ ਵੱਲਾਂ ਦੇਖੋ ਕੋਈ, ਕੰਨਾਂ ਨੂੰ ਵੀ ਕਹਿ ਦਿੱਤਾ ਸੁਣਾ ਹੀ ਨਾ, ਸੱਤ ਬਾਣੀ ਦੇ ਬਿਨਾਂ ਕੁਝ। ਚੱਲ ਬਾਹਰੋਂ ਕੱਟੇ ਗਏ। ਖੋਦ ਲਈਏ ਦਰਵਾਜ਼ੇ, ਦਰਵਾਜ਼ੇ ਹੀ ਬੰਦ ਕਰ ਲਏ। ਬਾਜੀ ਲਿਆ ਅਨਹਦ ਬਾਜੇ। ਜਦ ਦਰਵਾਜ਼ੇ ਸਾਰੇ ਬੰਦ ਕਰ ਲਏ ਤਾਂ ਅਨਹਦ ਬਾਜਾ ਵੱਜਿਆ। ਵੱਜਦਾ ਤਾਂ ਪਹਿਲਾਂ ਨਹੀਂ ਸੁਣਿਆ ਜਾਂਦਾ ਇਹਨੂੰ। ਵੱਜਦਾ ਤਾਂ ਪਹਿਲਾਂ ਹੀ ਸੁਣਿਆ ਹੀ ਨਹੀਂ ਨਾ। ਬਾਹਰਲਾ ਖੜਕਾ ਆਉਂਦਾ ਸੀ ਨਾ ਦਰਵਾਜ਼ਿਆਂ ਤੇ। ਜੇ ਬਾਹਰ ਢੋਲ ਵੱਜਦਾ ਹੋਵੇ ਆਪਾਂ ਦਰਵਾਜ਼ੇ ਖਿੜਕੀਆਂ ਬੰਦ ਕਰਾਂਗੇ ਵੀ ਬਾਹਰਲਾ ਖੜਕਾ ਅੰਦਰ ਨਾ ਸੁਣੇ। ਬਾਹਰ ਬਹੁਤ ਰੌਲਾ ਪੈਂਦਾ ਹੋਵੇ, ਅੰਦਰ ਹੌਲੀ ਹੌਲੀ ਗੱਲਬਾਤ ਕਰਦੇ ਹੋਈਏ, ਇੱਕ ਦੂਜੇ ਦੀ ਗੱਲੇ ਨਹੀਂ ਸੁਣਦੀ। ਉਹ ਅੰਦਰਲੀ ਗੱਲ ਤਾਂ ਸੁਣਦੀ ਹੈ ਜੇ ਬਾਹਰਲੇ ਦਰਵਾਜ਼ੇ ਬੰਦ ਕਰ ਲਏ। ਬਾਹਰਲਾ ਜਿਹੜਾ ਸ਼ੋਰ ਹੈ ਉਹ ਬੰਦ ਕਰ ਲਈਏ। ਤਾਂ ਹੀ ਕਹਿਣਾ ਮੂੰਦ ਲਈਏ ਦਰਵਾਜ਼ੇ, ਬਾਜੀ ਲਿਆ ਨਾ ਦਰਵਾਜ਼ੇ। ਦਰਵਾਜ਼ੇ ਤਾਂ ਸਾਰੇ ਖੁੱਲੇ ਨੇ, ਅੰਦਰਲੀ ਗੱਲ ਕਿਵੇਂ ਸੁਣ ਜਵੇ? एक कोट पंच सिकदारा पंचे मांगे हाला, जिमी नहीं मैं किसी की मोई ऐसा देव दुखाला। ਇਹ ਕੋਟ ਹੈ ਕਿਲਾ। ਕੋਟ ਕੀ ਹੁੰਦਾ? ਕੋਟ ਹਿਰਦੇ ਨੂੰ ਕਹਿੰਦੇ। ਲੰਕਾ ਦਾ ਕੋਟ ਸਮੁੰਦਰ ਦੀ ਖਾਈ ਖਾਈ ਸਰੀਰ ਹੈ, ਪਾਣੀ ਦਾ ਬਣਿਆ ਹੈ ਨਾ। ਕੋਟ ਹਿਰਦੇ ਇੱਕ ਦਾ ਕੋਟ ਹੈ। ਪੰਜੇ ਦੇ ਕੌਣ ਨੇ? ਸਿੱਖਦਾਰਾਂ ਨੇ।
ਮਾਲਕ ਨੇ ਉਹਦੇ, ਮਾਲਕ ਨੇ, ਪੰਜ ਅਧਿਕਾਰੀ ਨੇ ਇਹਦੇ ਚ। ਕੀ? ਦੇਖਣ ਸ਼ਕਤੀ, ਸੁਣਨ ਸ਼ਕਤੀ, ਰਸ ਖੱਟਾ ਮਿੱਠਾ ਦੱਸਣ ਦੀ ਸ਼ਕਤੀ, ਇਸੇ ਕਲਾਰਾਂ ਨੇ ਇਹਨਾਂ ਦੀ ਹੁਕਮ ਚੱਲਦੀ ਹੈ। ਕਿੱਥੇ? ਇਹਦੇ ਤੇ ਸੁਰਤ ਤੇ। ਤੇ ਠੰਡਾ ਤੱਤਾ ਮਹਿਸੂਸ ਕਰਨ ਦੀ ਸ਼ਕਤੀ, ਸਰੀਰ ਨੂੰ ਕਿਵੇਂ ਬਚਾਇਆ ਜਾਊਗਾ? ਜੇ ਐਸੀ ਗਰਮੀ ਚਲਾ ਜਾਵੇ, ਸਰੀਰ ਕੋਈ ਧਿਆਨ ਨਾ ਦੇਵੇ, ਮਰ ਜਾਊਗਾ। ਪੰਜ ਸਿਕਦਾਰਾ, ਪੰਜੇ ਮੰਗੇ ਹਾਲਾ। ਹਾਲਾ, ਹਾਲਾ ਤਾਂ ਕਹਿੰਦੇ ਤਾਂ ਹੈਗੇ ਸੰਸਾਰ ਦੇ ਵਿੱਚ ਇੱਕ ਹਲ ਦੇ ਉੱਤੇ ਟੈਕਸ ਜਿਹੜਾ ਲਾਇਆ ਹੁੰਦਾ, ਉਹ ਜਿਹੜਾ ਲਗਾਨ ਹੁੰਦਾ ਆਪਣਾ, ਉਹਨੂੰ ਹਾਲਾ ਕਹਿੰਦੇ ਨੇ। ਇੱਥੇ ਹਾਲਾ ਕੀ ਹੈ? ਹਾਲਾ ਇੱਥੇ ਧਿਆਨ ਹੈ। ਹਾਲ ਕਹਿੰਦੇ ਨੇ ਪ੍ਰੈਜ਼ੈਂਟ ਟੈਂਸ, ਫੌਰਨ ਹਾਜ਼ਰੀ ਮੰਗਦੇ ਨੇ, ਧਿਆਨ ਮੰਗਦੇ ਨੇ। ਸੋਚ ਲਓ, ਅੱਖਾਂ ਧਿਆਨ ਮੰਗਦੀਆਂ ਨੇ, ਜੇ ਧਿਆਨ ਹੋਊ ਤਾਂ ਦੀਦਾ ਨਹੀਂ, ਦੀਦਾ ਨਹੀਂ। ਕੰਨ ਧਿਆਨ ਮੰਗਦੇ ਨੇ, ਜੇ ਗੱਲ ਨਿਕਲ ਗਈ ਪਹਿਲਾਂ ਕਹਿੰਦਾ ਧਿਆਨ ਪਿੱਛੇ ਹੋ ਗਿਆ, ਗੱਲ ਨਹੀਂ ਪਤਾ, ਸੁਣਨੀ ਨਹੀਂ ਹੈਗੀ। ਫੌਰਨ ਧਿਆਨ ਮੰਗਦੇ ਨੇ, ਫੌਰਨ, ਬਹੁਤ ਜਲਦ ਧਿਆਨ, ਉਸੇ ਸਕਿੰਟ ਧਿਆਨ ਮੰਗਦੇ ਨੇ ਸਾਰੇ ਪੰਜੇ। ਇੱਕ ਸੁਰਤਾ ਧਿਆਨ ਪੰਜ ਮੰਗਦੇ ਨੇ, ਕਰੇ ਕੀ ਉਹ ਤਾਂ ਵਿਵਸਥਾ। ਉਸੇ ਸਕਿੰਟ ਜੇ ਧਿਆਨ ਨਾ ਆ ਗਿਆ, ਗੱਲ ਨਿਕਲ ਜਾਣੀ ਹੈ, ਸੁਣਨੀ। ਜਰਾ ਧਿਆਨ ਇੱਕ ਸਕਿੰਟ ਵਾਸਤੇ ਇੱਧਰ ਹੋਇਆ, ਗੱਲ ਨਿਕਲ ਗਈ। ਪੰਜੇ ਧਿਆਨ ਮੰਗਦੇ ਨੇ। ਰੋਟੀ ਖਾਂਦਾ ਧਿਆਨ ਹੈ ਨਹੀਂ, ਕੁਝ ਸਬਜ਼ੀ ਖਾਧੀ ਸੀ ਕਹਿੰਦਾ ਪਤਾ ਹੀ ਨਹੀਂ, ਲੂਣ ਮਿਰਚ ਗਿਆ ਸੀ ਧਿਆਨ ਨਹੀਂ ਕੀਤਾ, ਖਾ ਲਿਆ ਧਿਆਨ ਨਹੀਂ ਕੀਤਾ, ਨਹੀਂ ਪਤਾ ਕਿਹੋ ਜਿਹਾ ਸੀ। ਜਾਂ ਕਹਿ ਜਾਨੂੰ ਕਹਿੰਦਾ ਅਗਲੀ ਮੁਰਗੀ ਦੱਸਦਾ, ਕਿਉਂ? ਅਗਲੀ ਮੁਰਗੀ ਧਿਆਨ ਹੋਊਗਾ ਜਾਂ ਬੂਝ ਪਊਗਾ, ਹੁਣ ਧਿਆਨ ਹੈ ਨਹੀਂ ਸੀ। ਇਸ ਕਰਕੇ ਪੰਜੇ ਮੰਗੇ ਹਾਲਾ, ਫੌਰਨ ਧਿਆਨ। ਕਹਿੰਦੇ ਨੇ ਹੁਣੇ ਧਿਆਨ ਮੇਰੇ ਵੱਲ ਕਰ, ਜਦੇ ਤਾਂ ਮੈਂ ਕੰਮ। ਬੁਲਾਉਂਦੇ ਨੇ ਸੁਰਤ ਨੂੰ, ਅੱਖਾਂ ਬੁਲਾਉਂਦੀਆਂ ਨੇ ਸੁਰਤ ਨੂੰ, ਕੰਨ ਬੁਲਾਉਂਦੇ ਨੇ ਸੁਰਤ ਨੂੰ। ਇੱਧਰ ਇੱਧਰ ਇੱਕ ਹੋਵੇ, ਪੰਜ ਹੋਣ ਅਫਸਰ, ਇੱਕ ਹੋਵੇ ਚਪੜਾਸੀ, ਉਹਦੇ ਮੱਤ ਮਾਰ ਦੇਣਗੇ ਪੰਜੇ। ਉਹ ਕਹੇ ਜਲਦੀ ਕਰ, ਉਹ ਦੂਆ ਕਹੇ ਜਲਦੀ ਕਰ, ਉਹ ਕਿੱਧਰ ਜਾਵੇ ਵਿਚਾਰਾ? ਆਹ ਗੱਲ ਕਹਿ ਰਿਹਾ ਤੂੰ ਵੀ ਮੇਰੀ ਤਾਂ ਬੱਸ ਕਹਾਤੀ ਇਹਨਾਂ ਨੇ ਪੰਜਾਂ ਨੇ। ਕਹਿੰਦਾ ਹੁਣੇ ਆ, ਉਹ ਕਹਿੰਦਾ ਹੁਣੇ ਆ, ਹੁਣ ਦੱਸ ਕੀ ਕਰਾਂ ਮੈਂ? ਪੰਜ ਅਫਸਰ ਨੇ, ਇੱਕ ਚਪੜਾਸੀ ਹੈ। ਉਹ ਹਾਲ ਇੱਕ ਫੌਰਨ ਸਾਰੇ ਬੋਲਦੇ ਨੇ, ਫੌਰਨ। ਜਿਹੜੀ ਮੈਂ ਮੂੰਹ ਚੋਂ ਗੱਲ ਕੱਢਾਂ, ਜਦੇ ਮੇਰੇ ਵੱਲ। ਦੋ ਜਾਣੇ ਜੇ ਇਕੱਠੀ ਗੱਲ ਕੱਢਦੇ ਨੇ, ਮੈਂ ਕੀ ਕਰਾਂ? ਉਹ ਕਹਿ ਰਿਹਾ ਪੰਜੇ ਮੰਗੇ ਹਾਲਾ, ਜਿਵੇਂ ਨਹੀਂ ਮੈਂ ਕਿਸੇ को कोई ਐਸਾ ਦੇਣ ਦਿਖਾਲਾ। ਮੈਂ ਦੱਸ ਇਹਨਾਂ ਦਾ ਕੀ ਹੈ? ਮੈਂ ਨੱਕ ਤੋਂ ਕੀ ਲਿਆ? ਆਤਮਾ ਨੇ ਕੀ ਲਿਆ ਨੱਕ ਤੋਂ? ਨੱਕ ਸਰੀਰ ਵਾਸਤੇ, ਆਤਮਾ ਨੂੰ ਕੋਈ ਕੰਮ ਨਹੀਂ ਦਿੰਦਾ ਨੱਕ। ਜੋ ਨੱਕ ਸਮੈਲ ਲੈਂਦਾ ਹੈ, ਮਾਇਆ ਦੀ ਲੈਂਦਾ, ਤੂੰ ਉਹਦੇ ਚ ਆਤਮਾ ਨੇ ਤਾਂ ਕੋਈ ਖਾਣਾ ਪੀਣਾ ਨਹੀਂ, ਆਤਮਾ ਨੇ ਤਾਂ ਲੈਣਾ ਦੇਣਾ ਕੁਝ ਨਹੀਂ। ਉਹ ਚ ਜੋ ਟੇਸਟ ਦੱਸਦੀ ਹੈ ਜੀਭ ਖੱਟੇ ਮਿੱਠੇ ਦਾ, ਆਤਮਾ ਨੇ ਤਾਂ ਕੋਈ ਖਾਣਾ ਨਹੀਂ, ਖਾਣਾ ਤਾਂ ਸਰੀਰ ਨੇ। ਜੋ ਅੱਖਾਂ ਬਾਹਰ ਦੇਖਦੀਆਂ ਨੇ, ਆਤਮਾ ਦੇ ਤਾਂ ਕੰਮ ਦੀ ਕੋਈ ਚੀਜ਼ ਨਹੀਂ ਹੈ। ਇਹ ਮਨ ਦੇ ਕੰਮ ਦੀ ਹੈ, ਮਨ ਦਾ ਐਵੇਂ ਜੀ ਲੱਗਿਆ ਹੈ। ਆਤਮਾ ਦੇ ਕੰਮ ਦੀ ਕੁਛ, ਅੰਤਰਾਤਮਾ ਦੇ ਕੰਮ ਦਾ ਕੁਛ ਨਹੀਂ ਹੈ, ਮਾਇਆ ਦੀ ਗੱਲ ਹੈ। ਇਹਨਾਂ ਦਾ ਕੁਛ ਨਹੀਂ ਬੇਟਾ, ਇਹਨਾਂ ਦੀ ਜ਼ਮੀਨ ਨਹੀਂ ਮੈਂ ਵਾਹੀ, ਇਹਨਾਂ ਦਾ ਕੋਈ ਅਹਿਸਾਨ ਨਹੀਂ ਮੇਰੇ ਤੇ। ਐਸਾ ਤਾਂ ਫਿਰ ਦੇਣਾ ਵੀ ਔਖਾ, ਬਿਨਾਂ ਮਤਲਬ ਰੁਕਣੀ ਸੀ ਫਿਰਦੇ ਨੇ। ਨਾ ਕੋਈ ਇਹਨਾਂ ਦੀ ਜ਼ਮੀਨ ਵਿੱਚ ਵਾਹੀ ਹੈ, ਮੈਂ ਨਾ ਕੋਈ ਤਨਖਾਹ ਲੈਣਾ ਮੈਂ ਇਹਨਾਂ ਤੇ। ਐਸਾ ਦੇਣਾ ਦਿਖਾਲਾ, ਦੁਖਾਲਾ, ਦੁਖਦਾਇਕ ਹੈ ਐਸਾ ਦੇਣਾ। ਐਸਾ ਧਿਆਨ ਦੇਣਾ ਇਹਨਾਂ ਵੱਲ ਹਰ ਵਕਤ ਮੇਰਾ ਮੁਸ਼ਕਲ ਹੈ। ਉਦੋਂ ਕਹਿ ਰਿਹਾ ਜਦੋਂ ਸੱਚ ਨਾਲ ਜੁੜ ਗਿਆ, ਪਹਿਲਾਂ ਨਹੀਂ ਪਤਾ ਹੈਗਾ। ਪਹਿਲਾਂ ਹੁਣ ਕਹਿ ਦੂਗੇ ਗੱਲ, ਪਹਿਲਾਂ ਤਾਂ ਅੱਖੀ ਵੇਖਣਾ ਰੱਜੇ, ਪਹਿਲਾਂ ਕੰਨੀ ਸੁਣਨਾ ਰੱਜੇ।
ਇਹ ਉਦੋਂ ਕਹਿੰਦਾ ਜਦੋਂ ਇਹ ਡਿਸਟਰਬ ਕਰਦੇ ਨੇ ਜੁੜੇ ਨੂੰ ਨਾਮ ਨਾਲ, ਜਾਂ ਨਾਮ ਨਾਲ ਜੁੜੇ ਇਹਨੂੰ ਡਿਸਟਰਬ ਕਰਦੇ ਨੇ, ਉਦੋਂ ਦੀ ਅਵਸਥਾ ਦੀ ਗੱਲ ਹੈ, ਉਹ ਤੋਂ ਪਹਿਲਾਂ ਦੀ ਗੱਲ ਨਹੀਂ ਹੈ। ਉਹ ਕਹਿੰਦਾ ਹੁਣ ਮੈਨੂੰ ਇਹ ਡਿਸਟਰਬ ਕਰਦੇ ਨੇ, ਮੈਨੂੰ ਇਹਨਾਂ ਦੀ ਲੋੜ ਨਹੀਂ। ਬਾਬਾ ਆਪਣਾ ਬਸੋਂ ਦਿਖਾਓ, ਮੈਨੂੰ ਉਹਦੀ ਲੋੜ ਹੈ, ਸਰੀਰ ਦੀ ਵੀ ਹੈਗੀ। ਹਾਂਜੀ, ਹਰ ਕੇ ਲੋਗਾ ਮੋਕੋ ਨੀਤ ਦਸੇ ਪਟਵਾਰੀ। ਹਰ ਕੇ ਲੋਗਾ ਆੜਾ ਮਨ ਹੈ, ਇਹ ਵੀ ਹਰ ਵਕਤ ਅਜੋ ਇਹ ਵੀ ਨਹੀਂ ਹਟਦਾ। ਇਹਦੀ ਇੱਛਾ ਤਾਂ ਹੈ, ਰਹਿੰਦੀ ਹੈ ਵੀ ਧਿਆਨ ਬਾਹਰ ਚਲਾ ਜਾਵੇ। ਇਹ ਪਟਵਾਰੀ ਇਹ ਵੀ ਹਾਂ, ਇਹ ਵੀ ਹਿਸਾਬ ਕਿਤਾਬ ਰੱਖਦਾ, ਕਿਉਂਕਿ ਸਰੀਰ ਜੋ ਨਾਲ ਇਹ ਜੁੜਿਆ ਹੋਇਆ ਸੀ। ਇਹ ਵੀ ਰਹਿ ਦਿੰਦਾ ਰਹੀ ਨਹੀਂ, ਦੇਖਣ ਅੱਖਾਂ ਦਾ ਚਾਹੀਦਾ ਹੈ, ਹੁਣ ਤੇ ਇਹਨਾਂ ਤੋਂ ਕੰਮ ਲਿਆ ਹੈ, ਬਾਹਰ ਵੀ ਚਾਹੀਦਾ ਜੋਇਆ ਹੋਇਆ, ਬਾਹਰ ਮੈਨੂੰ ਨਹੀਂ ਸਰਦਾ। ਇਹ ਆਪਣੀਆਂ ਦਲੀਲਾਂ ਦੇਈ ਜਾਂਦਾ, ਇਹ ਆਪਣੀਆਂ ਦਲੀਲਾਂ ਦੇਈ ਜਾਂਦਾ, ਮਨਮੁਖ ਆਪਣੀਆਂ ਦਲੀਲਾਂ ਦੇਈ ਜਾਂਦਾ ਰਹੇ। ਮਨੁੱਖ ਦੀਆਂ ਦਲੀਲਾਂ ਅੱਡ ਨੇ, ਵੱਖਰੀਆਂ ਨੇ। ਕਹਿੰਦਾ ਜੀ ਐਂ ਕਿਤੇ ਸਰਦਾ। ਹਾਂ, ਪਟਵਾਰੀ ਉੱਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਹੋ ਲਿਆ ਉਵਾਰੀ। ਮੈਂ ਇਹਨਾਂ ਦਾ ਬਾਂਹ ਖੜੀਆਂ ਹੋ ਗਈ। ਇੱਕ ਪਾਸੇ ਸੰਸਾਰ ਹੈ, ਇੱਕ ਪਾਸੇ ਨਿਰਾਕਾਰ ਹੈ। ਮੈਂ ਕਿੱਧਰ ਜਾਵਾਂ? ਮੈਂ ਗੁਰ ਪੈ ਪੁਕਾਰਿਆ। ਗੁਰ ਕੌਣ ਹੈ ਇੱਥੇ? ਵਿਵੇਕ ਤੇ ਆਪਣੇ ਵਿਵੇਕ ਨੂੰ ਕਿਹਾ ਵੀ ਮੈਂ ਹੁਣ ਕੀ ਕਰਾਂ। ਉਹ ਕਹਿੰਦਾ ਤੂੰ ਇਹਨਾਂ ਦਾ ਖੜਾ ਛੱਡ, ਬੋਲਦੇ ਨੇ ਬੋਲੀ ਜਾਂਦੇ, ਇਹਨਾਂ ਦੀ ਪਰਵਾਹ ਨਾ ਕਰ। ਤੇ ਹੋ ਲਿਆ ਉਵਾਰੀ, ਉਹਨੇ ਬਾਂਹ ਫੜ ਕੇ ਪਾਸੇ ਹੀ ਕਰ ਲਿਆ ਇਹਨੂੰ। ਕਹਿੰਦਾ ਇਹਨਾਂ ਦੀ ਸੁਣਿਆ ਨਾ ਤੂੰ, ਤੇ ਨਾ ਲਿਆ ਉਵਾਰੀ, ਇਹਨਾਂ ਦੇ ਪ੍ਰਭਾਵ ਚੋਂ ਬਾਹਰ ਕੱਢ ਲਿਆ। ਉਹ ਕਹਿੰਦਾ ਅੱਖਾਂ ਦੀ ਸੁਣੇ ਨਾ, ਇਹਨਾਂ ਦੀ ਸੁਣਿਆ ਹੀ ਨਾ ਕਰ, ਸੁਣਨੀਆਂ ਬੰਦ ਕਰ ਦੇ ਨਾ। ਬੋਲਦੇ ਨੇ ਬੋਲੀ ਜਾਣ, ਇਹਨਾਂ ਦੀ ਲਾਪਰਵਾਹੀ ਕਰ। ਇਹਨਾਂ ਦੇ ਪ੍ਰਭਾਵ ਚੋਂ ਉੱਪਰ ਕੱਢ ਲਿਆ। ਜਿਹੜੀ ਅੱਗੇ ਪ੍ਰਵਾਹ ਕਰਦਾ ਸੀ, ਕਹਿੰਦਾ ਪ੍ਰਵਾਹ ਨੂੰ ਕਰ। ਆਪਣਾ ਨਹੀਂ ਕੁਝ ਵਿਗਾੜ ਸਕਦੇ, ਇਹਨਾਂ ਦੀ ਦਰਗਾਹ 'ਚ ਨਹੀਂ ਚੱਲਦੀ, ਕੋਈ ਨਹੀਂ ਪੁੱਛਦਾ ਇਹਨਾਂ ਨੂੰ। ਜਿਹਦੀ ਗਾਹਾਂ ਸ਼ਿਕਾਇਤ ਨਹੀਂ ਆਪਣੀ ਕਰ ਸਕਦੇ, ਤੇ ਇਹਨਾਂ ਦੀ ਆਪਾਂ ਪ੍ਰਵਾਹ ਕਰੀਏ? ਪ੍ਰਵਾਹ ਦੀ ਕਰੀਦੀ ਹੈ। ਜਿਹਦੀ ਨਾਰਾਜ਼ਗੀ ਦਾ ਸਾਡੇ ਤੇ ਕੋਈ ਬੁਰਾ ਅਸਰ ਪਵੇ, ਇਹਨਾਂ ਦਾ ਕੋਈ ਬੁਰਾ ਨਹੀਂ ਅਸਰ ਪਵੇ। ਨੌ ਡਾਡੀ 10 ਮੁਨਸਫ ਧਾਵੇ, ਰਹੀਏ ਤਾਂ ਬਸਣਾ ਦੇਹੀ। ਨੌ ਦਾ ਦੁਆਰੇ ਸਰੀਰ ਦੇ ਨੇ। ਆ 10ਵੀਂ ਖੋਪੜੀ 'ਚ ਬੈਠਾ ਦਿਮਾਗ ਹੈ, ਇੱਥੇ ਮੁਨਸਫ ਬੈਠਾ ਮਰਜ਼ੀ ਕਰਦਾ ਨੇ। ਮੁਨਸਫ ਮਰਜ਼ੀ ਕਰਦਾ, 10 ਦੁਆਰ ਨਹੀਂ ਹੈ। ਇਹ 10 ਦੁਆਰ ਖੋਪੜੀ ਨੂੰ ਮੰਨਦੇ ਨੇ। ਮੁਨਸਫ ਤਾਂ ਲਿਖਿਆ ਹੋਇਆ ਮੁਨਸਫ, 10 ਮੁਨਸਫ ਹੈ, 10 ਦੁਆਰ ਨਹੀਂ ਹੈ। 10 ਇਹ ਜਿਹੜਾ 10ਵਾਂ ਮੁਨਸਫ ਹੈ ਦਿਮਾਗ 'ਚ ਬੈਠਾ, ਜਿਹੜਾ ਮੁਨਸਫ ਵੀ ਇਹੀ ਕਰਦਾ, ਮਰਜ਼ੀ ਦੇ ਫੈਸਲੇ ਕਰਦੇ ਨੇ। ਜਿਹੜੇ ਮੁਨਸਫ ਨੇ ਦਿਮਾਗ 'ਚ ਬੈਠੇ ਨੇ, ਮਰਜ਼ੀ ਦੇ ਫੈਸਲੇ ਕਰਦੇ ਨੇ, ਇਹਨੂੰ ਮੁਨਸਫ ਕਹਿੰਦੇ ਨੇ। ਮੁਨਸਫ ਉਰਦੂ ਦਾ ਲਫ਼ਜ਼ ਹੈ, ਜਿਹਨੂੰ ਹੁਣ ਅਦਾਲਤ ਕਹਿੰਦੇ ਉਹਨੂੰ ਮੁਨਸਫ ਕਹਿੰਦੇ। ਤੇ ਮੁਨਸਫ ਦਾ ਇਨਸਾਫ ਕਰਨ ਵਾਲਾ। ਨੌ ਡਾਡੀ 10 ਮੁਨਸਫ ਧਾਵੇ। ਡਾਡੀ ਕਿਹਨੂੰ ਕਹਿੰਦੇ ਨੇ? ਜਿਹੜੇ ਜ਼ਮੀਨ ਨੂੰ ਨਾਪਣ ਵਾਲੇ, ਜਰੀਬ ਖਿੱਚਣ ਵਾਲੇ ਹੁੰਦੇ, ਕਿ ਡੋਰੀਆਂ ਹੁੰਦੀਆਂ ਸੀ, ਉਹ ਲੋਹੇ ਦੀ ਜਰੀਬ ਹੁੰਦੀ ਹੈ, ਉਹਨੂੰ ਡਾਡੀ ਕਹਿੰਦੇ ਨੇ। ਰਾਜਸਥਾਨ 'ਚ ਹੁਣ ਵੀ ਕਹਿੰਦੇ ਨੇ। ਜ਼ਮੀਨ ਨਾਪਣ ਵਾਲੇ ਸਰਕਾਰੀ ਮਤਲਬ ਆਦਮੀ ਹੁੰਦੇ ਸੀਗੇ, ਪਿੰਡ ਦੇ ਹੀ ਹੁੰਦੇ ਸੀ, ਜਿਵੇਂ ਆਪਣੇ ਚੌਕੀਦਾਰ ਹੁੰਦੇ ਨੇ। ਜੇ ਜ਼ਮੀਨ ਨਾਪੜੀ ਉਹਨਾਂ ਨੂੰ ਨਾਪੜ ਜਾਓ, ਤਾਂ ਕਿ ਗੜਬੜ ਨਾ ਕਰਨ, ਡੋਰੀਆਂ ਤੋਂ ਉੱਧਰ ਨਾ ਕਰ ਦੇਣ। ਬਾਕਾਇਦਾ ਆਦਮੀ ਉਹ ਸਰਕਾਰ ਦੇ ਹੁੰਦੇ ਸੀ, ਕੋਈ ਸਰਕਾਰ ਜ਼ਮੀਨਾਂ ਦਿੰਦੀ ਸੀ ਨਾਪ ਕੇ, ਜਰੀਬ ਫੜਨ ਵਾਲੇ। ਉਹ ਡੋਰੀ ਹੁੰਦੀ ਸੀ, ਉਹਦਾ ਜਰੀਬ ਤਾਂ ਹੁਣ ਬਾਅਦ 'ਚ ਬਣੀ ਹੈ, ਰੱਸਾ ਹੀ ਹੁੰਦਾ ਸੀ, ਵੀ ਇੱਧਰ ਉੱਧਰ ਨਾ ਕਰ ਦੇਣ। ਇਹ ਜਿਹੜੇ ਸਰੀਰ ਦੇ ਦੁਆਰ ਨੇ, ਇਹ ਡਾਡੀ ਨੇ ਨੋ 10ਵਾਂ ਦਿਮਾਗ ਹੈ। ਨੌ ਡਾਡੀ 10 ਮੁਨਸਫ ਧਾਵੇ, ਰਹੀਏ ਤਾਂ ਬਸਣਾ ਦੇਹੀ। ਇਹ ਤਾਂ ਕਹਿੰਦਾ ਕਿਸੇ ਘੜੀ ਟਿਕਾਇਆ ਨਹੀਂ, ਆਇਆ ਨਾ। ਇਹ ਤਾਂ ਕਿਸੇ ਘੜੀ ਟਿਕਦਾ ਹੀ ਨਹੀਂ, ਨਾ ਦਿਮਾਗ ਟਿਕਦਾ, ਨਾ ਅੱਖਾਂ ਟਿਕਦੀਆਂ ਨੇ। ਦਸੇ ਦੁਆਰ ਟਿਕਦਾ ਕੋਈ? ਦਿਖਾ ਕਿਤੇ ਵੀ ਨਹੀਂ ਹੈ। ਡੋਰੀ ਪੂਰੀ ਮਾਪੇ ਨਾਲ ਰਹੀਆ ਤਾਂ ਬਸਣਾ ਦੇਹੀ। ਜਿਹੜੀ ਰਹੀਆ ਤਾਂ ਨਾ, ਜਿਹੜਾ ਇਹ ਰਹਿੰਦਾ ਮਨ, ਇਹਨੂੰ ਟਿਕਣ ਨਹੀਂ ਦਿੰਦੇ। ਇਹ ਸਰੀਰ ਨਹੀਂ ਟਿਕਣ ਦਿੰਦਾ।
ਮਨ ਨੂੰ ਸਰੀਰ ਨਹੀਂ ਟਿਕਣ ਦਿੰਦਾ ਹੈਗਾ, ਸਰੀਰ ਵੀ ਟਿਕਣ ਦੇ ਦੇਵੇ, ਇਹਦਾ ਦਿਮਾਗ ਨਹੀਂ ਟਿਕਣ ਦਿੰਦਾ। ਇਹ ਦਿਮਾਗ 'ਚ ਸਮਾਧੀ ਲਾਉਂਦੇ ਨੇ, ਉਹ ਕਹਿੰਦਾ ਦਿਮਾਗ ਇਹਨੂੰ ਟਿਕਣ ਨਹੀਂ ਦਿੰਦਾ। ਸਾਰਾ ਕਸੂਰ ਹੈ ਦਿਮਾਗ ਦਾ, ਸਾਰਾ ਕਸੂਰ ਦਿਮਾਗ ਦਾ। ਉੱਥੇ ਹੀ ਸਮਾਧੀ ਲਾ ਰਹੇ, ਉੱਥੇ ਲੱਗ ਕਿਵੇਂ ਜਾਊ? ਉਹ ਸ਼ੈਤਾਨ ਤਾਂ ਉੱਥੇ ਬੈਠ, ਸ਼ੈਤਾਨ ਦੇ ਘਰ 'ਚ ਸਮਾਧੀ ਲੱਗਦੀ ਹੁੰਦੀ ਹੈ। ਦਿਮਾਗ ਸ਼ੈਤਾਨ ਦਾ ਘਰ ਹੈ, ਸ਼ੈਤਾਨ ਦੇ ਘਰ 'ਚ ਸਮਾਧੀ ਨਹੀਂ ਲੱਗਦੀ, ਇਨਸਾਨ ਦੇ ਘਰ 'ਚ ਸਮਾਧੀ ਲੱਗਦੀ ਹੈ। ਜਿੱਥੇ ਇਨਸਾਨ ਆਪ ਸੁਧ ਸਮਾਧ ਹੋਇਆ ਬੈਠਾ ਹੈ, ਸਹਿ ਸਮਾਧ ਹੋਇਆ ਬੈਠਾ ਹੈ। ਇਨਸਾਨ ਜਿਹੜਾ ਹਿਰਦੇ 'ਚ ਬੈਠਾ ਹੈ, ਸਹਿਜ ਸਮਾਧ ਹੈ, ਤਾੜੀ ਲਾਈ ਹੋਈ ਹੈ, ਤਾੜੀ ਲਾਈ ਹੋਈ ਆ ਉਹਦੀ। ਉਹ ਭੁੱਲਦਾ ਨਹੀਂ ਕਿਸੇ ਦਾ ਭਲਾਇਆ, ਜੇ ਇੱਕ ਸਾਹ ਭੁੱਲ ਜਵੇ ਜਦੇ ਮਰ ਜੂ ਆਦਮੀ। ਨਾ ਭੁੱਲੇ ਕਿਸੇ ਦਾ ਭਲਾਇਆ, ਦੇਖਾਂ ਭਲਾ ਉਹਦਾ ਧਿਆਨ ਦੂਏ ਪਾਸੇ ਕਰ ਲਵੇ ਕੋਈ। ਜੇ ਉਹਦਾ ਧਿਆਨ ਦੂਏ ਪਾਸੇ ਹੋਇਆ, ਸਾਹ ਲੈਣਾ ਬੰਦ ਕਰਤਾ। ਆਪ ਭੁੱਲ ਹੈ, ਇਸੇ ਨੂੰ ਜਿਹੜਾ ਸਾਹ ਲੈ ਰਿਹਾ ਇਹ ਕਰਤਾ ਹੈ, ਕਰਤਾ ਆਪ ਭੁੱਲ ਹੈ, ਨਾ ਭੁੱਲੇ ਕਿਸੇ ਦਾ ਭਲਾਇਆ। ਇਹਨੂੰ ਕੋਈ ਭੁਲਾ ਕੇ ਦਿਖਾਵੇ ਤੇ ਤੂੰ ਸਾਹ ਲਾ ਲੈ। ਇਹ ਹੈ ਇੱਥੇ ਸਹਿਜ ਸਮਾਧ ਬੈਠਾ, ਇਹਦੀ ਤਾੜੀ ਲੱਗੀ ਹੈ। ਮਨ ਦੀ ਤਾੜੀ ਲਾਉਣੀ ਹੈ, ਮਨ ਤਾਂ ਸੌ ਜਾਂਦਾ। ਇਹ ਤਾਂ ਸੁੱਤਾ ਹੋਇਆ, ਸੁੱਤੇ ਦੀ ਤਾੜੀ ਨਹੀਂ ਹੁੰਦੀ। ਉਹ ਸੁਣਨ ਸਮਾਧ ਕਰ ਲੂ ਗਿਆ, ਉਹ ਸੁਣਨ ਦਾ ਪਹਿਲਾਂ ਹੀ ਹੈ ਮਨ। ਇਹ ਤਾਂ ਸੁਪਨੇ ਵਾਂਗੂ ਜਾਗਦਾ, ਜੇ ਬਿਲਕੁਲ ਸਲਾਤਾ ਤਾਂ ਡੈਡ ਹੋ ਜਾਂਦਾ, ਸੌ ਜਾਂਦਾ ਜਾਂ ਮਰ ਜਾਂਦਾ, ਸੁੱਤ ਮਾਰੀ ਜਾਂਦੀ ਹੈ। ਤਾਂ ਹੀ ਉਹ ਕਹਿੰਦੇ ਨੇ ਮੁਕਤੀ ਮਰਨ ਦਾ ਨਾਮ ਹੈ, ਮੁਕਤੀ ਮ੍ਰਿਤੂ ਦਾ ਪਦ ਹੈ। ਇਸ ਕਰਕੇ ਮੁਕਤ ਬੱਪਰੀ ਵੀ ਗਿਆਨੀ ਤਿਆਗਾ, ਸਾਡਾ ਟਾਰਗੇਟ ਮੁਕਤੀ ਤੋਂ ਅੱਗੇ ਹੈ। ਮਨ ਨੂੰ ਮਾਰ ਕੇ ਜਿਉਂਦਾ ਕਰਨਾ, ਉਹਨਾਂ ਦਾ ਮੁਕਤੀ ਤੋਂ ਗਾਹਾਂ ਟਾਰਗੇਟ ਹੀ ਨਹੀਂ ਹੈ ਕਿਸੇ ਦਾ। ਉਹਨੂੰ ਪਤਾ ਹੀ ਨਹੀਂ ਮੁਕਤੀ ਤੋਂ ਗਾਹਾਂ ਹੁੰਦਾ ਕੀ ਹੈ, ਨਾ ਸਾਡੇ ਸਿੱਖਾਂ ਨੂੰ ਪਤਾ ਮੁਕਤੀ ਤੋਂ ਗਾਹਾਂ ਕੀ ਹੈ। ਕਹਿੰਦੇ ਨੇ ਮੁਕਤ ਬੱਪਰੀ ਵੀ ਗਿਆਨੀ ਤਿਆਗਾ, ਪਰ ਮੁਕਤ ਤਿਆਗ ਕੇ ਜਾਣਾ ਕਿੱਥੇ ਹੈ? ਕਹਾਂ ਦਾ ਘਰ ਕਿਹੜਾ ਜਿੱਥੇ ਜਾਣਾ ਹੈ? ਮੁਕਤੀ ਕੀ ਹੈ? ਉਦੋਂ ਘਰ ਕਹਾਂ ਦਾ ਕੀ ਹੈ? ਮੁਕਤੀ ਤੱਕ ਦੋ ਪਦਾਰਥ ਨੇ ਸਿਰਫ। ਗਿਆਨ ਦਾ ਬੰਦਾ ਬਣ ਰਿਹਾ, ਗਿਆਨ ਗੁਰਮਤਿ ਦੇ ਗਿਆਨ ਨਾਲ ਮਨ ਨੇ ਟਿਕ ਜਾਣਾ, ਟਿਕਿਆ ਹੈ ਮੁਕਤੀ ਹੈ। ਆਪਣੀ ਮਰਜ਼ੀ ਛੱਡਦੀ, ਆਪਣੀ ਮਰਜ਼ੀ ਛੱਡੀ ਜਿਉਣਾ ਮਰਿਆ ਹੋਇਆ। ਸਾਡੇ ਜੀਵਨ ਮੁਕਤਾ ਕੱਲੀ ਮੁਕਤੀ ਨਹੀਂ ਹੈ, ਉਹਨਾਂ ਦੇ ਕੱਲੀ ਮੁਕਤੀ ਹੈ, ਸਾਡੇ ਜੀਵਨ ਮੁਕਤੀ ਹੈ। ਉਹ ਮਰੇ ਤੇ ਮੁਕਤੀ ਕਹਿੰਦੇ ਹੋ ਜਾਂਦੀ ਹੈ, ਅਸੀਂ ਜਿਉਂਦੇ ਮੁਕਤੀ ਕਹਿੰਦੇ। ਮੁਕਤੀਆਂ ਵੀ ਸਾਡੀ ਫਰਕ ਹੈ ਉਹਨਾਂ ਦੀ ਮੁਕਤੀ ਦੀ। ਜੀਵਨ ਮੁਕਤ ਸਵਾਕੀ ਹੈ, ਮਰ ਜੀਵੇ ਮਰਿਆ, ਮਰਿਆ ਹੋਇਆ ਵੀ ਜਿਉਂਦਾ ਹੈ। ਮਰ ਜੀਵੇ ਦਾ ਮਤਲਬ ਕੀ ਹੈ? ਮਰਿਆ ਹੋਇਆ ਜਿਉਂਦਾ ਹੈ। ਉਹ ਮਰ ਜੀਵੇ, ਮਰਿਆ ਹੋਇਆ ਜਿਉਂਦਾ ਹੈ। ਆਪਣੇ ਮਰਜ਼ੀ ਛੱਡੀ ਹੋਈ ਹੈ, ਉਹ ਜਿਉਂਦਾ ਹੀ ਹੈ। ਸਾਡੀ ਮਰਜ਼ੀ ਛੁੱਟਦੀ ਹੈ ਮਰ ਕੇ, ਜਿਉਂਦੇ ਦੀ ਮਰਜ਼ੀ ਨਹੀਂ ਛੁੱਟਦੀ। ਅੱਖਾਂ ਦੇ ਇਸ਼ਾਰਿਆਂ ਨਾਲ ਆਪਣੀ ਮਰਜ਼ੀ ਦੱਸ ਰਿਹਾ ਮੁੰਡਿਆਂ ਨੂੰ, ਐਂ ਕਰਿਓ ਐਂ ਕਰਿਓ। ਉਹ ਆਪਣੀ ਮਰਜ਼ੀ ਦੇ ਇਸ਼ਾਰੇ ਦੇ ਰਿਹਾ, ਪੜਨ ਲੱਗਿਆ ਵੀ ਪ੍ਰਭਾਵ ਪਾ ਰਿਹਾ ਆਪਣੀ ਅੱਖਾਂ ਦਾ, ਇਸ਼ਾਰਿਆਂ ਦਾ। ਇਹ ਮਰਜ਼ੀ ਨਹੀਂ ਛੱਡਦਾ ਹੈ ਜਿਉਂਦਾ। ਜਿਹਨੇ ਜਿਉਂਦੇ ਨੇ ਮਰਜ਼ੀ ਛੱਡਤੀ, ਉਹ ਜੀਵਨ ਮੁਕਤ ਹੈ। ਉਹਦੇ ਗਾਹਾਂ ਹੈ। ਫਿਰ ਕੀ ਹੋ ਗਿਆ? ਫਿਰ ਇੱਕੋ ਹੋ ਗਿਆ, ਅੰਦਰ ਔਰ ਬਾਹਰਲਾ ਇੱਕ ਹੋ ਗਿਆ। ਅੰਦਰ ਬਾਹਰ ਇੱਕੋ ਜਾਣੋ, ਇੱਕੋ ਸਿਸ ਸਬਾਈ। ਇਹ ਕੌਣ? ਇਹ ਕੰਮਕਾਰ ਹੈ, ਇਹ ਕੰਮਕਾਰ ਔਰ ਨਹੀਂ ਦੂਜਾ। ਨਾਨਕ ਇੱਕ ਸਮਾਈ, ਇਹ ਇੱਕ ਹੀ ਸਮਾਉਂਦਾ ਗਾਹਾਂ ਜਾ ਕੇ ਸ਼ਬਦ ਦੇ ਵਿੱਚ, ਦਰਗਾਹ 'ਚ। ਇਹ ਆਪੇ ਕੰਮਕਾਰ ਹੈ। ਫਿਰ ਇੱਕ ਕੰਮਕਾਰ ਅਮਰ ਨਹੀਂ, ਦੂਜਾ ਹੋਰ ਕੁਝ ਨਹੀਂ ਰਿਹਾ। ਫਿਰ ਦੂਜਾ ਕਿੱਥੇ ਰਿਹਾ? ਦੂਜਾ ਮਨ ਤਾਂ ਮਰ ਗਿਆ। ਨਾਨਕ ਇੱਕ ਸਮਾਈ, ਇਹ ਇੱਕ ਹੀ ਸਮਾਉਂਦਾ ਹੈ। ਇਹੀ ਸ਼ਬਦ ਦੇ ਵਿੱਚ ਗੁਰ ਸ਼ਬਦ ਸਮਾਵੇ, ਅਵਲ ਨਾ ਜਾਣੇ ਕੋਈ ਜੀਓ। ਬਸ ਇਹਦੀ ਸੁਰਤ ਤੇ ਸ਼ਬਦ ਵਿੱਚ ਸਮਾਉਂਦੀ ਹੈ। ਫਿਰ ਸਾਰੀ ਬਾਣੀ ਸਪਸ਼ਟ ਗੱਲ ਕਰਦੀ ਹੈ। ਧਿਆਨ ਕੌਣ ਦਿੰਦਾ? ਧਿਆਨ ਤਾਂ ਹਵੜ ਦਬੜ ਦੇ ਵਿੱਚ, ਧਿਆਨ ਤਾਂ ਬੋਲੇ ਸੋਨੇ ਵਾਲ 'ਚ, ਧਿਆਨ ਤਾਂ ਨਾਰਿਆਂ 'ਚ, ਇਹ ਦਰਦ ਲਾਉਣ 'ਚ, ਇਹਦਾ ਧਿਆਨ ਹੈ ਬਾਣੀ 'ਚ। ਬਾਣੀ ਤੇ ਨਾ ਲੈਣਾ ਕੀ ਹੈ ਨਾਲੇ? ਹਾਂਜੀ
ਨੌ ਡਾਡੀ 10 ਮੁਨਸਬ ਧਾਵੇ ਰਹੀਤ ਬਸਣਾ ਦੇਹੀ ਰਹੀਤ ਬਸਣਾ ਦੇਹੀ, ਇਹ ਨਹੀਂ ਬਸਣ ਦਿੰਦੇ ਸੰਸਾਰ ਨੂੰ। ਆ ਸਰੀਰ ਨਹੀਂ ਬਸਣ ਦਿੰਦਾ। ਸਰੀਰ ਕਿਸ਼ਤੀ ਸੀ ਭਵਸਾਗਰ ਤਰਨ ਵਾਸਤੇ, ਨਾਮ ਦੇ ਜਹਾਜ਼ ਤੱਕ ਪਹੁੰਚਣ ਵਾਸਤੇ, ਪਰ ਇਹੀ ਅੜਕਾ ਬਣ ਗਈ। ਇਹ ਸਰੀਰ ਅੜਕਾ ਬਣ ਗਿਆ ਭਵਸਾਗਰ ਤਰਨ ਤੋਂ। ਵੱਡਾ ਅੜਕਾ ਸਰੀਰ ਹੈ। ਹੁਣ ਇਹੀ ਗੱਲ ਕਹਿ ਰਿਹਾ, ਰਹੀਅਤ ਬਸਣਾ ਦੇਹੀ, ਇਹੀ ਨਹੀਂ ਟਿਕਣਾ ਦਿੰਦੇ। ਰਹੀਅਤ ਸਰੀਰ ਇਹ ਨਹੀਂ ਟਿਕਣਾ ਦਿੰਦਾ। ਜਿਹੜਾ ਹੁਣ ਜੋਗੀ ਹੈ ਜਾਂ ਸਾਧ ਹੈ, ਉਹ ਤਾਂ ਕੱਲਾ ਹੀ ਹੈ। ਉਹਦੇ ਕੋਲ ਤਾਂ ਕੱਲਾ ਆਪਣਾ ਸਰੀਰ ਹੈ, ਜਵਾਕ ਹੈ ਨਹੀਂ। ਉਹਨਾਂ ਨੇ ਮੰਨ ਲਿਆ ਵੀ ਭਾਈ ਖਰਨੀ ਆ ਜਿਹੜੇ ਜਵਾਕ ਨੇ ਹੋਰ ਇਹਦੇ ਕਰਕੇ ਹੀ ਖਾਣੀ ਅਸੀਂ ਪਰੇਸ਼ਾਨੀ ਹੈ, ਤਾਂ ਕਰਕੇ ਸਾਡਾ ਮਨ ਨਹੀਂ ਟਿਕਦਾ। ਉਹ ਵੀ ਦੇਖ ਲਿਆ ਕਰਕੇ, ਕੱਲਿਆਂ ਦਾ ਕਿਹੜਾ ਮਨ ਟਿਕ ਗਿਆ। ਉਹ ਕਹਿ ਰਿਹਾ ਕੱਲੇ ਦਾ ਵੀ ਨਹੀਂ ਟਿਕਣਾ, ਕੱਲਾ ਸਰੀਰ ਹੈ ਬਹੁਤ ਹੈ ਤੁਹਾਡੇ ਵਾਸਤੇ। ਆਪਣਾ ਸਰੀਰ ਨਹੀਂ ਟਿਕਣਾ ਦਿੰਦਾ ਮਨ ਨੂੰ। ਜੇ ਔਲਾਦ ਨਾ ਵੀ ਹੋਵੇ ਤਾਂ ਵੀ ਨਹੀਂ ਮਨ ਟਿਕ ਸਕਦਾ ਜਿੰਨਾ ਚਿਰ ਆਪਣਾ ਸਰੀਰ ਹੈ। ਇੱਕੋ ਹੀ ਗੱਲ ਹੈ, ਜਿਹੜਾ ਆਪਣੇ ਸਰੀਰ ਤੋਂ ਗਾਂ ਉੱਠ ਗਿਆ ਉਹ ਸੰਸਾਰ ਨੂੰ ਪਹਿਲਾਂ ਹੀ ਉੱਠ ਗਿਆ। ਅਖੀਰ ਤਾਂ ਆਪਣੇ ਸਰੀਰ ਤੇ ਉਹ ਬਾਹਰੋਂ ਤੋੜਦਾ ਆਪਣੇ ਸਰੀਰ ਤੇ ਆ ਜੂ। ਇਹ ਤੋਂ ਖੜਾ ਆਖਰੀ ਛੁੱਟਣਾ। ਜੇ ਘਰਦਿਆਂ ਨਾਲ ਨਾਰਾਜ਼ ਹੋ ਜਾਂਦਾ, ਆਪਣਾ ਸਰੀਰ ਤਾਂ ਰਹਿ ਜਾਂਦਾ ਨਾ। ਸਾਰਿਆਂ ਨਾਲ ਤੋੜ ਲੈਂਦਾ ਰਿਸ਼ਤੇਦਾਰ, ਆਪਣਾ ਸਰੀਰ ਤਾਂ ਫਿਰ ਵੀ ਰਹਿ ਗਿਆ ਨਾ। ਇਹਦੇ ਨਾਲ ਖੜਾ ਕਿਵੇਂ ਛਡਾਊਗਾ। ਆਖਰੀ ਗੰਢ ਇਹ ਸਰੀਰ ਨਾਲ ਹੈ ਮਾਇਆ ਦੀ। ਇਹਦੇ ਨਾਲ ਕਿਵੇਂ ਖੋਲੇ? ਹੁਣ ਮਨ ਕੇ ਇਹਦੇ ਨਾਲ ਤੋੜਿਆ ਸੀ, ਇਹਦੇ ਨਾਲ ਹੀ ਖੋਲਣੀ ਹੈ। ਜਿਹਨੇ ਇਹਦੇ ਨਾਲ ਖੋਲਣੀ ਹੈ ਉਹ ਕਿਹਾ ਤੁਮ ਸੰਗ ਜੋੜ ਅਮਰ ਸੰਗ ਕੋੜੀ ਤੋੜੀ। ਉਹਦਾ ਅਮਰ ਸੰਗ ਪਹਿਲੇ ਟੁੱਟ ਜਾਣੀ ਹੈ, ਜਾਂ ਇਹਦੇ ਨਾਲ ਤੋੜ ਲਈ ਅਮਰ ਸੰਗ ਟੁੱਟ ਗਈ। ਆਹੀ ਅਵਰ ਹੈ, ਸਰੀਰ ਅਵਰ ਹੈ। ਅਵਰ ਸਰੀਰ ਹੈ। ਅਵਰ ਕਾਜ ਕੀ ਹੈ? ਸਰੀਰ ਦੇ ਕੰਮ ਅਵਰ ਕਾਜ ਨੇ। ਅਵਰ ਨਾਲ ਸਰੀਰ ਵਾਸਤੇ ਆਇਆ ਹੋਇਆ, ਮਾਇਆ ਵਾਸਤੇ ਆਇਆ ਹੋਇਆ। ਅਵਰ ਕਾਜ ਸਰੀਰ ਦੇ ਕੰਮ ਨੇ ਜਿਹੜੇ ਅਵਰ ਕਾਜ ਨੇ। ਅਵਰ ਕਾਜ ਤੇਰੇ ਕਿਤੇ ਨਾ ਕੰਮ। ਜਿਹਨੇ ਸਰੀਰ ਵਾਸਤੇ ਕੰਮ ਕਰਦਾ ਤੇਰੇ ਕਿਸੇ ਕੰਮ ਨਹੀਂ। ਮੇਰੇ ਸਾਥ ਸੰਬੰਧ ਭੱਜ ਗਏ ਵੱਲੋਂ। ਇੱਕ ਤੂੰ ਹੈ, ਇੱਕ ਹੋਰ ਕੀ ਹੈ? ਹੋਰ ਨਾਲ ਸਰੀਰ ਹੈ। ਤੂੰ ਆਪ ਹੈ, ਤੂੰ ਤਾਂ ਜੋ ਸਰੂਪ ਹੈ। ਦੂਜਾ ਕੌਣ ਹੈ ਤੇਰੇ ਨਾਲ? ਦੂਜਾ ਸਰੀਰ ਹੈ। ਹੋਰ ਕੀ ਹੈ? ਆਪਣੇ ਵਾਸਤੇ ਕਰ, ਸਰੀਰ ਵਾਸਤੇ ਪਰਮੇਸ਼ਰ ਆਪੇ ਕਰ ਰਿਹਾ। ਉਹਦਾ ਹੀ ਹੈ, ਉਹਦਾ ਹੀ ਦਿੱਤਾ ਹੋਇਆ ਹੈ। ਇਹ ਜੋ ਬਿਮਾਰੀ ਉਹਦੀ ਹੋਈ ਹੈ, ਤੈਨੂੰ ਬਹੁਤੀ ਦੀ ਚਿੰਤਾ ਦੀ ਲੋੜ ਨਹੀਂ। ਤੇਰਾ ਇੰਨਾ ਜਿਹਾ ਪਿਆਸ ਲੱਗਦੀ ਹੈ, ਤੈਨੂੰ ਮਹਿਸੂਸ ਹੁੰਦੀ ਹੈ, ਪਾਣੀ ਪੀ ਲਿਆ ਕਰ। ਪਾਣੀ ਉਹਨੇ ਬਥੇਰਾ ਪੈਦਾ ਕੀਤਾ ਹੋਇਆ। ਪਾਣੀ ਕੋਈ ਤੈਨੂੰ ਮੁੱਲ ਨਹੀਂ ਲੈਣਾ ਪੈਂਦਾ। ਰੋਟੀ ਵੇਲਾ ਕਵੇਲਾ ਹੋ ਜੂ, ਸਰ ਜੂਗਾ। ਪਾਣੀ ਦਾ ਵੀ ਮਾੜਾ ਮੋਟਾ ਵੇਲਾ ਦੇਖੋ। ਸਾਹ ਦਾ ਇੱਕ ਸਾਹ ਨਹੀਂ ਸਰਦਾ। ਹਵਾ ਫਰੀ ਹੈ, ਪਾਣੀ ਫਰੀ ਹੈ। ਜੇ ਦੋ ਚੀਜ਼ਾਂ ਫਰੀ ਨਾ ਹੁੰਦੀਆਂ ਫਿਰ ਤਾਂ ਔਖਾ ਸੀ। ਦੋਵੇਂ ਫਰੀ। ਰੋਟੀ ਵਾਸਤੇ ਥੋੜਾ ਬਹੁਤਾ ਕੁਝ ਕਰਨਾ ਪੈਂਦਾ, ਉਹ ਵੀ ਨਹੀਂ ਕਰਨਾ ਪੈਂਦਾ। ਜੇ ਜੰਗਲ ਤੇ ਉੱਥੇ ਵੀ ਜਾਨਵਰ ਕੀ ਕਰਦੇ ਨੇ ਰੋਟੀ ਵਾਸਤੇ? ਬਾਹਰ ਜੰਗਲ ਤੁਰ ਫਿਰ ਕੇ ਖਾ ਲੈਂਦੇ ਜੋ ਲੱਭਦਾ। ਇਹ ਜਿਹੜਾ ਜ਼ਿਆਦਾ ਸੁਖਾਂ 'ਚ ਪੈ ਗਿਆ ਜ਼ਿਆਦਾ ਦੁਖੀ ਹੋ ਗਿਆ। ਜਿੰਨਾ ਆਦਮੀ ਜ਼ਿਆਦਾ ਸੁਖਾਂ 'ਚ ਪਿਆ ਨਾ, ਉਹਨਾਂ ਜ਼ਿਆਦਾ ਦੁਖੀ ਇਹੀ ਹੈ। ਸਾਨੂੰ ਕਾਰ ਚਾਹੀਦੀ ਹੈ, ਸਾਈਕਲ ਚਾਹੀਦਾ, ਸਕੂਟਰ ਚਾਹੀਦਾ, ਬੈੱਡ ਚਾਹੀਦਾ, ਮੰਜਾ ਚਾਹੀਦੇ ਨੇ। ਦੁਖੀ ਵੀ ਉਹ ਅਸੀਂ ਹੋਈਏ। ਡੰਗਰਾਂ ਨੂੰ ਕੁਛ ਨਹੀਂ ਚਾਹੀਦਾ, ਉਹ ਸੁਖੀ ਵੀ ਸਾਡੇ ਨਾਲੋਂ ਜ਼ਿਆਦਾ ਨੇ। ਪਸ਼ੂਆਂ ਨੂੰ ਕੁਛ ਨਹੀਂ ਚਾਹੀਦਾ, ਜਾਨਵਰਾਂ ਨੂੰ ਕੁਛ ਨਹੀਂ ਚਾਹੀਦਾ। ਉਹ ਹਾਂ ਜਦ ਮੀਂਹ ਨੇਰੀ ਆਉਂਦੀ ਹੈ ਥੋੜਾ ਜਿਹਾ ਦੁਖੀ ਹੋ ਲੈਂਦੇ ਨੇ, ਬਸ ਸਾਰਾ ਸਾਲ ਸੁਖੀ ਨੇ। ਬਸ ਅਸੀਂ ਉਹਨਾਂ ਦਾ ਥੋੜਾ ਦੁੱਖ ਦੇਖ ਕੇ ਬਹੁਤਾ ਦੁੱਖ ਖਰੀਦ ਲਿਆ। ਥੋੜੇ ਦੁੱਖ ਤੋਂ ਭੱਜ ਕੇ ਬਹੁਤਾ ਦੁੱਖ ਲਗਾਤਾਰ ਦੁੱਖ ਖਰੀਦ ਲਿਆ। ਥੋੜੇ ਟਾਈਮ ਦਾ ਦੁੱਖ ਤੋਂ ਡਰ ਕੇ ਬਹੁਤੇ ਟਾਈਮ ਦਾ ਦੁੱਖ ਖਰੀਦ ਲਿਆ। ਹਰ ਵਕਤ ਦਾ ਦੁੱਖ ਖਰੀਦ ਲਿਆ ਆਦਮੀ। ਬਾਕੀ ਦਾ ਥੋੜੇ ਟਾਈਮ ਦਾ ਦੁੱਖ ਹੈ। ਜਾਨਵਰਾਂ ਨੂੰ ਹੈ, ਉਹਨਾਂ ਨੂੰ ਵੀ ਉਹਨਾਂ ਨੂੰ ਥੋੜੇ ਟਾਈਮ ਦਾ ਦੁੱਖ। ਉਹ ਤਾਂ ਡਰਦੇ ਆਏ ਅਸੀਂ ਸਾਰੇ 24 ਘੰਟੇ ਦਾ ਦੁੱਖ ਖਰੀਦ ਲਿਆ ਆਦਮੀ। ਨੌ ਡਾਡੀ 10 ਮੁਰਸ਼ਦ ਧਾਵੇ ਰਹੀਤ ਬਸਣਾ ਦੇਹੀ। ਇਹ ਨਹੀਂ ਬਸਣ ਦਿੰਦੇ। ਡੋਰੀ ਪੂਰੀ ਮਾਪੇ ਨਹੀਂ
ਬਹੁ ਵਿਸ਼ਟਾਲਾ ਨਹੀਂ। ਡੋਰੀ ਪੂਰੀ ਮਾਪੇ ਨਹੀਂ, ਫਿਰ ਗਿਆਨ ਅੰਦਰ ਇਹੋ ਜਿਹੇ ਨੇ। ਇੱਕੋ ਜਿਹੀ ਡੋਰੀ ਨਹੀਂ ਆ ਸਾਰਿਆਂ ਦੀ, ਕੋਈ ਨੂਣ ਵੱਧ ਖਾਂਦਾ, ਕੋਈ ਘੱਟ ਖਾਂਦਾ। ਇਹ ਕਹਿੰਦਾ ਵੀ ਨੂਣ ਤੇਜ਼ ਸੀ, ਉਹ ਕਹਿੰਦਾ ਕਿੱਥੇ ਸੀ ਤੇਜ਼, ਠੀਕ ਹੈ ਸੀ। ਪੂਰੀ ਡੋਰੀ ਹੋ ਗਈ ਦੋਹਾਂ ਦੀ, ਡੋਰੀ ਤਾਂ ਪੂਰੀ ਹੋਈ ਨਹੀਂ। ਨੂਣ ਦਿਖਾ ਦੋ ਕਿਸੇ ਨੂੰ, ਮਿਰਚ ਦਿਖਾ ਦੋ, ਕਹਿੰਦਾ ਨਹੀਂ ਠੀਕ ਹੈ। ਉਹ ਕਹਿੰਦਾ ਠੀਕ ਕਿੱਥੇ ਹੈ, ਇਹ ਤਾਂ ਉਹਦੇ ਨਹੀਂ ਧਰ ਹੁੰਦੀ। ਡੋਰੀ ਪੂਰੀ ਹੋ ਗਈ, ਉਹਦੀ ਡੋਰੀ ਹੋਰ, ਉਹਦੀ ਹੋਰ ਹੈ। ਡੋਰੀ ਆਪਣੀ ਆਪਣੀ ਹੈ, ਪੂਰੀ ਡੋਰੀ ਵੀ ਨਹੀਂ ਹੈ ਕਿਸੇ ਦੀ। ਪੈਮਾਨਾ ਵੀ ਆਪਣਾ ਆਪਣਾ ਦੇਖਣ ਦਾ ਪੈਮਾਨਾ। ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ, ਦੂਰ ਨੂੰ ਨਹੀਂ ਲੱਗਦੀ। ਕਿਸੇ ਦਾ ਖੱਟਾ ਖਾਣ ਨੂੰ ਜੀ ਕਰਦਾ, ਕਿਸੇ ਦਾ ਮਿੱਠਾ ਖਾਣ ਨੂੰ ਜੀ ਕਰਦਾ। ਡੋਰੀ ਕਿਸੇ ਦੀ ਵੀ ਪੂਰੀ ਨਹੀਂ ਹੈ। ਕੋਈ ਜ਼ਿਆਦਾ ਗਰਮ ਪਾਣੀ ਨਾਲ ਆਉਂਦਾ, ਕੋਈ ਠੰਡੇ ਨਾਲ ਆਉਂਦਾ, ਕੋਈ ਘੱਟ ਨਾਲ ਪੈਣਾ। ਇਹ ਤਾਂ ਅੱਗ ਵਰਗਾ ਪਾਣੀ ਪਿਆ, ਕਹਿੰਦਾ ਮੈਂ ਤਾਂ ਇਹ ਜਨਾ ਨਹਾਉਣਾ। ਡੋਰੀ ਪੂਰੀ ਕਿਸੇ ਦੀ ਵੀ ਨਹੀਂ ਹੈ। ਇੱਕ ਨਹੀਂ ਫਾਰਮੂਲਾ ਕਿਸੇ ਦਾ, ਇੱਕ ਫਾਰਮੂਲਾ ਇਹਨਾਂ ਦਾ ਹੈ ਹੀ ਨਹੀਂ। ਆਪਣੀ ਆਪਣੀ ਮਰਜ਼ੀ ਹੈ ਇਹਨਾਂ ਦੀ ਵੀ, ਇਹਨਾਂ ਦੀ ਵੀ ਆਪਣੀ ਆਪਣੀ ਡੋਰੀ ਹੈ। ਇੱਕ ਨੰਗੇ ਪੈਰ ਚੱਲਦਾ ਧੁੱਪ 'ਚ, ਕਹਿੰਦਾ ਮੇਰੇ ਤਾਂ ਪੈਰ ਨਹੀਂ ਜਲਦੇ। ਇਹ ਕਹਿੰਦਾ ਮੇਰੇ ਤਾਂ ਠੰਡੇ, ਮੈਂ ਤਾਂ ਊਂਬ ਨਹੀਂ ਚੱਲ ਸਕਦਾ ਬਿਨਾਂ ਗਰਮੀ ਤੇ, ਨੰਗੇ ਪੈਰੀ ਮੇਰੇ ਤਾਂ ਥੱਲੇ ਧਰਤੀ ਚੁੱਭਦੀ ਹੈ। ਡੋਰੀ ਪੂਰੀ ਉਹਦੇ ਵੀ ਹੈ। ਇੱਕ ਝੱਗਾ ਦੇ ਪਿਆ, ਕੰਡਿਆਂ ਦੇ ਪਿਆ। ਇੱਕ ਖਾਲੀ ਮੰਜੇ ਤੇ ਬਿਨਾਂ ਡੈਲੇ ਤੇ ਨਹੀਂ ਪੈ ਸਕਦਾ। ਡੋਰੀ ਪੂਰੀ ਉਹ ਵੀ ਨਹੀਂ ਹੈ। ਡੋਰੀ ਪੂਰੀ ਨਹੀਂ ਹੈ। ਉੱਥੇ ਵੀ ਭਿੰਨ ਭੇਦ ਨੇ ਆਪਸ ਵਿੱਚ ਵੀ ਮਤ ਨਹੀਂ ਮਿਲਦੀ ਇਹਨਾਂ ਦੀ। ਮਾਪੇ ਨਾ ਹੀ ਬਹੁ ਵਿਸ਼ਟਾਲਾ ਨਹੀਂ। ਟੈਕਸ ਪੂਰਾ ਸਾਰਿਆਂ ਦਾ, ਲੋੜਾਂ ਸਭ ਦੀਆਂ ਪੂਰੀਆਂ ਬੇਅੰਤ ਨੇ। ਲੋੜਾਂ ਸਰੀਰ ਦੀਆਂ ਹੀ ਨੇ ਨਾ, ਲੋੜਾਂ ਸਭ ਦੀਆਂ ਜ਼ਿਆਦਾ ਨੇ। ਵਿਸ਼ਟਾਲਾ ਬਹੁਤ ਪੂਰਾ ਹੀ ਦੇਣਾ ਪੈਂਦਾ ਹੈ। ਜਿੰਨਾ ਮਰਜ਼ੀ ਕੰਮ ਕਰੀ ਜਾ, ਜਿੰਨਾ ਮਰਜ਼ੀ ਕਮਾਈ ਜਾ, ਫਿਰ ਵੀ ਨਹੀਂ ਰਹਿੰਦੇ ਇਹ ਸਹੂਲਤਾਂ ਨਾਲ। ਸਹੂਲਤਾਂ ਨਾਲ ਨਹੀਂ ਰਹਿੰਦੇ, ਸਰੀਰ ਦੀਆਂ ਸਹੂਲਤਾਂ ਨਾਲ ਸਰੀਰ ਰਹਿੰਦਾ। ਸਹੂਲਤਾਂ ਵਿਸ਼ਟਾਲਾ ਕੀ ਹੈ? ਟੈਕਸ ਜਿੰਨਾ ਮਰਜ਼ੀ ਮਾਇਆ ਹੋਵੇ ਉਹਦੇ ਨਾਲ ਰਹਿੰਦਾ ਨਹੀਂ। ਜਿੰਨੀਆਂ ਮਰਜ਼ੀ ਸਹੂਲਤਾਂ ਦੇ ਲੈ, ਸਹੂਲਤਾਂ ਫਿਰ ਥੋੜੀਆਂ ਨੇ, ਕੋਈ ਨਾ ਕੋਈ ਲੋੜ ਹੋਰ ਚਾਹੀਦੀ ਹੈ। ਉਹਦਾ ਹੱਦ ਕੋਈ ਨਹੀਂ, ਸਹੂਲਤਾਂ ਦੀ ਹੱਦ ਕੋਈ ਨਹੀਂ ਹੈ। ਮਾਇਆ ਜਿਹਨੇ ਵਿਸ਼ਟਾਲਾ ਮਾਇਆ ਨਾ, ਮਾਇਆ ਜਿਹਨੇ ਮਰਜ਼ੀ ਹੋਵੇ ਥੋੜੀ ਥੋੜੀ ਹੈ। ਇਹਨਾਂ ਨੂੰ ਸਹੂਲਤਾਂ ਜਿਹਨੇ ਮਰਜ਼ੀ ਹੋਣ ਥੋੜੀਆਂ ਥੋੜੀਆਂ ਨੇ। ਜਦੋਂ ਕਾਰ ਆ ਕਹਿੰਦਾ ਹਵਾਈ ਜਹਾਜ਼ ਹੋਵੇ ਤਾਂ ਹੀ ਬੜਾ ਲੱਗਦਾ। ਪੈਦਲ ਕਹਿੰਦਾ ਸੀ ਮੇਰੇ ਕੋਲ ਘੋੜਾ ਹੋਵੇ ਜਾਂ ਕੋਈ ਚੀਜ਼ ਚਲੋ ਸਵਾਰੀ ਹੋਵੇ। ਸਾਈਕਲ ਹੋ ਗਿਆ, ਫਿਰ ਸਕੂਟਰ ਹੋ ਗਏ, ਮੋਟਰਸਾਈਕਲ ਹੋ ਗਏ, ਕਾਰ ਹੋ ਗਈ। ਉਹ ਮੋਟਰਸਾਈਕਲ ਵਾਲਾ ਕਹਿੰਦਾ ਵੀ ਬਾਰਿਸ਼ ਦੇ ਵਿੱਚ ਬਹੁਤ ਔਖਾ ਭਾਈ, ਨੇਰੀ ਆ ਜਾਂਦੀ ਹੈ, ਕਾਰ ਚਾਹੀਦੀ ਹੈ। ਕਾਰ ਵਾਲਾ ਕਹਿੰਦਾ ਏਸੀ ਚਾਹੀਦਾ, ਗਰਮੀ ਹੈ। ਹਾਂ ਤਾਂ ਕਹਾਂ ਵਧੀ ਜਾਂਦੀ ਹੈ ਗੱਲ। ਬਹੁਤ ਵਿਸ਼ਟਾਲਾ ਨਹੀਂ। ਆਰਾਮ ਜਿੰਨਾ ਕੁ ਦੇ ਦੋ ਹੋਰ ਆਰਾਮ ਮੰਗਦਾ। ਜੈ ਜਾਂ ਟੇਸਟੀ ਸਵਾਦ ਦੇ ਦੋ ਹੋਰ ਗਾਹਾਂ ਮੰਗਦਾ। ਜੈ ਜਾਂ ਦੇਖਣ ਨੂੰ ਦੇ ਦੋ ਹੋਰ ਚੰਗਾ ਮੰਗਦਾ। ਜੇ ਵਧੀਆ ਚੀਜ਼ ਬਣਾਤੀ ਉਹ ਤਾਂ ਜਦੇ ਜੀ ਲੈ ਜਾਂਦਾ, ਕਹਿੰਦਾ ਨਹੀਂ ਆਹ ਵਧੀਆ, ਨਵਾਂ ਫੈਸ਼ਨ ਆ ਗਿਆ। ਇਹਦੀ ਹੱਦ ਕੋਈ ਨਹੀਂ, ਸਬਰ ਕੋਈ ਨਹੀਂ ਹੈ ਇਹਨਾਂ ਨੂੰ। ਜਿਵੇਂ ਰਿਸ਼ਵਤ ਮੰਗਦੇ ਨੇ ਨਾ ਅਫਸਰ, ਸਬਰ ਕੋਈ ਨਹੀਂ, ਸਬਰ ਨਹੀਂ ਹੈ ਨਾ, ਸਬਰ ਹਿੱਲਿਆ ਹੋਇਆ। ਉਹ ਵਿਸ਼ਟਾਲਾ ਨਹੀਂ। ਹਾਂਜੀ, ਬਿਹਤਰ ਘਰ ਇੱਕ ਪੁਰਖ ਸਮਾਇਆ, ਉਹਦੀਆਂ ਆ ਜਿਹੜਾ ਘਰ ਹੈ ਇਹ ਹਿਲਦਾ। ਇੱਥੇ ਪੁਰਖ ਦੀ ਗੱਲ ਆਈ ਹੈ, ਉੱਥੇ ਬੁੜਸੁਬ ਦੀ ਗੱਲ ਆਈ ਸੀ ਨਾ। ਬੁੜਸੁਬ ਦੀ ਗੱਲ ਹੈ, ਤਿਰਕੁਟੀ ਹੈ। ਆ ਬਿਹਤਰ ਇਹ ਘਰ ਬਿਹਤਰ ਹੈ, ਇਹ ਘਰ ਠੀਕ ਹੈ। ਇਹ ਸਾਰਿਆਂ ਨੂੰ ਬਿਹਤਰ ਇੱਕੋ ਹੀ ਘਰ ਹੈ, ਬਸ ਹਿਰਦਾ ਹੀ ਬਿਹਤਰ ਹੈ, ਸਾਰਾ ਬਾਕੀ ਸਭ ਬੇਕਾਰ ਹੈ। ਬਿਹਤਰ ਚੀਜ਼ ਹੈ ਜੇ ਕੁਝ ਹੈ, ਵਧੀਆ ਚੀਜ਼ ਜੇ ਕੋਈ ਹੈ ਤਾਂ ਹਿਰਦਾ ਬਿਹਤਰ ਹੈ। ਜੋ ਹੋਰ ਕੱਖ ਵੀ ਨਹੀਂ ਬਿਹਤਰ ਹੈ ਸਰੀਰ। ਇਹ ਬਿਹਤਰ ਦਾ 72 ਲਿਖਿਆ ਹੋਇਆ ਉਹਨਾਂ ਨੇ, ਹੱਥ ਕੀਤੇ ਹਨ। ਬਿਹਤਰ ਨੂੰ 72 ਬਣਾਤਾ ਚੱਕ ਕੇ।
ਪੁਰਖ ਇੱਕ ਆ 72 ਘਰਾਂ ਨਹੀਂ ਕਿਵੇਂ ਸਮਾ ਗਏ ਕਿਹੜੇ ਕਿਹੜੇ ਘਰ ਨੇ ਦੱਸਣ 72 ਕਿੱਥੇ ਲਿਖੇ ਨੇ ਹੋਰ 72 ਘਰ ਤਾਂ ਇੱਕ ਹੈ ਘਰ ਤਾਂ ਇੱਕੋ ਹੀ ਹੈ ਘਰ ਇੱਕ ਪੁਰਖ ਬਸਾਇਆ ਉਹਨਾਂ ਦੀਆਂ ਨਾਮ ਲਿਖਾਈ ਇੱਕ ਹੈ ਨਾ ਉਹਨਾਂ ਦੀਆਂ ਨਾਮ ਲਿਖਾਈ ਉਹਨੇ ਕੀ ਕੀਤਾ ਉਹਨੇ ਇਹਦੇ ਤੇ ਕੁਝ ਪੱਟੀ ਤੇ ਲਿਖਤਾ ਇਹਦੇ ਹਿਰਦੇ ਹੀ ਲਿਖ ਲਿਓ ਨਾ ਉਹਨੇ ਨੂੰ ਲਿਖਾਤਾ ਲਿਖਿਆ ਨੇ ਆਪੇ ਮੰਨ ਉਹਦੀ ਉਹ ਨਾਮ ਲਿਖਾਈ ਹਾਂ ਉਹਨੇ ਲਿਖਾਤਾ ਇਹਨੂੰ ਵੀ ਆ ਲਿਖ ਲੈ ਮੇਰੀ ਗੱਲ ਆਪਾਂ ਕਹਿੰਦੇ ਮੇਰੀ ਗੱਲ ਆ ਲਿਖ ਲੈ ਇਹਨੂੰ ਇੱਕ ਗੱਲ ਲਿਖਾਤੀ ਵੀ ਇਹਨੂੰ ਪੱਲੇ ਬੰਨ ਲੈ ਮੇਰੀ ਗੱਲ ਸੁਣ ਲੈ ਇਹ ਜਿਹੜਾ ਸਰੀਰ ਦੇ ਬੰਦਾ ਇਹਨਾਂ ਨੂੰ ਤੋੜੇ ਲੈ ਚੰਗੀ ਗੱਲ ਹੈ ਇਹਨਾਂ ਨੇ ਨਹੀਂ ਤੈਨੂੰ ਇਹ ਤਾਂ ਜਿੱਥੇ ਤੋਂ ਪੈਦਾ ਹੋਇਆ ਸਰੀਰ ਇੱਥੇ ਹੀ ਰੱਖਣਾ ਚਾਹੁੰਦਾ ਹੈ ਅਸਲ ਗੱਲ ਇਹੀ ਪਿੰਜਰ ਹੈ ਸਰੀਰ ਪ੍ਰੇਤ ਪਿੰਜਰ ਹੈ ਤੂੰ ਪ੍ਰੇਤ ਹੈ ਜੇ ਮੋਹ ਕਰਦਾ ਤਾਂ ਇਹ ਪਿੰਜਰ ਹੈ ਜੇ ਪਿੰਜਰੇ ਚੋਂ ਬਾਹਰ ਨਾ ਨਿਕਲਿਆ ਮਾਰਿਆ ਜਾਏਗਾ ਪਿੰਜਰੇ ਰਹਿਣਾ ਕੋਈ ਪਸੰਦ ਕਰਦਾ ਇਹ ਤਾਂ ਤੇਰੇ ਵਾਸਤੇ ਪਿੰਜਰਾ ਬਣਾਇਆ ਵੀ ਜੇ ਲੱਗਿਆ ਰਹੇ ਜੀ ਲੱਗਿਆ ਰਹੇ ਉਲਝਿਆ ਰਹੇ ਜੀ ਲੱਗਿਆ ਹੋਇਆ ਤੇਰਾ ਸਹੂਲਤਾਂ ਵਾਸਤੇ ਇਹਨਾਂ ਦੀਆਂ ਵਾਸਤੇ ਪਿੰਜਰੇ ਜੇ ਸਾਹ ਟੁੱਟ ਜਾਣਾ ਸਾਹ ਆਖਰੀ ਪਿੰਜਰੇ ਦੇ ਵਿੱਚ ਆਉਣਾ ਤੈਨੂੰ ਜੇ ਆਖਰੀ ਸਾਹ ਪਿੰਜਰੇ ਦੇ ਵਿੱਚ ਉੜੇ ਆ ਕੇ ਜੇ ਪਿੰਜਰੇ ਦੇ ਬਾਹਰ ਆ ਪੰਛੀ ਉੱਡ ਜੂਗਾ ਪਿੰਜਰਾ ਇੱਥੇ ਰਹਿ ਜੂਗਾ ਪਿੰਜਰੇ ਦੇ ਵਿੱਚ ਪੰਛੀ ਮਰੂਗਾ ਤਾਂ ਬਹੁਤ ਬੜੇ ਉੜੂਗਾ ਉੜੂਗਾ ਪਿੰਜਰੇ ਦੇ ਵਿੱਚੇ ਉੜੂਗਾ ਟਾਈਮ ਆਊਗਾ ਮੌਤ ਦਾ ਜੇ ਉੜੂਗਾ ਪਿੰਜਰੇ ਦੇ ਵਿੱਚੇ ਵਿੱਚ ਉੜੂਗਾ ਬਾਹਰ ਤਾਂ ਨਹੀਂ ਉੜਦਾ ਜੇ ਉੱਪਰ ਬੈਠੇ ਪਿੰਜਰੇ ਦੇ ਜੋ ਕਹਿੰਦਾ ਅਸੀਂ ਪਿੰਜਰਾ ਲੈ ਕੇ ਜਾਣਾ ਬਈ ਪਿੰਜਰਾ ਚਾਹੀਦਾ ਉਹ ਕਹਿੰਦਾ ਲੈ ਜਾਓ ਉਡਾਰੀ ਮਾਰ ਉਹ ਉੱਡ ਜੂਗਾ ਪਿੰਜਰਾ ਲੈ ਜਾਓ ਜਿੱਥੇ ਮਰਜ਼ੀ ਜੇ ਬਾਹਰ ਬੈਠਾ ਕਿ ਅੰਦਰ ਬੈਠਾ ਜਿੱਥੇ ਪਿੰਜਰੇ ਦੇ ਨਾਲ ਜਾਊ ਜੇ ਪਿੰਜਰੇ ਦਾ ਮੋਹ ਹੈ ਇਹਦੇ ਅੰਦਰ ਤਾਂ ਪਿੰਜਰੇ ਦੇ ਵਿੱਚ ਹੈ ਜੇ ਮੋਹ ਛੱਡਿਆ ਹੋਇਆ ਫਿਰ ਬਾਹਰ ਬੈਠੋ ਬੈਠੋ ਉੱਤੇ ਬੈਠੋ ਵਿੱਚ ਨਾ ਬੈਠੋ ਬਸ ਇੰਨਾ ਹੀ ਫਰਕ ਹੈ ਜਿਹੜਾ ਹਿਰਦੇ 'ਚ ਬੈਠਾ ਉਹਦੇ ਉੱਤੇ ਬੈਠਾ ਮਨ ਦੇ ਉੱਤੇ ਬੈਠਾ ਮਨ ਦੇ ਉੱਤੇ ਬੈਠਣਾ ਉਹਨੇ ਮਨ ਦੇ ਵਿੱਚ ਨਹੀਂ ਬੈਠਣਾ ਬਸ ਹੁਣ ਮਨ ਦੇ ਵਿੱਚ ਹੈ ਨਾ ਮਨ ਮੈਂ ਆਪ ਹੈ ਨਾ ਮਨ ਤੋਂ ਬਾਹਰ ਨਿਕਲ ਕੇ ਮਨ ਦੇ ਉੱਤੇ ਬੈਠ ਜਾਓ ਬਸ ਮਨ ਉਹਦੇ ਅੰਦਰ ਆ ਗਿਆ ਉੱਤੇ ਆਪੇ ਹੋ ਗਿਆ ਜੇ ਮਨ ਉਹਦੇ ਕਹਿਣੇ ਜਾਂ ਮਨ ਦੇ ਉੱਤੇ ਆ ਮਨ ਨਹੀਂ ਜਾਂਦਾ ਉਹਦਾ ਨਿਕਲਦਾ ਮਨ ਛੱਡਦਾ ਨਹੀਂ ਸਰੀਰ ਨੂੰ ਜਿੱਥੇ ਮਨ ਰਹਿੰਦਾ ਉੱਥੇ ਰਹਿਣਾ ਪੈਂਦਾ ਉਹਨੂੰ ਜੇ ਧਿਆਨ ਰਹਿੰਦਾ ਉੱਥੇ ਰਹਿਣਾ ਪੈਂਦਾ ਉਹਨੂੰ ਹਾਂਜੀ ਇੱਕ ਪੁਰਖ ਬਸਾ ਇੱਕ ਪੁਰਖ ਸਮਾਇਆ ਉਹਦੀਆਂ ਨਾਮ ਲਿਖਾਈ ਉਹਨਾਂ ਦੀਆਂ ਨਾਮ ਲਿਖਾਈ ਉਹਨਾਂ ਨੂੰ ਗਿਆਨ ਲਿਖਾਤਾ ਕੁਝ ਅਕਲ ਦੀ ਗੱਲ ਲਿਖਾਤੀ ਧਰਮ ਰਾਏ ਦਾ ਦਫ਼ਤਰ ਸੋਧਿਆ ਬਾਕੀ ਰਿਜੂ ਨਾ ਕਾਈ ਕੀ ਲਿਖਾਤਾ ਉਹਨੇ ਲਿਖਾਤਾ ਵੀ ਤੂੰ ਕੱਖ ਵੀ ਨਹੀਂ ਕਰਦਾ ਧਰਮ ਰਾਏ ਨੂੰ ਇਹ ਕਹਿਦੀ ਵੀ ਮੈਂ ਤਾਂ ਵੀ ਜਦ ਤੁਸੀਂ ਇਹ ਮੰਨਦੇ ਹੋ ਵੀ ਪਰਮੇਸ਼ਰ ਕਰਦਾ ਸਭ ਕੁਝ ਤਾਂ ਮੇਰੇ ਦੇ ਦੋਸਤ ਕਿਹੜੀ ਗੱਲ ਦਾ ਦੱਸ ਆ ਸਮਝਾਤੀ ਵੀ ਜਿਹੜਾ ਕੁਝ ਮੈਂ ਅੱਜ ਤਾਈਂ ਮੰਨਦਾ ਸੀ ਕਰਦਾ ਮੈਂ ਉਹ ਮੈਂ ਗਲਤੀ ਸੀ ਪਰ ਹੁਣ ਤਾਂ ਮੈਂ ਮੰਨਦਾ ਨਹੀਂ ਅਸਲ 'ਚ ਮੇਰੀ ਗਲਤੀ ਸੀ ਜਿਹੜੀ ਮੈਂ ਕਹਿੰਦਾ ਸੀ ਪਰ ਮੈਂ ਕੀਤਾ ਨਹੀਂ ਕੋਈ ਕਰ ਸਕਦਾ ਸਭ ਦਾ ਹੁਕਮ ਤੁਹਾਡਾ ਚੱਲਦਾ ਮੈਂ ਨਹੀਂ ਕੁਝ ਕੀਤਾ ਮੈਂ ਥੋੜਾ ਕਰਾਇਆ ਕੀਤਾ ਬਸ ਇਸ ਪੁਆਇੰਟ ਨਾਲ ਨਹੀਂ ਛੁੱਟ ਜਾਂਦਾ ਇੱਕ ਜਾਓ ਨਾ ਲੇਖਾ ਸੋ ਦੇਖੇ ਕਾਗਜ਼ ਉਹਦੇ ਬਾਕੀ ਨਿਕਲੀ ਨਹੀਂ ਬਾਕੀ ਤਾਂ ਨਿਕਲੀ ਜੇ ਮੈਂ ਕਰਦਾ ਕੁਝ ਬਾਕੀ ਉਹਦੀ ਨਿਕਲਦੀ ਹੈ ਜਿਹੜਾ ਮੈਂ ਕਰਦਾ ਕਹਿੰਦਾ ਜਦ ਲੱਗ ਜਾਣੇ ਮੈਂ ਕੁਝ ਕਰਤਾ ਤਬ ਲੱਗ ਗਰਮ ਜੇ ਇੱਕੋ ਹੀ ਗੱਲ ਮੰਨ ਲਵੇ ਮੈਂ ਕੁਝ ਕਰਦਾ ਹੀ ਨਹੀਂ ਬਾਕੀ ਨਿਕਲਦੀ ਹੋਈ ਨਹੀਂ ਨਾਨਕ ਤਿਨ ਕਾ ਲੇਖਾ ਪਾਟਿਆ ਗਿਆਨ ਪਿਆ ਤਾਂ ਕਰਮੇ ਨਾਲ ਜਦੋਂ ਗਿਆਨ ਇਹ ਚੀਜ਼ ਦਾ ਹੋ ਜਾਂਦਾ ਵੀ ਹੁਕਮ ਦੇ ਵਿੱਚ ਜਿਹੜਾ ਪਾਣੀ ਚੱਲਦਾ ਪਾਣੀ ਦੇ ਵਿੱਚ ਚੱਲਦਾ ਸਾਰਾ ਕੁਝ ਉਹਦੀ ਮਰਜ਼ੀ ਨਾਲ ਹੁੰਦਾ ਮੈਂ ਸੋਚ ਸਕਦਾ ਸੀ ਮੈਂ ਕੀਤਾ ਕੁਝ ਵੀ ਨਹੀਂ ਨਾ ਕਰਨ ਦੇ ਮੈਂ ਸਮਰੱਥ ਸੀ ਇਹ ਜਾਣਦਾ ਕਿ ਬਸ ਕੁਛ ਨਹੀਂ
ਇਹ ਨਾਮ ਲਿਖਾਤਾ ਉਹਨੇ, ਇਹ ਪੜ੍ਹਾਤੀ ਉਲਟੀ ਪੜ੍ਹਾਈ। ਉਹਨੇ ਮੰਨ ਲਈ, ਉਹਨੇ ਲਿਖ ਲਈ ਅੰਦਰ। ਜਿਹਨੇ ਤਾਂ ਲਈ ਲਿਖ ਉਹਦਾ ਜਾਊਗਾ ਛੁੱਟ, ਜਿਹਨੇ ਪੜ੍ਹੀ ਉਹ ਨਹੀਂ ਛੁੱਟਦਾ। ਇਹ ਲਿਖਣ ਵਾਲੀਆਂ ਚੀਜ਼ਾਂ ਨੇ, ਅੰਦਰ ਹੀ ਲਿਖ ਲਿਓ, ਹਿਰਦੇ ਹੀ ਲਿਖ ਲਿਓ। ਜਿਹਨੇ ਤਾਂ ਇਹ ਲਿਖ ਲਈ ਸਾਰੀ ਗੱਲ ਅੰਦਰ, ਉਹਦਾ ਤਾਂ ਬਾਕੀ ਲੇਖਾ ਹੈ ਨਹੀਂ ਦਰਗਾਹ 'ਚ। ਜਿਹਨੇ ਪੜ੍ਹ ਕੇ ਛੱਡ ਦਿੱਤੀ ਉੱਥੇ ਹੀ ਗੁਰਬਾਣੀ, ਉਹ ਤਾਂ ਫਿਰ ਜੰਮਣ ਮਨ ਤੋਂ ਬਾਹਰ ਜਾਇਆ ਸੀ। ਜਦ ਤੱਕ ਜਾਣੇ ਮੈਂ ਕੁਛ ਕਰਤਾ। ਜਿਹੜੇ ਸਾਧਾ ਸੰਤਾਂ ਦੇ ਚੇਲੇ ਨੇ ਉਹ ਜੰਮਣ ਮਨ 'ਚ ਰਹਿੰਦੇ, ਜਿਹੜੇ ਪੁੰਨ ਪਾਪ ਨੂੰ ਮੰਨਦੇ ਨੇ ਜੰਮਣ ਮਨ 'ਚ ਰਹਿੰਦੇ, ਉਹ ਨਹੀਂ ਛੁੱਟਦਾ। ਧਰਮ ਰਾਏ ਦਾ ਦਫ਼ਤਰ ਸੋਧਿਆ, ਬਾਕੀ ਰਿਜਵਨਾ ਕਾਈ। ਬਾਕੀ ਕੀ ਨਿਕਲਣਾ ਧਰਮ ਰਾਏ ਦੇ ਦਫ਼ਤਰ 'ਚ, ਜਦ ਮੈਂ ਕੁਛ ਕਰਦਾ ਹੀ ਨਹੀਂ। ਕਹਿੰਦੇ ਦਿਖਾ ਮੈਂ ਕੀ ਕੀਤਾ, ਦਿਖਾ ਕੀ ਮੈਨੂੰ ਦਿਖਾ, ਫਿਲਮ ਚਲਾ ਲੈ, ਦਿਖਾ ਕਿੱਥੇ ਕੀਤਾ। ਮੈਂ ਮੰਨਦਾ ਉਹ ਗੱਲ, ਮੈਂ ਮੰਨਦਾ ਸੀ, ਮੈਂ ਨਹੀਂ ਮੰਨਦਾ, ਮੈਂ ਉਹ ਮੰਨਦਾ ਸੀ ਨਾ, ਮੈਂ ਤਾਂ ਗਲਤ ਮੰਨਦਾ ਸੀ, ਭੁਲੇਖੇ ਨਾਲ ਮੰਨਦਾ ਸੀ। ਤੂੰ ਮੈਨੂੰ ਦਿਖਾ ਲਾ ਲੈ ਵੀ ਕੁਛ ਮੈਂ ਕੀਤਾ ਹੋਵੇ। ਜਿਹੜੀ ਮੇਰੀ ਬਣਾਈ ਹੈ ਤੁਸੀਂ, ਕੈਮਰਾ ਚੱਲਦਾ ਸੀ ਮੇਰੇ ਤੇ, ਉਹ ਦਿਖਾ ਮੈਨੂੰ ਮੂਵੀ ਮੈਂ ਕੀ ਕੀਤਾ। ਹੋਇਆ ਤੁਹਾਡੇ ਹੁਕਮ ਨਾਲ, ਜਿੰਨਾ ਮੈਂ ਸੋਚਦਾ ਰਿਹਾ ਜਿਹੜਾ ਨਹੀਂ ਹੋਇਆ ਉਹ ਕਦੇ ਨਹੀਂ ਹੋਇਆ। ਫਿਰ ਮੇਰਾ ਕੀਤਾ ਹੁੰਦਾ ਸੀ, ਜਿਹੜਾ ਨਹੀਂ ਹੋਇਆ ਉਹ ਕਦੇ ਨਹੀਂ ਹੋਇਆ। ਜੋ ਤੁਹਾਡਾ ਪ੍ਰੋਗਰਾਮ ਸੀ ਉਹਦੇ ਹੁਣ ਦੇਖ ਲੈ ਫਿਲਮ ਜਿਹੜੀ ਚੱਲਦੀ ਹੈ, ਜੋ ਤੁਸੀਂ ਕਰ ਰਹੇ ਹੁੰਦਾ ਉਹ ਹੈ। ਜਨਤਾ ਕੇ ਪਾਸ ਕੁਝ ਵੀ ਨਹੀਂ, ਸਭ ਚੱਲੇ ਚਲਾਏ, ਇਹਦੇ ਚਲਾਏ ਜਾਂਦੇ ਨੇ। ਚਲਾਉਣ ਗੱਡੀ ਦਾ ਹੋਊਗਾ, ਡਰਾਈਵਰ ਦਾ ਹੋਊਗਾ। ਡਰਾਈਵਰ ਦਾ ਤੂੰ ਬੈਠਾ ਅੰਦਰ, ਸਾਹ ਤੂੰ ਲੈਣਾ, ਸਾਹ ਦਾ ਤੂੰ ਲੈਣਾ। ਜਿਹੜਾ ਸਾਹ ਲੈਂਦਾ ਸ਼ਕਤੀ ਦਾ ਤੇਰੇ ਕੋਲ ਚਲਾਉਣ ਦੀ ਗੱਡੀ ਦੀ, ਮੇਰੇ ਕੋਲ ਕਿੱਥੇ ਹੈ। ਜੇ ਸਾਹ ਨਾ ਆਵੇ ਗੱਡੀ ਚੱਲਦੀ ਹੈ, ਸ਼ਕਤੀ ਕਿੱਥੇ ਹੈ। ਹਾਰਟ ਚੱਲਦਾ ਉੱਥੇ ਸ਼ਕਤੀ ਹੈ, ਸਾਹ ਆਉਂਦਾ ਉੱਥੇ ਸ਼ਕਤੀ ਹੈ ਸਰੀਰ ਦੀ। ਹੋਰ ਕਿੱਥੇ ਹੈ ਸ਼ਕਤੀ? ਜਿਹਦੇ ਕੋਲ ਸ਼ਕਤੀ ਹੈ, ਇਸਕਾ ਬਾਲਣਾ ਹੀ ਇਸ ਹਾथ, ਇਹਦੇ ਹੱਥ 'ਚ ਕਿੱਥੇ ਹੈ? ਜਿਹੜਾ ਬਾਲਾ ਸਰੀਰ ਦਾ ਇਹਦੇ ਹੱਥ 'ਚ ਕਿੱਥੇ? ਸਾਹ ਉਹਦੇ ਕਰਕੇ ਆਉਂਦਾ, ਦਿਲ ਉਹਦੇ ਕਰਕੇ ਧੜਕਦਾ, ਇਹਦੇ ਕਰਕੇ ਸ਼ਕਤੀ ਹੈ। ਇਸਕਾ ਬਾਲਾ ਹੀ ਸਾਧ ਕਰਨ ਕਰਾਮ ਸਰਬ ਕੋ ਨਾਥ ਨਾਥ ਅੰਦਰ ਬੈਠਾ। ਮੇਰੇ ਹੱਥ 'ਚ ਕੀ ਸੀ ਦੱਸ? ਮੈਂ ਤਾਂ ਤੇਰੀ ਜੋਤ ਹੈ। ਜੋਤ ਮੇਰੀ ਪੈਦਾਇਸ਼ ਤੇ ਤੂੰ, ਜੇ ਮੇਰੀ ਪੈਦਾਇਸ਼ ਹੋ ਤੇ ਤੋਂ ਮੇਰੀ ਗਲਤੀ ਤੇਰੀ ਉਹ ਗਲਤੀ ਹੈ, ਤਾਂ ਵੀ ਤੇਰੀ ਉਹ ਗਲਤੀ ਹੈ। ਮੇਰੀ ਗਲਤੀ ਤਾਂ ਵੀ ਤੇਰੀ ਗਲਤੀ ਹੈ। ਜੋ ਬੋਲਣ ਨਾਲ ਜੁੜ ਜਾਂਦੀ ਹੈ ਗੱਲ ਤਾਂ ਜਾ ਕੇ, ਜੋ ਮੈਂ ਤਾਂ ਫਿਰ ਬੋਲਦੀ ਗੱਲ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ ਏਕੋ। ਕਬੀਰ ਮੈਂ ਸੋ ਗੁਰ ਪਾਇਆ। ਸੰਤਾਂ ਕੋ ਮਤ ਕੋਈ ਨਿੰਦੋ, ਜਿਹੜੇ ਅਸਲੀ ਸੰਤ ਨੇ ਉਹਨਾਂ ਦੀ ਨਿੰਦਿਆ ਨਹੀਂ ਕਰੀ, ਕਿਉਂਕਿ ਕਬੀਰ ਦੀ ਨਿੰਦਿਆ ਕਰਨ ਲੱਗੇ ਹੁੰਦੇ ਨੇ। ਇਹਦਾ ਮਤਲਬ ਕਬੀਰ ਦੀ ਨਿੰਦਿਆ ਕਰਦੇ ਸੀ। ਕਬੀਰ ਉਲਟ ਬੋਲਦਾ, ਸਾਰੀਆਂ ਮੱਤਾਂ ਤੇ ਉਲਟ ਨਹੀਂ ਬੋਲਦਾ। ਹੋਰ ਜੋ ਉਲਟ ਰਿਹਾ ਉਹ ਉਹਦੇ ਖਿਲਾਫ ਬੋਲਣ ਲੱਗੇ। ਸਾਰੇ ਨੇ ਇੱਕ ਪਾਸੇ ਕੱਲਾ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਸੰਤਾਂ ਦੀ ਨਿੰਦਿਆ ਨਾ ਕਰੋ, ਰਾਮ ਵਾਲ ਸੰਤ ਇੱਕੋ ਨੇ। ਸੰਤ ਦੀ ਨਿੰਦਿਆ ਰਾਮ ਦੀ ਨਿੰਦਿਆ। ਡਰਾਉਂਦਾ ਉਹਨਾਂ ਨੂੰ ਸੱਚ ਬੋਲ ਕੇ। ਸੱਚ ਦਾ ਤਾਂ ਰਾਮ ਵਾਲ ਸੰਤ ਇੱਕੋ ਹੀ ਗੱਲ ਹੈ। ਉਹ ਰਾਮ ਵੀ ਉਸ ਨੂੰ ਕਹਿੰਦੇ ਨੇ, ਸੰਤ ਵੀ ਉਸ ਨੂੰ ਕਹਿੰਦੇ ਨੇ, ਦੋ ਹੈ ਹੀ ਨਹੀਂ। ਇਹ ਉਸੇ ਨੂੰ ਸੰਤ ਕਹਿੰਦੇ ਨੇ, ਉਸੇ ਨੂੰ ਰਾਮ ਕਹਿੰਦੇ ਨੇ। ਸੰਤ ਵੀ ਉਸ ਨੂੰ ਕਹਿੰਦੇ, ਰਾਮ ਵੀ ਉਸ ਨੂੰ ਕਹਿੰਦੇ। ਸੰਤ ਰਾਮ ਹੈ ਏਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨੋ ਵਿਵੇਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨੋ ਵਿਵੇਕੋ। ਉਹ ਜਿਹੜਾ ਗੁਰ ਪੁੱਛਿਆ ਸੀ, ਗੁਰ ਆਇਆ ਸੀ ਲਫ਼ਜ਼, ਉਹ ਗੁਰ ਲਿਓ ਛੜਾਈ। ਮੈਂ ਆਪਣੇ ਗੁਰ ਪੇ ਆਪਣਾ ਗੁਰ ਕੁਛ ਦੇਖਿਆ ਨਹੀਂ, ਉੱਪਰ ਪੁਜਾ ਕਰ ਗੁਰ ਪੇ ਪੁਕਾਰਿਆ। ਉਹ ਆ ਵਿਵੇਕ ਪੇ ਪੁਕਾਰਿਆ। ਗੁਰ ਆਇਆ ਨਾ ਵਿਵੇਕ। ਕਹੋ ਕਬੀਰ ਮੈਂ ਐਸੋ ਗੁਰ ਪਾਇਆ,
ਜਾ ਕਾ ਨਾਉ। ਜਦ ਵਿਵੇਕ ਪ੍ਰਗਟ ਹੁੰਦਾ ਹੈ ਫਿਰ ਮਸਲਾ ਹੱਲ ਹੁੰਦਾ। ਵਿਵੇਕ ਤੇ ਪਹਿਲਾਂ ਮਸਲਾ ਹੱਲੇ ਨਹੀਂ ਹੁੰਦਾ। ਜਦ ਅੰਦਰ ਵਿਵੇਕ ਜਾਗਦਾ ਹੈ ਫਿਰ ਕਬਾੜ ਖੁੱਲਦੇ ਨੇ, ਫਿਰ ਪਤਾ ਲੱਗਦਾ ਗੱਲ ਕੀ ਹੈ। ਵਿਵੇਕ ਨੂੰ ਕਹਿੰਦਾ, ਆਪਣੇ ਵਿਵੇਕ ਤੇ ਮੈਂ ਪੁੱਛਿਆ ਉਸਨੇ ਕੀ ਹੋਣਾ ਚਾਹੀਦਾ। ਉਹਨੇ ਕਹਾ ਬਈ, ਉਹਨੇ ਫਿਰ ਦੱਸਤਾ ਉੱਪਰ ਪੁਜਾ ਕਰ ਲਿਖਾਈ। ਹਾਂਜੀ, ਉੱਪਰ ਪੁਜਾ ਕਰ ਗੁਰ ਪੈ ਪੁਕਾਰਿਆ ਤਿੰਨ ਹੋ ਲਿਆ ਵਾਰੀ। ਉਹਨੇ ਕਹਾ ਵੀ ਛੱਡ ਨਾ, ਇਹਨਾਂ ਬੋਲੀ ਜਾਣਦੇ, ਇਹਨਾਂ ਦੀ ਪਰਵਾਹ ਨਾ ਕਰ, ਇਹਨਾਂ ਦੀ ਪਰਵਾਹ ਨਹੀਂ ਕਰੀਦੀ। ਹੁਣ ਤੂੰ ਤੇ ਰੰਗ ਗਿਆ ਨਾ। ਹਾਂਜੀ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋਗਰ ਪਾਇਆ, ਜਾ ਕੋ ਨੌ ਵਿਵੇਕੋ। ਹਾਂ, ਸੰਤਾਂ ਰਾਮ ਇੱਕੋ ਹੀ ਹੁੰਦੇ ਨੇ। ਮੇਰਾ ਮੈਂ ਜਿਹੜਾ ਗੁਰ ਪਾਇਆ ਉਹ ਵਿਵੇਕ ਹੈ। ਮੇਰਾ ਗਿਆਨ ਜਿਹੜਾ ਮੈਂ ਗਿਆਨ ਪਾਇਆ ਉਹ ਵਿਵੇਕ ਹੈ। ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਐਸੋ ਇਹ ਸੰਸਾਰ ਪੇਖਣਾ, ਰਹੋ ਨਾ ਕੋਈ ਪਉ ਪਈਏ ਹੈ ਰੇ। ਰਹਿਣ ਨਾ ਕੋ ਪਈਏ ਨੇ, ਪਈਏ ਰੇ। ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋਈ ਸੰਸਾਰ ਕੀ ਹੈ। ਜਿਵੇਂ ਇੱਕ ਪਿਕਚਰ ਹੁੰਦੀ ਹੈ ਨਾ, ਪਿਕਚਰ ਆਪਾਂ ਸਿਨੇਮੇ ਦੇਖਦੇ ਹਾਂ ਪਿਕਚਰ, ਇਹ ਇਹੋ ਜਿਹੀ ਪਿਕਚਰ ਹੈ। ਪੇਖਣਾ ਹੈ ਜੋ ਸੁਪਨਾ ਔਰ ਪੇਖਣਾ। ਸੁਪਨਾ ਕੀ ਹੁੰਦੀ ਹੈ, ਕੋਈ ਪਿਕਚਰ ਹੁੰਦੀ ਹੈ ਨਾ ਕਿਸੇ ਪਰਦੇ ਤੇ, ਕੋਈ ਜਿਹੜਾ ਆਉਂਦੀ ਹੈ ਨਾ ਤਸਵੀਰਾਂ ਜਲਦੀਆਂ ਜਲਦੀਆਂ ਸਭ ਕੁਝ ਲੱਗਦੀਆਂ ਨੇ, ਉਹਨੂੰ ਪੇਖਣਾ ਕਹਿੰਦੇ ਨੇ। ਐਸਾ ਪੇਖਣਾ ਸੰਸਾਰ, ਇੱਥੇ ਕੋਈ ਰਹਿੰਦਾ ਨਹੀਂ ਹੈ। ਰਹਿਣ ਨਾ ਕੋ ਪਾਸੇ ਸਭ ਚਲਾਇਮਾਨ, ਚਲਦਾ ਹੀ ਰਹਿੰਦਾ, ਕੋਈ ਰੁਕਦਾ ਨਹੀਂ ਇੱਥੇ। ਸੁਧੇ ਸੁਧੇ ਰੇਗ ਚਲੋ ਤੁਮ, ਨਦਰ ਕੁਦ ਕਾ ਦਵਾਈ ਹੈ ਰੇ। ਕੁਤੱਕਾ 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 ਸੁਧੇ ਧੱਕਾ। ਕੁਤੱਕਾ ਇੱਕ ਹੁੰਦਾ ਧੱਕਾ, ਕੁਤੱਕਾ ਇੱਕ ਹੁੰਦਾ ਕੁਤੱਕਾ। ਸਿਰਫ ਗੁਰਬਾਣੀ 'ਚ ਕੁਤੱਕਾ ਆਇਆ, ਸਾਡੀ ਡਿਕਸ਼ਨਰੀ 'ਚ ਕੁਤੱਕਾ ਲਫ਼ਜ਼ ਨਹੀਂ ਹੈ। ਕਿਸੇ ਡਿਕਸ਼ਨਰੀ 'ਚ ਕੁਤੱਕਾ ਲਫ਼ਜ਼ ਨਹੀਂ ਹੈ। ਅਸੀਂ ਧੱਕੇ ਲਫ਼ਜ਼ ਨੂੰ ਦੋਏ ਸੈਂਸਾਂ ਵਿੱਚ ਵਰਤਦੇ ਹਾਂ। ਬੈਡ ਸੈਂਸ ਵਿੱਚ ਵੀ ਵਰਤਦੇ ਹਾਂ ਧੱਕਾ ਹੀ, ਗੁੱਡ ਸੈਂਸ ਵਿੱਚ ਵੀ ਧੱਕਾ ਵਰਤਦੇ। ਬਈ ਉਹ ਧੱਕਾ ਨਾ ਹੋਈ ਕਰ, ਬੈਡ ਸੈਂਸ ਵਿੱਚ ਹੋ ਗਿਆ, ਉਹਨੇ ਬੜਾ ਧੱਕਾ ਕੀਤਾ ਉਹਦੇ ਨਾਲ। ਸਰਕਾਰ ਧੱਕਾ ਕਰ ਰਹੀ ਹੈ ਬੈਡ ਸੈਂਸ ਵਿੱਚ। ਕਿਸੇ ਦਾ ਕੰਮ ਸਾਰਦਾ ਬਈ ਉਹਨੇ ਧੱਕਾ ਲਵਾਤਾ ਸਾਨੂੰ, ਵਿਆਹ 'ਚ ਉਹਨੇ ਬੜਾ ਧੱਕਾ ਲਾਇਆ, ਗੁੱਡ ਸੈਂਸ ਵਿੱਚ ਹੋ ਗਿਆ ਧੱਕਾ। ਗੁੱਡ ਸੈਂਸ ਦਾ ਲਫ਼ਜ਼ ਹੈ, ਬੈਡ ਸੈਂਸ ਦਾ ਲਫ਼ਜ਼ ਕੋ ਧੱਕਾ ਹੈ। ਇਸ ਕਰਕੇ ਦੋ ਲਫ਼ਜ਼ ਬਣਾਏ ਨੇ। ਇੱਕੋ ਸ਼ਬਦ ਨੂੰ ਦੋ ਸੈਂਸਾਂ ਵਿੱਚ ਵਰਤਿਆ ਨਹੀਂ ਜਾ ਸਕਦਾ। ਉਹ ਵੀ ਧੱਕਾ, ਉਹ ਵੀ ਧੱਕਾ ਨਾਲ ਤਾਂ ਕੁਝ ਵੀ ਨਹੀਂ ਲੱਗਿਆ। ਤੁਸੀਂ ਬੈਡ ਸੈਂਸ ਦਾ ਗੁੱਡ ਸੈਂਸ ਕਿਵੇਂ ਵਰਤੋਗੇ? ਵਿਦਵਾਨ ਵਰਤ ਰਹੇ ਨੇ, ਗੁਰਬਾਣੀ ਨਹੀਂ ਵਰਤ ਰਹੀ। ਇਸ ਵਾਰ ਧੱਕਾ ਹੀ ਵਰਤ ਰਹੇ ਨੇ, ਨਾਲ ਕੁਝ ਵੀ ਨਹੀਂ ਲੱਗਿਆ। ਦੋ ਅਰਥ ਕੋਈ ਸ਼ਬਦ ਦੇ ਕਿਵੇਂ ਹੋ ਗਏ, ਬੈਡ ਔਰ ਗੁੱਡ। ਇਸ ਕਰਕੇ ਕੋਈ ਧੱਕਾ ਲਫ਼ਜ਼ ਵਰਤੇ। ਵਿਦਵਾਨ ਬਹੁਤ ਥੱਲੇ ਦੀ ਗੱਲ ਨੇ, ਆਪਣੇ ਆਪ ਨੂੰ ਸਮਝਦੇ ਹੁਣ ਜਿਹੜੇ ਨਵੀਂ ਡਿਕਸ਼ਨਰੀ ਬਣਾਉਂਦੇ ਨੇ, ਜਿਹੜੇ ਬ੍ਰਹਮਗਿਆਨੀ ਹੁੰਦੇ, ਡਿਕਸ਼ਨਰੀ ਦਾ ਲਫ਼ਜ਼ ਨਵਾਂ ਕੱਢ ਕੇ ਰੱਖਦੇ। ਕੋਈ ਧੱਕਾ ਹੈ, ਕੋਈ ਧੱਕਾ ਬੈਡ ਸੈਂਸ ਵਿੱਚ ਆ ਰਿਹਾ ਹੈ, ਪੁੱਠਾ ਧੱਕਾ ਦੇ ਦੇਣਾ। ਕਹਿੰਦੇ ਸਿੱਧਾ ਸਿੱਧਾ ਚੱਲ, ਸਿੱਧਾ ਸੁਧੇ ਰੇਗ ਚਲੋ ਤਾਂ ਮਤਲਬ ਹੁਕਮ 'ਚ ਚੱਲ, ਸਿੱਧੇ ਦਾ ਮਤਲਬ ਹੈ ਨਦਰ ਕੁਤੱਕਾ ਦਵਾਈ ਹੈ। ਨਹੀਂ ਤਾਂ ਇਹ ਜਾਂ ਪੁੱਠਾ ਧੱਕਾ ਲੱਗੂਗਾ, ਕਈ ਜੂਦਾ ਥੱਲੇ ਡਿੱਪੇਗਾ ਜਾ ਕੇ। ਹੁਕਮ ਨਾਲ ਟਕਰਾ ਗਿਆ, ਜੇ ਟਕਰਾਉਂਦਾ ਰਹੇਗਾ ਐਸਾ ਪੈਰ ਫਿਸਲੂਗਾ ਚੜਦਾ ਚੜਦਾ ਨਾ, ਜੋ ਖੱਡ ਜਾ ਪੈਗਾ। ਤੇ ਪਹਾੜ ਤੇ ਚੜਦੇ ਹੋਈਏ ਤੇ ਬਚ ਕੇ ਚੜੀਦਾ ਹੁੰਦਾ। ਪੂਰੇ ਤੇ ਕੋਈ ਆਵੇ ਜੇ ਟਕਰਾ ਜਾਏ ਉਹਦੇ ਨਾਲ, ਉੱਤੋਂ ਆਉਣ ਵਾਲੇ ਨਾਲ ਜੇ ਟਕਰਾ ਜਾਵੇ ਥੱਲੇ, ਕੋਈ ਹੈ ਬਚਾਓ। ਅਸੀਂ ਉੱਤੇ ਨੂੰ ਚੜਦੇ ਹਾਂ, ਹੁਕਮ ਉੱਤੋਂ ਆ ਰਿਹਾ ਹੈ, ਉਹਦੇ ਨਾਲ ਟਕਰਾਈ ਦਾ ਨਹੀਂ ਹੁੰਦਾ। ਉਹਨੂੰ ਕਹੀਦਾ ਲੈ ਬਾਂਹ ਫੜ ਮੇਰੀ, ਉੱਤੇ ਨੂੰ ਲੈ ਜਾ। ਉੱਪਰ ਚੜੇ ਨਹੀਂ ਸਕਦੇ ਤੁਸੀਂ ਹੁਕਮ ਨੂੰ ਮੰਨੇ ਬਿਨਾਂ। ਅਸਲ ਤੇ ਸਿੱਧੇ ਸਿੱਧੇ ਚੱਲੀ ਤਾਂ ਹੁੰਦਾ, ਨਹੀਂ ਕਿਸੇ ਨੇ ਟਕਰਾ ਜਾਓਗੇ, ਟਕਰਾ ਕੇ ਪੁੱਠੇ ਕਰ ਜਾਓਗੇ। ਧੱਕੇ ਦੇ ਨਾਲ ਪੁੱਠਾ ਜਿਹੜਾ ਮੂੰਹ ਘੁੰਮ ਜਾਂਦਾ ਪਿੱਛ ਪਿੱਛੇ। ਸਾਰੇ ਸੰਸਾਰ ਨੂੰ ਕੋਈ ਧੱਕਾ ਲੱਗਿਆ ਹੈ, ਮੂੰਹ ਉਲਟਾ ਘੁੰਮ ਗਿਆ, ਉਲਟੀ
ਉਲਟੇ ਪਾਸੇ ਨੂੰ ਜਾ ਰਿਹਾ ਸੰਸਾਰ। ਤਰੱਕੀ ਕਰਦਾ ਗਿਆ, ਹੁਣ ਤੱਕ ਆਦਮੀ ਦੀ ਜੂਨ ਤੱਕ ਹੁਣ ਪੁੱਠਾ ਮੁੜ ਗਿਆ। ਇਹ ਪੁੱਠਾ ਧੱਕਾ ਖਾ ਗਿਆ, ਹੁਕਮ ਨਾਲ ਜੋ ਟਕਰਾ ਗਿਆ। ਜਿੱਧਰ ਨੂੰ ਪਾਣੀ ਲੈ ਕੇ ਜਾਂਦਾ ਹੁਕਮ, ਉਧਰ ਨੂੰ ਜਾਣ ਦੀ ਬਜਾਏ ਜਿੱਧਰੋਂ ਹੁਕਮ ਆਉਂਦਾ ਉਧਰ ਨੂੰ ਜਾ ਰਿਹਾ, ਪੁੱਠੇ ਪਾਸੇ ਨੂੰ ਜਾ ਰਿਹਾ। ਜਿੱਧਰੋਂ ਹੁਕਮ ਲੈ ਕੇ ਦਰਿਆ ਕਿੱਥੇ ਜਾ ਰਿਹਾ? ਸਮੁੰਦਰ 'ਚ। ਦਰਿਆ ਛਾਲ ਮਾਰ ਕੇ ਦਰਿਆ ਤੋਂ ਵਿਰੋਧ ਨਹੀਂ ਕਰੀਦਾ। ਜਿੱਧਰ ਦਰਿਆ ਜਾਂਦਾ ਉਹ ਉਧਰ ਹੀ ਤੇਰਾ ਠਿਕਾਣਾ। ਜਿੱਧਰ ਹੁਕਮ ਲੈ ਕੇ ਜਾਂਦਾ ਉਧਰ ਹੀ ਤੇਰਾ ਠਿਕਾਣਾ। ਤੂੰ ਆਪ ਜ਼ਿਆਦਾ ਭਾਲਦਾ ਵੀ ਮੈਂ ਜ਼ਿਆਦਾ ਲੈਣਾ ਹਿੱਸਾ ਹੁਕਮ ਤੋਂ, ਬਾਕੀ ਹੋ ਕੇ ਕਿਵੇਂ ਲੈ ਲੈਣਾ? ਇਹ ਕੋ ਧੱਕਾ ਹੈ। ਹੁਕਮ ਦਾ ਵਿਰੋਧ ਕਰਕੇ ਕੁਝ ਖੋਣ ਦੀ ਕੋਸ਼ਿਸ਼ ਕਰੇਗਾ, ਕੋਈ ਧੱਕਾ ਮਿਲ ਜੂਗਾ। ਹੁਕਮ ਦਾ ਵਿਰੋਧ ਕਰਕੇ ਕੋਈ ਚੀਜ਼ ਨਹੀਂ ਲੱਗ। ਬਸ ਸੁਧੇ ਚੱਲ ਜਾਓ, ਮਿਲਦਾ ਲਈ ਜਾ। ਜੋ ਦਿੰਦਾ ਖਾ ਲਈਦਾ, ਨਹੀਂ ਤਾਂ ਐਸਾ ਕੋਈ ਧੱਕਾ ਲੱਗੂਗਾ। ਬਸ ਕਰੋੜਪਤੀ ਤੇ ਰੋੜਪਤੀ ਵੀ ਕਰ ਦਿੰਦਾ ਉਹ ਧੱਕਾ ਦੇ ਕੇ, ਬਿਟਾ ਕਰ ਦਿੰਦਾ। ਬਾਰੇ ਬੁੱਢੇ ਤੁਰਨੇ ਭਈਆ ਸਭ ਨੂੰ ਜਮ ਲੈ ਜਾਈ ਹੈ। ਬਾਲਕ ਹੋਣ ਚਾਹੇ ਬੁੱਢੇ ਹੋਣ ਚਾਹੇ ਜਵਾਨ ਹੋਣ, ਕਹਿੰਦੇ ਸਾਰਿਆਂ ਨੂੰ ਜਮ ਲਈ ਜਾਂਦਾ। ਮੈਂ ਇਹ ਨਹੀਂ ਦੇਖਦਾ ਵੀ ਆ 2 ਮਹੀਨੇ ਦਾ ਆ, 4 ਮਹੀਨੇ ਦਾ, 2 ਦਿਨ ਦਾ ਆ, 2 ਸਾਲ ਦਾ, 10 ਸਾਲ ਦਾ, ਜਾਂ ਜਵਾਨ ਹੈ ਵੀ ਇਹਦੇ ਛੋਟੇ ਨਿਆਣੇ ਨੇ, ਸਾਰਿਆਂ ਨੂੰ ਜਮ ਲਈ ਜਾਂਦਾ। ਕਿਸੇ ਨੂੰ ਪੁੱਛਦਾ ਨਹੀਂ, ਕਹਿੰਦਾ ਸਲਾਹ ਨਹੀਂ ਕਰਦਾ ਕਿ ਆਪਣੀ ਮਰਜ਼ੀ ਕਰਦਾ, ਸਭ ਨੂੰ ਜਮ ਲੈ ਜਾਈਏ। ਮਾਨਸ ਬੱਪਰਾ ਮੂਸਾ ਕੀਨੋ ਆਪਣੀ ਮਰਜ਼ੀ ਕਰਦਾ, ਕਿਸੇ ਦੀ ਮਰਜ਼ੀ ਨਹੀਂ ਪੁੱਛਦਾ। ਜਦ ਇਹ 'ਚ ਨਹੀਂ ਮਰਜ਼ੀ ਪੁੱਛਦਾ ਤੇ ਤੁਹਾਡੀ ਮਰਜ਼ੀ ਚੱਲੂਗੀ ਕਿੱਥੇ? ਫਿਰ ਵੀ ਮਰਜ਼ੀ ਨਹੀਂ ਛੱਡਦੇ ਤੁਸੀਂ। ਨਹੀਂ ਮਰਜ਼ੀ ਚੱਲਣੀ ਕਿਤੇ ਵੀ ਤੁਹਾਡੀ, ਇੱਥੇ ਨਹੀਂ ਚੱਲਦੀ, ਕਿਤੇ ਵੀ ਨਹੀਂ ਚੱਲਦੀ। ਇਹਨੂੰ ਛੱਡੇ ਲਓ। ਬਹੁਤ ਵਿੱਚ ਵੀ ਤਾਂ ਮਰਜ਼ੀ ਛੱਡੀ ਹੈ ਸੰਸਾਰ ਨੇ, ਉੱਥੇ ਕਰ ਲਵੇ ਮਰਜ਼ੀ ਕਰਕੇ ਦੇਖ ਲਓ ਸਵਾਲ। ਉੱਥੇ ਛੱਡਦੇ ਸਭ ਕਾਸੇ ਛੱਡ ਦੋ। ਇਸ਼ਾਰਾ ਕਰ ਰਿਹਾ ਕਬੀਰ ਵੀ ਇੱਧਰ ਛੱਡੀ ਹੈ ਮਰਜ਼ੀ ਤੁਸੀਂ ਸਾਰਿਆਂ ਨੇ, ਵੀ ਭਾਈ ਜੋ ਕਰਦਾ ਠੀਕ ਹੈ। ਇੱਧਰ ਵੀ ਉਹੀ ਗੱਲ ਹੈ, ਸਾਰੇ ਉਹੀ ਗੱਲ ਹੀ ਹੈ। ਜਿਹੜੀ ਚੀਜ਼ ਦਾ ਇਲਾਜ ਨਾ ਹੋਵੇ ਉਹਨੂੰ ਮੰਨ ਲੈਣਾ ਚੰਗਾ, ਉਹਦੇ ਅੱਗੇ ਸਿਰ ਝੁਕਾ ਲੈਣਾ ਚੰਗਾ। ਜਿਹੜਾ ਸ਼ਕਤੀਸ਼ਾਲੀ ਹੈ ਉਹਦੀ ਸ਼ਰੀਕਤ ਨਹੀਂ ਕਰ ਸਕਦੇ ਅਸੀਂ, ਉਹਦਾ ਮੁਕਾਬਲਾ ਨਹੀਂ ਕਰੀਦਾ ਹੁੰਦਾ। ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਾਈ ਹੈ ਰੇ। ਜਿਵੇਂ ਬਿੱਲੀ ਹੈ, ਚੂਹਾ ਕਿੱਡਾ ਹੀ ਤਕੜਾ ਹੋਵੇ ਬਿੱਲੀ ਛੱਡਦੀ ਹੈ। ਮਾਨਸ ਦਾ ਐ ਸਮਝ ਲਓ ਚੂਹਾ ਹੈ, ਬਿੱਲੀ ਕੀ ਹੈ? ਬਿੱਲੀ ਕਾਲ ਹੈ। ਉਹਦਾ ਮੂੰਹ 'ਚ ਘੁੱਟ ਕੇ ਜਦੇ ਖਾ ਜਾਂਦੀ ਹੈ। ਵਿੱਚ ਬਲਈਆ ਖਾਈਏ। ਮਾਨ ਦਾ ਮੂਸਾ ਹੈ, ਚੂਹੇ ਦੀ ਕੀ ਚੱਲਦੀ ਹੈ? ਚੂਹਾ ਤਾਂ ਉਹ ਬਿੱਲੀ ਨੂੰ ਦੇਖ ਕੇ ਸੁਣ ਹੋ ਜਾਂਦਾ, ਮਰ ਜਾਂਦਾ ਵਿਚਾਰਾ। ਉਹ ਲੜਨਾ ਤਾਂ ਉਹਨੇ ਕੀ ਹੈ? ਉਹਦਾ ਦੇਖ ਕੇ ਹੀ ਪਹਿਲੇ ਦੇ ਸਾਹ ਨਿਕਲ ਜਾਂਦੇ ਨੇ। ਵਿੱਚ ਬਲਈਆ ਖਾਈਏ ਰੇ। ਤਨਵੰਤਾ ਅਰ ਨਿਰਦਨ ਮਨਈ ਤਾਂ ਕਿ ਕਸੂ ਨ ਕਾਨੀ ਰੇ। ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ। ਕੋਈ ਚਾਹੇ ਕੋਈ ਜ਼ਿਆਦਾ ਧਨਵੰਤਾ ਹੋਵੇ, ਚਾਹੇ ਕੋਈ ਗਰੀਬ ਹੋਵੇ, ਕਿਸੇ ਦੀ ਕੋਈ ਨਹੀਂ ਪੁੱਛਦੀ, ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ। ਉਹਨੂੰ ਕਿਸੇ ਦੀ ਪਰਵਾਹ ਨਹੀਂ, ਕਿਸੇ ਦੀ ਕਾਨੀ ਨਹੀਂ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਪਰ ਰਾਜਾ ਹੋਵੇ ਚਾਹੇ ਪਰਜਾ ਹੋਵੇ, ਬਰਾਬਰ ਹੀ ਮਰ ਜਾਂਦਾ ਇੱਕੋ ਜਿਹੇ ਸਾਰਿਆਂ। ਨਾ ਰਾਜੇ ਨੂੰ ਪੁੱਛਦਾ ਨਾ ਪਰਜਾ ਨੂੰ। ਐਸੋ ਕਾਲ ਬਡਾਨੀ ਨੇ, ਐਸਾ ਸ਼ਕਤੀਸ਼ਾਲੀ ਕਾਲ ਹੈ ਕਿ ਹੁਕਮ ਕਾਲ ਦਾ ਮਤਲਬ ਤੇ ਹੁਕਮ, ਉਹਦਾ ਹੁਕਮ ਐਸਾ ਸ਼ਕਤੀਸ਼ਾਲੀ ਹੈ, ਕੋਈ ਪਰਵਾਹ ਨਹੀਂ। ਰਾਜਾ ਪਰਜਾ ਉਹਦੇ ਖਾਤਰ ਇੱਕੋ ਹੀ ਹੈ। ਉਹੀ ਹੁਕਮ ਪਰਜਾ ਤੇ, ਗਰੀਬ ਤੇ, ਉਹੀ ਹੁਕਮ ਅਮੀਰ ਤੇ। ਅਮੀਰ ਦੀ ਕੋਈ ਲਿਹਾਜ਼ ਨਹੀਂ, ਗਰੀਬ ਤੇ ਕੋਈ ਜਾਤੀ ਨਹੀਂ। ਗਰੀਬ ਤੇ ਜਾਤੀ ਕਰਦਾ। ਸੰਸਾਰ ਦੇ ਜਿਹੜੇ ਹੁਕਮ ਨੇ ਗਰੀਬ ਤੇ ਜਾਤੀ ਕਰਦੇ। ਅਮੀਰ ਵਾਸਤੇ ਉਹਦੀ ਜਾਤੀ ਨਹੀਂ ਹੈ ਜਿੰਨੀ ਗਰੀਬ ਵਾਸਤੇ। ਅਮੀਰ ਵਾਸਤੇ ਉੱਥੇ ਜਾਤੀ ਹੈ, ਜਿਹੜਾ ਵਿਰੋਧੀ ਹੈ ਸਰਕਾਰ ਦਾ, ਉੱਥੇ ਜਾਤੀ ਹੈ, ਇੱਥੇ ਵਿਰੋਧੀ ਹੈ। ਰਾਜਾ ਦਾ ਰਾਜਾ ਵਿਰੋਧੀ ਹੈ, ਉੱਥੇ ਜਾਤੀ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਕੌਣ ਨੇ?
ਜੋ ਹਰ ਪਾਏ। ਜੇ ਹਰ ਨੂੰ ਪਾਏ ਨੇ ਉਹ ਹਰ ਕੇ ਸੇਵਕ ਨੇ। ਜੇ ਅਸੀਂ ਕਹੀਏ ਵੀ ਸਾਨੂੰ ਤਾਂ ਹਰ ਚੰਗਾ ਲੱਗਦਾ, ਉਹਨੂੰ ਲੱਗੀ ਜਾਵੇ ਚੰਗਾ, ਸਾਰਿਆਂ ਨੂੰ ਚੰਗਾ ਲੱਗੀ ਜਾਵੇ ਰੱਬ। ਸਾਡੇ ਚੰਗਾ ਲੱਗਣ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਘਟ ਘਟ ਕੇ ਅੰਦਰ ਕੀ ਜਾਣਦਾ, ਸਾਨੂੰ ਕਿਹਾ ਜਾ ਪਾਉਂਦਾ ਅੰਦਰੋਂ ਕਿ ਬਾਹਰੋਂ, ਉਹ ਜਾਣਦਾ। ਜੇ ਸਾਡੀ ਭਗਤੀ ਦਰਗਾਹ 'ਚ ਮਨਜ਼ੂਰ ਹੈ ਤਾਂ ਉਹਨੂੰ ਭਾਈ, ਜਿਹੜੀ ਭਗਤੀ ਉਹਨੂੰ ਪਾ ਜਾਵੇ, ਦਰਗਾਹ 'ਚ ਪ੍ਰਵਾਨ ਹੋਵੇ, ਉਹ ਸੇਵਕ ਨੇ ਜਿਨ੍ਹਾਂ ਦੀ ਸੇਵਾ ਹਰ ਨੂੰ ਪਾ ਜਾਵੇ, ਪਰਮੇਸ਼ਰ ਨੂੰ ਪਾ ਜਾਵੇ, ਉਹ ਪਰਮੇਸ਼ਰ ਨੂੰ ਪਾਉਂਦੇ ਨੇ। ਜਿਹੜੀ ਸੇਵਾ ਪਰਮੇਸ਼ਰ ਨੂੰ ਨਹੀਂ ਪਾਉਂਦੀ ਉਹ ਸੇਵਾ ਨਹੀਂ, ਚਾਹੇ ਕਾਰ ਸੇਵਾ ਹੋਵੇ, ਚਾਹੇ ਕੁਛ ਵੀ ਸੇਵਾ ਹੋਵੇ। ਸੇਵਾ ਕੀ ਹੈ? ਇੱਕੋ ਹੀ ਸੇਵਾ ਸੰਸਾਰ ਗੁਰਬਾਣੀ ਅਨੁਸਾਰ। ਗੁਰ ਸੇਵਾ ਗੁਰ ਸ਼ਬਦ ਵਿਚਾਰ, ਗੁਰ ਕੀ ਸੇਵਾ ਸ਼ਬਦ ਵਿਚਾਰ। ਸ਼ਬਦ ਵਿਚਾਰ ਤੇ ਇਲਾਵਾ ਕੋਈ ਸੇਵਾ ਮੰਨੀ ਨਹੀਂ ਹੋਈ ਗੁਰੂ। ਕਾਰ ਸੇਵਾ ਮਨਮੁਖਾਂ ਦੀ ਆਪਣੀ ਮਨਮਰਜ਼ੀ ਦੀ ਘਾਟ ਹੈ, ਮਨਮੁਖਾਂ ਦੇ ਖਿਆਲ ਨੇ। ਜਿਹੜੀ ਕਾਰ ਸੇਵਾ ਦੀ ਘਾਟ ਹੈ ਨਾ, ਲਫ਼ਜ਼ ਘੜਿਆ, ਇਹ ਮਨਮੁਖਾਂ ਦੀ ਘਾਟ ਹੈ। ਇਹ ਮਨਮੁਖਤਾ ਜੋ ਪੈਦਾ ਹੋਇਆ ਲਫ਼ਜ਼ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਹੋਰ ਕੋਈ ਸੇਵਾ ਹੈ ਨਹੀਂ। ਦਇਆ ਕੀ ਹੈ? ਦਇਆ ਜਾਣੇ ਜੀ ਕੀ ਕੁਝ ਪੁੰਨਦਾਨ ਕਰੇ, ਇਹ ਪੁੰਨਦਾਨ। ਜੀ ਵਾਸਤੇ ਪੁੰਨਦਾਨ ਕਰੇ, ਆਤਮਾ ਵਾਸਤੇ ਪੁੰਨਦਾਨ ਕਰੇ, ਸਰੀਰ ਵਾਸਤੇ ਪੁੰਨਦਾਨ ਲੰਗਰ ਵਗੈਰਾ ਜਿਹੜੇ ਚੱਲਦੇ ਨੇ, ਕੋਈ ਪੁੰਨਦਾਨ ਨਹੀਂ। ਇਹ ਤਾਂ ਉਹਦੇ ਕਾਬੂ 'ਚ ਸਭ ਕੁਝ, ਮਾਇਆ ਤਾਂ ਉਹਦੇ ਕਾਬੂ 'ਚ। ਜੇ ਕੋਈ ਮਾਇਆ ਦਾਨ ਕਰਦਾ ਹੈ ਆਪਣੀ ਮੰਨ ਕੇ, ਉਹ ਅਪਰਾਧੀ ਹੈ, ਉਹਦੀ ਹੈ ਹੀ ਨਹੀਂ, ਉਹ ਤਾਂ ਅਪਰਾਧੀ ਹੈ। ਜੇ ਕੋਈ ਲੰਗਰ ਚਲਾਉਂਦਾ ਆਪਣਾ ਮੰਨ ਕੇ ਜਾਂ ਦਾਣੇ ਦਿੰਦਾ, ਅੰਨ ਦਿੰਦਾ ਆਪਣਾ ਕਰਕੇ, ਉਹ ਵੀ ਅਪਰਾਧੀ ਹੈ, ਉਹ ਪਰਮੇਸ਼ਰ ਦਾ। ਉਹ ਹੰਕਾਰੀ ਹੋ ਜੂਗਾ। ਇਹ ਜਿਹਾ ਦਾਨ ਜਿਹੜਾ ਹੰਕਾਰ 'ਚ ਜਿਹਦੇ ਤਬਦੀਲ ਹੋ ਜਾਂਦਾ। ਤੀਰਥ ਤਪ ਦਇਆ ਦਾ ਤੁਦਾਨ, ਜੇ ਕੋ ਪਾਵੇ ਦਿਲ ਕਾ ਮਾਨ। ਜੇ ਜੋ ਪ੍ਰਾਪਤੀ ਹੈ ਹੰਕਾਰ ਦੀ ਪ੍ਰਾਪਤੀ, ਔਰ ਕੁਛ ਨਹੀਂ। ਸੰਸਾਰੀ ਮਾਨ ਵੀ, ਜਿਹੜਾ ਸੰਸਾਰੀ ਮਾਨ ਹੈ ਉਹ ਵੀ ਮਾਨ ਹੈ। ਐਸਾ ਮਾਨ ਤੈਸਾ ਮਾਨ। ਜਿਹੜਾ ਸੰਸਾਰੀ ਮਾਨ ਹੈ, ਸੰਸਾਰੀ ਮਾਨ ਨੂੰ ਦਰਗਾਹ 'ਚ ਅਭਿਮਾਨ ਮੰਨਿਆ ਹੋਇਆ। ਦਰਗਾਹ 'ਚ ਅਭਿਮਾਨ ਔਰ ਸੰਸਾਰੀ ਮਾਨ ਇੱਕੋ ਗੱਲ ਹੈ। ਸੰਸਾਰ ਦਾ ਮਾਨ ਦਰਗਾਹ ਦਾ ਅਭਿਮਾਨ ਹੈ। ਜਿਹਨਾਂ ਨੂੰ ਸਨਮਾਨ ਮਿਲਦਾ ਸੰਸਾਰ ਦਿੰਦਾ, ਦਰਗਾਹ 'ਚ ਉਹਨੂੰ ਅਭਿਮਾਨ ਸਮਝਿਆ ਜਾਂਦਾ। ਕੋਈ ਲੈ ਰਿਹਾ ਨਾ, ਪ੍ਰਾਪਤ ਕਰ ਰਿਹਾ। ਜੇ ਨਹੀਂ ਜਵਾਬ ਦੇ ਰਿਹਾ ਹੋ ਵੀ ਮੈਂ ਨਹੀਂ ਲੈਣਾ ਸਨਮਾਨ, ਜੇ ਜਵਾਬ ਨਹੀਂ ਦੇ ਰਿਹਾ ਤਾਂ ਹੰਕਾਰੀ ਹੈ। ਜੇ ਜਵਾਬ ਦੇ ਰਿਹਾ ਫਿਰ ਉਦਾਸ ਹੈ। ਮੈਨੂੰ ਮੇਰਾ ਮਾਣ ਕਰਦਾ, ਮਾਣ ਕਰਨਾ ਪਰਮੇਸ਼ਰ ਦਾ ਕਰੋ, ਮਾਣ ਕਰਨਾ ਗੁਰਬਾਣੀ ਨੂੰ ਮੰਨੋ। ਗੁਰਬਾਣੀ ਨੂੰ ਮੰਨੋ, ਜਿਹਦਾ ਮਾਣ ਕਰਨਾ ਚਾਹੀਦਾ ਉਹਦਾ ਕਰੋ, ਜਿਹਦਾ ਕਰਨਾ ਚਾਹੀਦਾ ਉਹਦਾ ਕਰਦੇ ਨਹੀਂ। ਮੇਰਾ ਕਾਹਦਾ ਕਰਦੇ ਹੋ? ਕਿਉਂ ਕਰਦੇ ਹੋ ਮੇਰਾ? ਮੈਂ ਲਿਹਾਜ਼ ਕਰਾਂ ਤੁਹਾਡੇ ਨਾਲ, ਇਹ ਨਹੀਂ ਲਿਹਾਜ਼ ਹੋਣੀ। ਉਹਦੇ ਨਹੀਂ ਲਿਹਾਜ਼ ਕਰਦੇ ਹੁੰਦੇ, ਗੁਰਬਾਣੀ ਨਹੀਂ ਲਿਹਾਜ਼ ਕਰਦੀ ਕਿਸੇ ਨੂੰ। ਕੁੱਤਾ ਚੋਰ ਨਾਲ ਲਿਹਾਜ਼ ਕਰੂਗਾ, ਕਿਵੇਂ ਕਰੂਗਾ ਕੁੱਤਾ ਚੋਰ ਨਾਲ ਲਿਹਾਜ਼? ਉਹਦਾ ਕੰਮ ਤਾਂ ਭੌਂਕਣਾ, ਉਹ ਨਹੀਂ ਲਿਹਾਜ਼ ਕਰ ਸਕਦਾ। ਮਾਲਕ ਦਾ ਵਫ਼ਾਦਾਰ ਨਹੀਂ ਹੁੰਦਾ। ਜੇ ਕੁੱਤਾ ਚੋਰ ਨਾਲ ਲਿਹਾਜ਼ ਕਰੇ, ਮਾਲਕ ਦਾ ਵਫ਼ਾਦਾਰ ਨਹੀਂ ਨਾ ਕਰਦਾ। ਉਹਨੇ ਲੋੜ ਤੁਹਾਡੇ ਸਨਮਾਨ ਦੀ ਕਿਸੇ ਦੀ, ਉਹ ਇਹ ਜਿਹੇ ਸੰਸਾਰੀ ਸਨਮਾਨ ਦੀ ਲੋੜ ਨਹੀਂ। ਕਾਇਆ ਦੁਨੀਆ ਕੀ ਵਡਿਆਈਆਂ ਕਿਸੇ ਦੀ ਜਾਣ, ਕੋਈ ਸਮਝਣਾ ਤੁਹਾਡੀਆਂ। ਤੁਸੀਂ ਕੌਣ ਹੁੰਦੇ ਵਡਿਆਈ ਦੇਣ ਵਾਲੇ? ਤੁਹਾਡੇ ਹੱਥ 'ਚ ਹੈ ਕੀ? ਤੁਹਾਡੇ ਹੱਥ 'ਚ ਕੀ ਹੈ? ਕੀ ਹੈ ਹੱਥ 'ਚ? ਆਦੀ ਵਡਿਆਈ ਦੇ ਰੰਗੀ। ਵਡਿਆਈ ਤਾਂ ਪਰਮੇਸ਼ਰ ਦੀ। ਵਡਿਆਈ ਕਿਸੇ ਨੂੰ ਦੇਣੀ ਸ਼ਰੀਕ ਹੈ, ਖੁਦਾ ਬਣਾਉਣ ਦੇ ਬਰਾਬਰ ਹੈ, ਹੰਕਾਰੀ ਬਣਾਉਣ ਦੇ ਬਰਾਬਰ ਹੈ। ਵਡਿਆਈ ਦੇਣੀ ਵੀ ਅਪਰਾਧ ਹੈ, ਲੈਣੀ ਵੀ ਅਪਰਾਧ ਹੈ। ਵਡਿਆਈ ਦੇਣੀ ਵੀ ਅਪਰਾਧ ਹੈ, ਲੈਣੀ ਵੀ ਅਪਰਾਧ ਹੈ। ਕੁਰਾਨ ਦਿੰਦੇ ਬਾਬਲੇ, ਲੈਂਦੇ ਬੜੇ ਨਰਾਜ। ਲੈਣ ਵਾਲੇ ਨਰਾਜ ਨੇ, ਬੇਸ਼ਰਮ ਨੇ, ਦੇਣ ਵਾਲੇ ਪਾਗਲ ਨੇ। ਦੋਏ ਅਪਰਾਧੀ ਨੇ। ਚੂਹਾ ਖੱਟ ਨੂੰ ਮਾਵੇ, ਚੱਕਲ ਬੰਨੇ ਛੱਜ। ਇਹਦਾ ਪਹਿਲਾਂ ਹੀ ਹੰਕਾਰ ਹੈ, ਚੂਹੇ ਨੂੰ ਹੋਇਆ ਹੈ। ਚੂਹਾ
ਮਾਨਸ ਉਪਰੋ ਮੂਸਾ ਕੀਨੋ ਮੂਸਾ ਕੀਨੋ, ਇਹ ਚੂਹਾ ਮੂਸਾ ਐਡਾ ਚੌੜਾ ਹੋ ਗਿਆ, ਖੜਿਜ ਦਾ ਪਹਿਲੇ ਨਹੀਂ ਬਣ ਹੁੰਦਾ ਤੇ ਮੁਕਤ ਦੁਆਰਾ ਦਾ ਪਹਿਲੇ ਸੰਕਰ ਹੈ, ਤੂੰ ਹੋਰ ਚੌੜਾ ਹੋਈ ਜਾਂਦਾ। ਖੜਿਜ ਨਾ ਵਾਲਾ ਬਿੱਲਾ ਬਾਹਰੇ ਖਾਜੂਗਾ, ਵਿੱਚ ਬਲਈਆ ਖਾਈਆ ਹੀ ਰਹੀ ਹੈ। ਹਾਂ, ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਿਰਾਲੀ, ਉਹਨਾਂ ਦੀ ਕਥਾ ਹੀ ਨਿਰਾਲੀ ਹੁੰਦੀ ਹੈ। ਆਵੇ ਨਾ ਜਾਏ ਨਾ ਕਬਹੂ ਮਰਤੇ ਦੇ ਵਿੱਚ ਜਿਹੜੀ ਕਥਾ ਚੱਲਦੀ ਹੈ ਉਹ ਕਥਾ ਨਹੀਂ ਹੁੰਦੀ ਉਹਨਾਂ ਦੀ। ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਿਰਾਲੀ ਦੇ, ਕੀ ਕਥਾ ਹੀ ਨਿਰਾਲੀ, ਉਹ ਜੋ ਬੋਲਦੇ ਨੇ ਉਹ ਨਿਰਾਲੀ ਗੱਲ ਕਰਦੇ ਨੇ, ਉਹਨਾਂ ਦੀ ਗੱਲੇ ਨਿਰਾਲੀ ਹੁੰਦੀ ਹੈ, ਵੱਖਰੀ ਗੱਲ ਹੁੰਦੀ ਹੈ ਸੰਸਾਰ ਤੋਂ। ਤਿਨਕੀ ਕਥਾ ਨਿਰਾਲੀ ਦੇ, ਕਥਾ ਗੁਰਬਾਣੀ ਦੀ ਨਿਰਾਲੀ ਹੈ। ਕਥਾ ਖਾਲਸਾ ਵੀ ਨਿਆਰਾ ਹੈ, ਤਾਂ ਹੀ ਖਾਲਸਾ ਨਿਆਰਾ ਕਿਉਂ? ਖਾਲਸੇ ਦੀ ਕਥਾ ਨਿਆਰੀ ਹੈ ਨਾ। ਅਸੀਂ ਤਾਂ ਇਹਨੂੰ ਸੰਸਾਰੀ ਕਥਾ ਬਣਾ ਕੇ ਰੱਖਿਆ ਹੋਇਆ। ਸੰਸਾਰੀ ਲੋਕ ਜੁੜਦੇ ਹੀ ਤਾਂ ਨੇ ਜੋ ਸੰਸਾਰੀ ਬਣਾਉਂਦੇ। ਨਿਰਾਲੀ ਬਣਾ ਦੀ ਨਿਕਲ ਜਾਣਗੇ ਸਾਰੇ ਛਾਲਾ ਮਾਰ ਕੇ। ਇਹ ਤਾਂ ਡੱਡੂਆਂ ਦੀ ਬਸੇਰੀ ਹੈ, ਛਾਲਾ ਮਾਰ ਜਾਣਗੇ ਸਾਰੇ, ਮਾਰ ਜਾਣ, ਅਸੀਂ ਕੀ ਲੈਣਾ। ਹਾਂਜੀ, ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਿਰਾਰੀ ਦੇ, ਆਵੇ ਨਾ ਜਾਏ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਦੇ। ਪਾਰ ਬ੍ਰਹਮ ਸੰਗਾਰੀ ਦੇ, ਆਵੇ ਨਾ ਜਾਏ, ਉਹ ਆਉਣ ਜਾਣ ਹੈ ਹੀ ਨਹੀਂ। ਕਹੂ ਨਾ ਮਰਤੇ ਨਾ, ਉਹ ਕਦੇ ਮਰਦੇ ਨੇ। ਉਹ ਪਾਰ ਬ੍ਰਹਮ ਨਾਲ ਜੁੜੇ ਹੋਏ ਨੇ, ਪਾਰ ਬ੍ਰਹਮ ਦੀ ਸੰਗਤ ਨੇ, ਉਹ ਸ਼ਬਦ ਗੁਰੂ ਨਾਲ ਜੁੜੇ ਹੋਏ ਨੇ। ਜਿਹੜੇ ਪਾਰ ਬ੍ਰਹਮ ਨਾਲ ਰਹਿੰਦੇ ਨੇ ਸਦਾ ਹੀ, ਜਿਉਂਦੇ ਹੀ ਸੰਸਾਰ ਵਿੱਚ ਰਹਿੰਦੇ ਹੋਏ ਵੀ ਪਾਰ ਬ੍ਰਹਮ ਦੇ ਸੰਗੀ ਨੇ, ਉਹਨਾਂ ਦੀ ਕਥਾ ਨਿਰਾਲੀ ਹੁੰਦੀ ਹੈ। ਸੋ ਬੋਲਣਾ ਜੋ ਪੇਖੇ ਔਖੀ, ਉਹ ਜੋ ਬੁਲਾਉਂਦੇ ਤੇ ਬੋਲਦੇ ਨੇ। ਹਾਂ, ਪੁੱਤਰ ਕਲੱਤਰ ਲక్ష్ਮੀ ਮਾਇਆ ਇਹ ਤਜੋ ਜੀ ਜਾਨੀ ਰੇ। ਅੱਲਾ ਫਿਰ ਆ ਗਿਆ ਪੁੱਤਰ ਕਲੱਤਰ, ਆ ਗਿਆ ਨਾ ਲక్ష్ਮੀ ਮਾਇਆ, ਲక్ష్ਮੀ ਮਾਇਆ ਇਹ ਤਜੋ ਜੀ ਜਾਨੀ ਰੇ। ਇਹ ਤਜੋ ਜੀ ਜਾਨੀ ਰੇ, ਜੀ ਦੇ ਜਿਹੜੇ ਨੇ ਸਾਰਿਆਂ ਨੂੰ ਪਿਆਰੇ ਨੇ। ਜਾਨੀ ਹੁੰਦੇ ਨੇ ਬਹੁਤ, ਜਿਹਦੇ ਜ਼ਿਆਦਾ ਪਿਆਰ ਹੋਵੇ। ਜੀ ਦੇ ਜਾਨੀ ਜਿਹੜੇ ਬਣਾ ਕੇ ਰੱਖੇ ਨੇ ਨਾ, ਇਹ ਛੱਡਣੇ ਨੇ। ਪੁੱਤਰ ਕਲੱਤਰ ਲక్ష్ਮੀ ਮਾਇਆ ਇਹ ਤਜੋ ਜੀ ਜਾਨੀ ਰੇ। ਕਿਤੇ ਔਰਤ ਨੂੰ ਵੀ ਕਿਹਾ ਵੀ ਆਦਮੀ ਨੂੰ ਛੱਡ ਦੇ ਆਪਣੇ। ਸਾਰੀ ਗੁਰਬਾਣੀ ਦੱਸੋ ਕਿਤੇ ਔਰਤ ਨੂੰ ਉਲਟ ਗਿਆ, ਖਾਸਮ ਵਿਸਾਰੇ ਤੇ ਕਮਜਾਤ ਨਾਨਕ ਲਾਵੇ ਵਾਸਨਾ। ਆਦਮੀ ਨੂੰ ਕੀ ਕਿਹਾ, ਔਰਤ ਨੂੰ ਕੀ ਕਿਹਾ? ਬਾਣੀ ਦਾ ਅੱਡ ਅੱਡ ਹੈ ਦੋਹਾਂ ਵਾਸਤੇ। ਜੇ ਬਰਾਬਰ ਹੋਵੇ, ਇੱਕੋ ਉਪਦੇਸ਼ ਹੋਵੇ, ਉਹਦਾ ਅੱਡ ਉਪਦੇਸ਼, ਉਹਦਾ ਅੱਡ ਉਪਦੇਸ਼, ਬਰਾਬਰ ਕਿਵੇਂ ਮੰਨ ਲੈ? ਇਹਨਾਂ ਦੀ ਖੋਪੜੀ ਚ ਕਿਵੇਂ ਵੜ ਗਿਆ ਬਰਾਬਰ ਨੇ ਦੋਏ? ਉਹਦਾ ਕਹਿੰਦੇ ਖਸਮ ਸਾਰੇ ਤੇ ਕਮਜਾਤ। ਖਸਮ ਕਿਹੋ ਜਿਹਾ ਨਹੀਂ ਹੈ, ਕੋਈ ਗੱਲ ਨਹੀਂ ਕੋਈ ਸ਼ਰਤ ਕੋਈ ਨਹੀਂ ਹੈ ਖਸਮ ਤੇ। ਨਾਨਕ ਨਾਮ ਵਾਸਨਾ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ। ਖਸਮ ਪਾਵੇ ਸੋਤੀਆ ਮੁਲ ਜਿੱਦਿਆ ਸੋ ਫਲ ਪਾਏ ਸੀ। ਆਪ ਗਵਾਈਏ ਤਾਂ ਸੋ ਪਾਈਆ ਪਰ ਕੈਸੀ ਚਤੁਰਾਈ। ਸੋ ਕਹੇ ਸੋ ਕੀਜੈ ਤਨ ਮਨ ਦੀਜੈ, ਐਸਾ ਪਰ ਮੁੱਲ ਲਾਈਆ। ਕਿੰਨੀਆਂ ਭਗਤੀਆਂ ਨੇ, ਇੱਕ ਭਗਤੀ ਦਾ ਦਿਖਾਓ। ਕਿਵੇਂ ਤੁਸੀਂ ਮੰਨ ਲਿਆ ਕਿ ਬੋਲਿਆ ਨਹੀਂ ਨਾ ਕੋਈ ਵਿਦਵਾਨਾਂ ਨੂੰ? ਜਾਣ ਕੇ ਸੁਣੀ ਗਏ ਸੀਗੇ, ਚਲ ਬੋਲੀ ਜਾਣ ਦੋ, ਤੇ ਛੇਤਰ ਪੈਣਗੇ, ਚੁੱਪ ਕਰ ਜਾਣਗੇ। ਇਹਨਾਂ ਦਾ ਕੀ ਹੈ? ਇਹਨਾਂ ਦਾ ਬੇਸ ਹੀ ਕੁਛ ਨਹੀਂ ਹੈ ਗੁਰਬਾਣੀ ਚੋਂ। ਜੋ ਵਿਦਵਾਨ ਬੋਲ ਰਹੇ ਨਾ ਗੁਰਬਾਣੀ ਚੋਂ, ਬੇਸ ਕੁਛ ਨਹੀਂ ਇਹਨਾਂ ਦਾ। ਇਹਨਾਂ ਦੇ ਆਪਣੇ ਮਨ ਦੇ ਖਿਆਲ ਨੇ, ਇਹ ਸੰਸਾਰ ਤੋਂ ਪ੍ਰਭਾਵਿਤ ਨੇ। ਕਿਤੇ ਇਹਨਾਂ ਦੇ ਆਪਣੇ ਮਨ ਦੀ ਸਿੱਖੀ ਹੈ, ਗੁਰਬਾਣੀ ਦੇ ਆਧਾਰ ਤੇ। ਇਹਨਾਂ ਦੀ ਸਿੱਖੀ ਗੁਰਬਾਣੀ ਦੇ ਆਧਾਰ ਤੇ ਨਹੀਂ, ਇਹਨਾਂ ਦੇ ਖਿਆਲ ਗੁਰਬਾਣੀ ਦੇ ਉੱਤੇ ਆਧਾਰਿਤ ਹਨ ਨਹੀਂ। ਗੁਰਬਾਣੀ ਆਪਣੀ ਜਗ੍ਹਾ ਖੜੀ ਹੈ, ਤੁਸੀਂ ਆਪਣੀ ਜਗ੍ਹਾ ਖੜੇ ਹੋ। ਤੁਹਾਡੀ ਮਰਜ਼ੀ ਦੀ ਸਿੱਖੀ, ਤੁਸੀਂ ਆਪਣਾ ਗ੍ਰੰਥਨਾਮਾ ਲਿਖ ਲਓ। ਅੱਗੇ ਬਨਿਆਰਾਂ ਵਾਲਿਆਂ ਨੇ ਲਿਖੇ ਲਿਆ ਸੀ, ਤੁਸੀਂ ਲਿਖ ਲਓ। ਤੁਸੀਂ ਆਪਣਾ ਨਵਾਂ ਲਿਖ ਲਓ ਅਲੱਗ। ਜਿਹੜੇ ਲੋਕ ਤੁਹਾਡੇ ਨਾਲ ਲੱਗਦੇ ਨੇ ਜੋੜ ਲਓ। ਸਾਰੇ ਤੁਸੀਂ ਛੱਡ ਜਾਓ ਸਿੱਖੀ ਨੂੰ। ਸਮਾਂ ਚੰਗਾ ਹੈ, ਜੋ ਬਦਨਾਮੀ ਹੁੰਦੀ ਹੈ ਹਟ ਜਾਊਗੀ ਸਿੱਖਾਂ ਦੀ ਵਰਡ ਵਿੱਚ। ਜਿੰਨੇ ਸਿੱਖ ਘਟ ਜਾਣਗੇ ਉਹਦੀ ਵਧੀਆ ਸਿੱਖੀ ਔਰ ਵਧੀਆ ਇੱਜ਼ਤ ਹੋਊਗੀ। ਜਿੰਨੇ ਥੋੜੇ ਰਹਿ ਜਾਣਗੇ, ਉਹ ਕੰਧ ਜ਼ਿਆਦਾ ਨਹੀਂ ਪਾਇਆ ਹੈ।
ਜਿਹੜਾ ਗੰਦ ਪਿਆ ਹੈ ਸਿੱਖੀ 'ਚ, ਜੇ ਸਾਰੇ ਸਿੱਖੀ ਨੂੰ ਛੱਡ ਜਾਣ, ਨਰੋਲ ਰਹਿ ਜਾਣ, ਸੋਨਾ ਨਰੋਲ ਰਹਿ ਜਾਵੇ। ਜੇ ਹੁਣ 100 ਕੁਇੰਟਲ ਤਾਂਬੇ 'ਚ 1 ਕੁਇੰਟਲ ਸੋਨਾ ਲਾ ਦਈਏ, ਉਹਨੂੰ ਕੋਈ ਸੋਨਾ ਕਹੂਗਾ? 100 ਕੁਇੰਟਲ ਤਾਂਬੇ 'ਚ ਪਿੱਤਲ 'ਚ ਕੁਇੰਟਲ ਸੋਨਾ ਲਾ ਦਈਏ, ਉਹਨੂੰ ਕੋਈ ਸੋਨਾ ਕਹੂਗਾ? ਇਹਦਾ ਇਹ ਹੋਇਆ ਹੋਇਆ। ਇੱਦਾਂ ਤਾਂ 1000 ਕੁਇੰਟਲ 'ਚ ਕੁਇੰਟਲ ਕਹੋ ਤੁਸੀਂ। ਗੁਰੂ ਤਾਂ ਕਹਿੰਦਾ ਕੋਟਣ ਮੈਂ ਨਾਨਕ ਕਹੂ ਨਾਰਾਇਣ ਜੀ, ਪਰ ਚਲੋ ਜੇ ਨਾਰਾਇਣ ਜੀਤ ਵਾਲਾ ਕੋਟਣ ਮੇ ਕਹੂਗਾ, ਇੱਛਾ ਵਾਲੇ ਤਾਂ ਕਾਫੀ ਨੇ ਨਾ, ਜਿਹਨਾਂ ਦੇ ਅੰਦਰ ਇੱਛਾ ਸਿੱਖੀ ਦੀ, ਉਹ ਤਾਂ ਬਹੁਤ ਨੇ। ਉਹ 100 ਚੋਂ ਹੋ ਸਕਦੇ ਨੇ 2-4, 100 ਚੋਂ 2-4 ਹੋ ਸਕਦੇ ਨੇ ਜਿਹਨਾਂ ਨੂੰ ਇੱਛਾ ਕਿੱਧਰ ਜ਼ਿਆਦਾ ਵੀ ਹੋ ਸਕਦੇ ਨੇ। ਜਦੋਂ ਪਤਾ ਲੱਗੂ ਫਿਰ ਜ਼ਿਆਦਾ ਵੀ ਹੋ ਸਕਦੇ ਨੇ, ਪਰ ਨਰੋਲ ਰਹਿ ਜਾਣਾ ਚੰਗਾ। ਉਹਨਾਂ ਨਾਲ ਹੋਰ ਵੀ ਜੁੜ ਜਾਣਗੇ, ਈਸਾਈਆਂ ਚੋਂ, ਹਿੰਦੂਆਂ 'ਚ। ਇਹ ਵੀ ਤਾਂ ਹਿੰਦੂ ਨੇ, ਇਹਨਾਂ ਦਾ ਕਹਿਣਾ ਕੌਣ? ਹਿੰਦੂ ਤਾਂ ਕੱਚਾ ਦੁੱਧ ਨੇ, ਅਸੀਂ ਇਹ ਸਮਝਦੇ ਹਾਂ। ਇਹ ਵਿਗੜਿਆ ਹੋਇਆ ਦੁੱਧ ਨੇ, ਉਹ ਵਿਗੜਿਆ ਦੁੱਧ ਨਾਲ ਕੱਚਾ ਦੁੱਧ ਚੰਗਾ ਹੁੰਦਾ। ਕੱਚੇ ਦੁੱਧ ਜੋ ਮਰਜ਼ੀ ਬਣਾ ਲਓ, ਤੁਸੀਂ ਦਹੀਂ ਬਣਾ ਲਓ। ਉਹ ਹਿੰਦੂ ਮਤ ਛੱਡ ਕੇ ਹੀ ਆਉਣਗੇ, ਤਾਂ ਛੱਡ ਕੇ ਹੀ ਆਉਣਗੇ ਨਾ। ਛੱਡਣਾ ਵੀ ਕੀ ਹੈ? ਦਰੁਸਤੀ ਕਰਕੇ ਆਉਣਗੇ। ਛੱਡਣੀ ਕੀ ਹੈ? ਛੱਡਣ ਨੂੰ ਕੁਝ ਨਹੀਂ ਆ। ਮੂਰਤੀ ਪੂਜਾ ਛੱਡਣੀ ਹੈ, ਇਹ ਗੱਲ ਸਮਝੀਏ ਭਾਈ। ਮੂਰਤੀ ਜੋਤ ਨਹੀਂ ਹੁੰਦੀ, ਨਾ ਜੋਤ ਹੁੰਦੀ ਆ ਜਾਤ ਨਹੀਂ ਹੁੰਦੀ। ਨਹੀਂ ਇੰਨੀਆਂ ਗੱਲ ਆ, ਹੋਰ ਦੱਸ ਕੀ ਗੱਲ ਹੈ ਇਹਦੇ 'ਚ? ਵੀ ਐਵੇਂ ਜਾਤ ਤੇ ਆਪਾਂ ਸਰੀਰ ਤੇ ਖੜ ਕੇ, ਸਰੀਰ ਤਾਂ ਮਾਇਆ, ਗੱਲ ਜੋਤ ਦੀ। ਇੰਨਾ ਹੀ ਫਰਕ ਹੈ। ਹਿੰਦੂਆਂ ਦਾ ਫਰਕ ਹੋਰ ਕੀ ਹੈ? ਕੁਛ ਵੀ ਨਹੀਂ। ਇਹੀ ਗੱਲ ਸਮਝਾਈ ਸੀ ਤਾਂ ਹਿੰਦੂ ਸਿੱਖ ਹੋ ਗਏ ਸੀ। ਬਾਕੀ ਉਹ ਆਪੇ ਛੱਡ ਦੇਣਗੇ। ਜਿਹਨਾਂ ਨੇ ਛੱਡਣੀ ਉਹ ਸਿੱਖ ਬਣ ਜਾਣਗੇ, ਜਿਹਨਾਂ ਨਹੀਂ ਛੱਡਣੀ ਉਹਨਾਂ ਦੀ ਮਰਜ਼ੀ ਹੈ, ਜਿਵੇਂ ਕਿਸੇ ਨੂੰ ਚੰਗੀ ਲੱਗਦੀ ਹੈ। ਧਰਮ ਦੇ ਵਿੱਚ ਕਿਹੜਾ ਕੋਈ ਜ਼ਬਰਦਸਤੀ ਦੀ ਗੱਲ? ਅਗਲੇ ਨੇ ਆਪਣੇ ਖਾਤਰ ਧਰਮ ਧਾਰਨ ਕਰਨਾ, ਆਪਣਾ ਜਿਹਨੇ ਜੀਵਨ ਸਵਾਲ ਨਹੀਂ ਸਵਾਲਣਾ ਸਵਾਰੇ। ਇੱਥੇ ਕਿਹੜਾ ਕੋਈ ਟੈਕਸ ਲੱਗਦਾ ਵੀ ਉਹਨਾਂ ਤੋਂ ਗਾਂ ਪਈ? ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਇਹ ਤਜੋ ਜੀ ਜਾਨੀ ਰੇ, ਕਲੱਤਰ ਪੁੱਤਰ ਲక్ష్ਮੀ ਮਾਇਆ। ਕਲੱਤਰ ਔਰਤ ਨੂੰ ਤਜੋ ਰੱਖਿਆ, ਔਰਤ ਨੂੰ ਨਹੀਂ ਕਿਹਾ ਵੀ ਆਦਮੀ ਨੂੰ ਤਜ। ਦੋਏ ਬਰਾਬਰ ਕਿਵੇਂ ਕਰਦੇ? ਕਿਹੜੇ ਹਿਸਾਬ ਨਾਲ ਕਰਦੇ ਇਹਨਾਂ ਨੇ? ਉਹਨੇ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ। ਜਿਹੜਾ ਤੁਸੀਂ ਹੁਣ ਤੇ ਪ੍ਰਚਾਰ ਕੀਤਾ, ਉਹਦਾ ਜਵਾਬ ਕੀ ਹੈ? ਤੁਹਾਡੇ ਬੇਸ ਕੀ ਹੈ ਗੁਰਬਾਣੀ 'ਚ? ਉਹ ਦੱਸੋ। ਤੁਸੀਂ ਕਿਉਂ ਪ੍ਰਚਾਰ ਕੀਤਾ ਜੇ ਤੁਹਾਡੇ ਕੋਲ ਬੇਸ ਹੈ? ਸੰਤਾਂ ਨਾਲੋਂ ਜ਼ਿਆਦਾ ਅਪਰਾਧੀ ਵਿਦਵਾਨ ਨੇ। ਜੇ ਸੰਤ ਅਪਰਾਧੀ ਨੇ, ਵਿਦਵਾਨਾਂ ਤੋਂ ਜ਼ਿਆਦਾ ਅਪਰਾਧੀ ਨੇ। ਬਹੁਤੀ ਗੜਬੜ ਵਿਦਵਾਨਾਂ ਨੇ ਕੀਤੀ ਹੋਈ ਹੈ। ਆ ਜਿਹੜੀ ਅੱਜ ਗੜਬੜ ਹੋ ਰਹੀ ਹੈ ਬੰਦੇਵਾਦ ਵਾਲੀ, ਵੀ ਵਿਦਵਾਨਾਂ ਦੀ ਕੀਤੀ ਹੋਈ ਹੈ। ਬਿਲਕੁਲ ਸਿੱਖੀ ਚੜਦੀ ਹੈ ਅੱਜ ਇਹਨੂੰ। ਇੱਕ ਪਾਸੇ ਗੁਰੂ ਘਰ ਨਾਲ ਖੜੇ ਹੋ ਤੁਸੀਂ, ਜਾਂ ਗੁਰੂ ਘਰ ਦੇ ਵਿਰੋਧੀਆਂ ਨਾਲ ਖੜੇ ਹੋ। ਜੇ ਦੋਹਾਂ ਨਾਲ ਖੜੇ ਹੋ ਤੁਸੀਂ, ਗੱਗਾ ਗਏ ਗੱਗਾ ਰਾਮ, ਜਮਨਾ ਗਏ ਜਮਨਾ ਦਾਸ। ਇਹ ਤਾਂ ਗੱਗਾ ਗਏ ਗੱਗਾ ਰਾਮ, ਜਮਨਾ ਗਏ ਜਮਨਾ ਦਾਸ। ਕਦੇ ਬੰਦਾ ਬਾਹਰ ਵੀ ਤੁਹਾਨੂੰ ਹੋ ਜਾਈਏ। ਮਾਤਾ ਸੁੰਦਰੀ ਵੀ ਹੋ ਜੀ ਹੋਏ, ਫਿਰ ਕੀ ਹੈ? ਮਾਤਾ ਸੁੰਦਰੀ ਵੀ ਹੋ ਜੀ ਹੋਈ ਹੈ। ਮਾਤਾ ਸੁੰਦਰੀ ਦਾ ਜੇ ਵਿਰੋਧੀ ਹੈ, ਤੁਹਾਨੂੰ ਬੁਰਾ ਨਹੀਂ ਲੱਗਦਾ ਉਹ। ਜੇ ਖਾਲਸੇ ਦਾ ਵਿਰੋਧੀ ਹੈ, ਤਦ ਖਾਲਸੇ ਦਾ ਵਿਰੋਧੀ ਹੈ, ਤੁਹਾਡੇ ਵਾਸਤੇ ਵਿਰੋਧੀ ਨਹੀਂ, ਤੁਹਾਡਾ ਵਿਰੋਧੀ ਨਹੀਂ। ਤੇ ਫਿਰ ਗੁਰਮਤਿ ਨਾਲ ਤੁਹਾਡਾ ਕੀ ਸੰਬੰਧ? ਗੁਰੂ ਘਰ ਨਾਲ ਕੀ ਸੰਬੰਧ ਰਹਿ ਗਿਆ ਤੁਹਾਡਾ? ਪੈਸਾ ਗੁਰੂ ਘਰ ਦਾ ਤੇ ਸੋਭਾ ਬੰਦੇ ਬਾਹਰ ਦੀ, ਗੁਰੂ ਘਰ ਦੇ ਦੋਖੀ ਦੀ, ਗੁਰਮਤਿ ਦੇ ਦੋਖੀ ਦੀ। ਇਹਦਾ ਜਵਾਬ ਦੇਣਾ ਪਊ। ਸੈਟੀਸਫਾਈ ਕਰਾਉਣਾ ਪਊ ਸੰਤ ਨੂੰ ਇਹ ਕਹਿ ਕੇ ਕਿਉਂ ਕੀਤਾ ਤੁਸੀਂ? ਸੈਟੀਸਫਾਈ ਕਰਾਓ, ਕਿਉਂ ਕੀਤਾ? ਕੀ ਲੋੜ ਪਈ ਸੀ ਇਹਦੀ? ਇਹਦੀ ਲੋੜ ਕੀ ਸੀ ਇਹ ਦੱਸੋ। ਨਵਾਂ ਕੰਮ ਤੁਸੀਂ ਕਿਉਂ ਕੀਤਾ? ਜਾਂ ਇੱਥੇ ਜਿਹੜੀ ਲਕੀਰ ਅੱਜ ਤਾਈਂ ਕੱਢੀ ਹੋਈ ਸੀ, ਤੁਸੀਂ ਦੁਬਾਰਾ ਇਹ ਕੀਤੀ ਕਿਉਂ? ਇਹਦੇ ਨੂੰ ਗਏ ਕਿਉਂ? ਕਿਹਦੀ ਯਾਦ ਨਾਲ ਗਏ? ਤੇ ਜਿਹੜਾ ਤਤ ਖਾਲਸਾ ਉਹਨਾਂ ਦਾ ਵਿਰੋਧ ਕਰਨਾ ਹੀ ਹੈ। ਤਤ ਖਾਲਸਾ ਨੇ ਅੱਗੇ ਬੰਦੇ ਬਾਦ ਦਾ ਵਿਰੋਧ ਕੀਤਾ ਸੀ, ਹੁਣ ਵੀ ਕਰੂਗਾ। ਦੋ ਧੜੇ ਹੋ ਜਾਣਗੇ।
ਤਤ ਖਾਲਸੇ ਦਾ ਹੋ ਜੂਗਾ, ਇੱਕ ਦੋਹਾਂ ਦਾ ਹੋ ਜੂ। ਆ ਹੈ ਤਤ ਖਾਲਸਾ, ਸੋਖਦੇ ਨੂੰ ਕੀ ਪਤਾ ਤਤ ਖਾਲਸਾ ਕੀ ਹੁੰਦਾ। ਉਹ ਤਾਂ ਬਹੁਤ ਇਹਦਾ ਲਓ ਵੀ ਗਾਹ ਅਜੋ ਇਹ ਤਾਂ ਬੜੇ ਹੋਣਗੇ, ਉਹ ਤਾਂ ਮੁੰਨ ਵਾਲਾ ਹੀ ਨਹੀਂ ਹੈ। ਇਹ ਤਾਂ ਗਲਤੀ ਮੰਨ ਵੀ ਲੈਣੇ ਨਾ, ਜਦੋਂ ਕੋਈ ਆਦਮੀ ਵੀ ਸਾਤੇ ਗਲਤੀ ਹੋ ਗਈ, ਉਹ ਤਾਂ ਮੰਨਣ ਵਾਲਾ ਹੀ ਨਹੀਂ ਹੈ ਗਲਤੀ। ਇਹ ਤਾਂ ਮਹਿਸੂਸ ਕਰ ਵੀ ਲੈਣ ਵੀ ਹਾਂ ਬਈ ਗਲਤੀ ਹੋ ਗਈ, ਜਲਦਬਾਜ਼ੀ ਹੋ ਗਈ, ਗਲਤੀ ਹੈ। ਉਹ ਨਹੀਂ ਮੰਨ ਸਕਦਾ। ਹਾਂਜੀ, ਦਲੀਲ ਦੇ ਸਕਦੇ ਨੇ ਕਿ ਵੀ ਸਰਹੰਦ ਦਾ ਫਤਿਹ ਕੀਤੀ ਹੋਈ ਸੀ, ਤਾਂ ਉਹ ਗੱਲ ਮੰਨਦੇ। ਰਾਮ ਰਾਏ ਦੀ ਕਿਉਂ ਨਹੀਂ ਬਣਾਉਂਦੇ ਫਿਰ ਬਖਸ਼ੀ ਜਨਮ ਦਿਨ? ਰਾਮ ਰਾਏ ਦਾ ਜਨਮ ਦਿਨ ਕਿਉਂ ਨਹੀਂ ਬਣਾਉਂਦੇ? ਸ੍ਰੀ ਚੰਦ ਦਾ ਜਨਮ ਦਿਨ ਕਿਉਂ ਨਹੀਂ ਬਣਾਉਂਦੇ? ਰਾਮ ਰਾਏ ਦਾ ਗੁਰੂ ਸਾਹਿਬ ਨੇ ਭੇਜਿਆ ਸੀ ਨਾ ਦਿੱਲੀ, ਜਦ ਤੇ ਉਹਨੇ ਕਹਿ ਦਿੱਤਾ ਮਿੱਟੀ ਬੇਈਮਾਨ ਕੀ, ਉਹਦਾ ਜਨਮ ਉਹਨੂੰ ਕਿਉਂ ਛੱਡਿਆ ਹੋਇਆ? ਪਹਿਲਾਂ ਤਾਂ ਗੁਰੂ ਸਾਹਿਬ ਨੇ ਭੇਜਿਆ ਜਨਮ ਦਿਨ, ਤਾਂ ਉਹਦਾ ਬਣਾ ਸਕਦੇ ਹੋ, ਉਹਦਾ ਕਿਉਂ ਨਹੀਂ ਬਣਾਉਂਦੇ? ਸੁਭਾਅ ਰਲਦਾ ਬੰਦੇ ਬਾਦ ਵਾਲਾ ਰਾਜ ਕਰੇਗਾ ਖਾਲਸਾ ਵਾਲਾ, ਤਾਂ ਬਣਾਉਂਦੇ ਨੇ। ਖਾਲਸਾ ਉਸੇ ਨੇ ਨਾਰਾ ਦਿੱਤਾ, ਰਾਜ ਕਰੇਗਾ ਖਾਲਸਾ। ਗੁਰਮਤਿ ਦਾ ਵਿਰੋਧ ਕਰਕੇ ਖਾਲਸਾ ਰਾਜ ਕਰੇਗਾ, ਉਹਨੇ ਦਿੱਤਾ ਨਾਰਾ, ਇਹ ਤਾਂ ਬਣਾਉਂਦੇ ਨੇ। ਇਹਨਾਂ ਦਾ ਵੀ ਨਾਰਾ ਹੈ, ਉਹਦਾ ਨਹੀਂ ਬਣਾਉਂਦੇ। ਰਾਮ ਰਾਏ ਦਾ ਨਹੀਂ ਬਣਾਉਂਦੇ। ਰਾਮ ਰਾਏ ਤੇ ਇਹਨਾਂ ਨੇ ਕੀ ਲੈਣਾ? ਪਰ ਜਵਾਬ ਹੈ, ਇੱਕ ਨਵਾਂ ਸਵਾਲ ਹੈ, ਉਹਦਾ ਜਨਮ ਦਿਨ ਕਿਉਂ ਨਹੀਂ ਬਣਾਉਂਦੇ? ਉਹ ਕਹਿੰਦੇ ਬੁਰਾ ਲੱਗਦਾ, ਉਹਨੇ ਤਾਂ ਕੋਈ ਅਪਰਾਧ ਨਹੀਂ ਕੀਤਾ। ਇਹਨੂੰ ਅਪਰਾਧ ਉਹਦਾ ਇੰਨਾ ਹੈ ਕਿ ਗੁਰੂ ਨੇ ਕਹਿਤਾ ਸੀ, ਗੁਰੂ ਤੋਂ ਆਖਿਰ ਮਾਫੀ ਨਹੀਂ ਮੰਗੀ, ਬਾਅਦ ਚ ਇੰਨਾ ਹੀ ਅਪਰਾਧ। ਤੇ ਬੰਦੇ ਬਹਾਦਰ ਨੇ ਤੋਂ ਮਾਫੀ ਮੰਗ ਲਈ, ਇਹ ਤੁਸੀਂ ਮਾਫ ਕਰਤਾ, ਉਹਨੂੰ ਮਾਫ ਨਹੀਂ ਕੀਤਾ। ਇਹ ਕੀ ਗੱਲ ਹੈ? ਬਹੁਤ ਕੁਛ ਹੈ ਕਹਿਣ ਨੂੰ, ਬੋਲਣ ਤਾਂ ਸਹੀ, ਜਿੱਥੋਂ ਬੋਲਣਗੇ ਫਿਰ ਦੱਸੂਗਾ ਇਹਨਾਂ। ਜਦ ਬੋਲਣਗੇ ਨਾ, ਇਹਦਾ ਸਪਸ਼ਟੀਕਰਨ ਦੇਣਗੇ, ਫਿਰ ਦੱਸਾਂਗੇ ਨਾ ਤੁਹਾਡੇ ਕੋਲ ਹੈ ਕੀ। ਜਦੋਂ ਮੱਤ ਮਾਰੀ ਜਾਂਦੀ ਹੈ ਨਾ ਕਿਸੇ ਆਦਮੀ ਦੀ, ਉਹ ਤਾਂ ਭ੍ਰਸ਼ਟ ਹੋ ਜਾਂਦੀ ਹੈ, ਫਿਰ ਉਹ ਏਦਾਂ ਹੀ ਕਰਦਾ, ਅੰਨਾ ਹੋ ਜਾਂਦਾ। ਇਹ ਤਾਂ ਕਰਦੇ ਨੇ, ਜਦੋਂ ਮੱਤ ਮਾਰੀ ਜਾਂਦਾ ਅੰਨਾ ਹੋ ਜਾਂਦਾ। ਅੰਨਾ ਭੋਲਾ ਮਾਇਆਧਾਰੀ, ਅੰਨਾ ਭੋਲਾ। ਇਹਨਾਂ ਕੋਲ ਕੀ ਜਵਾਬ ਸਰ? ਉਹਨੇ ਬੋਲਿਆ ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ ਰੇ, ਇਹ ਤਜੋ ਜੀ ਜਾਨੀ ਰੇ। ਕੈਦ ਕਬੀਰ ਸੁਣੋ ਰੇ ਸੰਤੋ, ਮਿਲ ਹੈ ਸਾਰੰਗ ਪਾਣੀ ਰੇ। ਕੈਦ ਕਬੀਰ ਸੁਣੋ ਰੇ ਸੰਤੋ, ਮਿਲ ਹੈ ਸਾਰੰਗ ਪਾਣੀ ਰੇ। ਜਿਵੇਂ ਸਾਰੰਗ ਨੂੰ ਪਾਣੀ ਮਿਲ ਜਾਵੇ, ਪਾਣੀ ਦੇ ਕੋਲੇ ਬਹਿ ਜਾਵੇ, ਸਾਰੰਗ ਜਾਂਦਾ ਉਹ ਤੋਂ ਐ ਮਿਲ ਗਿਆ। ਮੈਂ ਜਿਵੇਂ ਸਾਰੰਗ ਔਰ ਪਾਣੀ ਇਕੱਠੇ ਹੋ ਜਾਣ। ਅਭੀ ਆ ਜਿਹੜਾ ਪਾਣੀ ਦੀ ਹਰ ਵਕਤ ਰੱਟ ਲਾਈ ਬੈਠਾ, ਉਹਨੂੰ ਪਾਣੀ ਹੀ ਮਿਲ ਜੇ, ਜਲ ਚੈਨ ਵਾਸ ਹੋ ਜਾਏ ਉਹਦਾ, ਫਿਰ ਉਹਨੂੰ ਹੋਰ ਕੀ ਚਾਹੀਦਾ? ਵਿਦਿਆ ਨਾ ਕਰੋ ਬਾਦ ਨਾ ਜਾਣੋ, ਹਰ ਗੁਣ ਕਥਤ ਸੁਣਤ ਬਹੁਰਾਨੂ। ਆ ਦੇਖੋ ਇੱਥੇ ਵਿਦਵਾਨਾਂ ਦੇ ਪੂਰਾ ਦਵਾਲਾ ਆਤਾ। ਕਬੀਰ ਕਹਿੰਦਾ ਬਾਦ ਵਿਵਾਦ ਉਹਨਾਂ ਚਿਰ ਮੈਂ ਵੀ ਕਰਦਾ ਰਿਹਾ। ਇਹਦੇ ਆਪਣੇ ਵਿੱਚ ਬਾਦ ਵਿਵਾਦ ਦੀਆਂ ਬਹੁਤ ਗੱਲਾਂ ਨੇ, ਸਮਝਿਆ ਨਹੀਂ? ਜਿੰਨਾ ਚਿਰ ਸਿਰ ਵਿਦਿਆ ਦੇ ਉੱਤੇ ਖੜਾ ਸੀ। ਹੁਣ ਮੈਂ ਵਿਦਿਆ ਨਹੀਂ ਪੜ੍ਹਦਾ, ਅਸਲ 'ਚ ਉਹ ਵਿਦਿਆ ਜਿਹੜੀ ਇਹ ਵਿਦਵਾਨ ਪੜ੍ਹਦੇ ਨੇ, ਜਿਹੜੀ ਯੂਨੀਵਰਸਿਟੀਆਂ ਦੀ ਵਿਦਿਆ ਤਾਂ ਹੀ ਧੱਕਾ ਕੋ ਧੱਕਾ ਦਾ ਫਰਕ ਨਹੀਂ ਇਹਨਾਂ ਨੂੰ ਪਤਾ। ਵਿਦਿਆ ਵਾਲਿਆਂ ਨੂੰ ਨਹੀਂ ਪਤਾ ਹੈਗਾ। ਵਿਦਿਆ ਵਾਲਿਆਂ ਨੂੰ, ਜਿਹਨਾਂ ਵਿਦਿਆ ਸੋਧ ਲਈ, ਉਹਨਾਂ ਨੇ ਕੋਈ ਧੱਕਾ ਲਫ਼ਜ਼ ਨਵਾਂ ਬਣਾ ਲਿਆ। ਇੱਕ ਲਫ਼ਜ਼ ਦੇ ਦੋ ਅਰਥ ਆਪਾਂ ਵਿਰੋਧੀ ਨਹੀਂ ਹੋ ਸਕਦੇ। ਜੇ ਦੋ ਇੱਕੋ, ਫਿਰ ਤਾਂ ਕੋਈ ਨਿਯਮ ਨਾ ਰਿਹਾ, ਫਿਰ ਤਾਂ ਜੋ ਮਰਜ਼ੀ ਅਰਥ ਕਰੀ ਜਾਵੇ, ਫਿਰ ਅਰਥ ਜੋ ਮਰਜ਼ੀ ਕਰੀ ਜਾਓ। ਇਸ ਕਰਕੇ ਜੋ ਮਰਜ਼ੀ ਅਰਥ ਕਰੀ ਜਾਂਦੇ ਨੇ ਗੁਰਬਾਣੀ ਦੇ, ਇਹਦੇ ਅਰਥ ਜੋ ਮਰਜ਼ੀ ਨਹੀਂ ਹੋ ਸਕਦੇ। ਹਾਂਜੀ, ਵਿਦਿਆ ਨਾ ਪੜ੍ਹੋ ਬਾਦ ਨਾ ਜਾਣੋ, ਹਰ ਗੁਣ ਕਥਤ। ਜਿਹੜੇ ਵਿਦਵਾਨ ਨੇ ਬਾਦ ਕਿਉਂ ਪਏ ਹੋਏ ਨੇ, ਉਹ ਵਿਦਿਆ ਮਹਿਲ ਵਿਦਿਆ ਤੇ ਹੀ ਖੜੇ ਨੇ। ਉਹ ਵਿਦਿਆ ਅਵਿਦਿਆ। ਬਾਦ ਨਹੀਂ ਜਾਣੂ, ਮੈਂ ਬਾਦ ਨਹੀਂ ਜਾਣਦਾ, ਬਾਦ ਹੁਣ ਮੈਂ ਨਹੀਂ ਕਰਦਾ, ਕਿਉਂਕਿ ਮੈਂ ਵਿਦਿਆ ਨਹੀਂ ਪੜ੍ਹਦਾ। ਸਿਮਰਤ ਸ਼ਾਸਤਰ ਮਹਿਲ ਵਿਦਿਆ।
ਗੁਰਬਾਣੀ ਵਿਦਿਆ ਨਹੀਂ ਹੈ, ਬ੍ਰਹਮ ਵਿਦਿਆ। ਗੁਰਬਾਣੀ ਬ੍ਰਹਮ ਵਿਦਿਆ ਹੈ, ਵਿਦਿਆ ਨਹੀਂ ਹੈ। ਜਿਹੜੇ ਇਹਨੂੰ ਵਿਦਿਆ ਸਮਝਦੇ ਨੇ ਮੂਰਖ ਨੇ, ਤਾਂ ਹੀ ਉਹਨਾਂ ਦੀ ਸਮਝ ਨਹੀਂ ਆਈ। ਵਿਦਵਾਨਾਂ ਦੇ ਲੈਵਲ ਤੋਂ ਉੱਪਰ ਦੀ ਗੱਲ ਹੈ ਬ੍ਰਹਮ ਵਿਦਿਆ, ਉਹਨਾਂ ਕੋ ਵਿਦਿਆ, ਉਹਨਾਂ ਦੀ ਸਮਝ ਆ ਹੀ ਨਹੀਂ ਸਕਦੀ ਹੈ। ਕੋ ਧੱਕੇ ਯਾਰ, ਧੱਕੇ ਦਾ ਮਤਲਬ ਇੱਥੇ ਹੀ ਹੈ ਪਿਆ। ਉਹਨਾਂ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ। ਹਾਂਜੀ, ਵਿਦਿਆ ਨਾ ਪੜੂ ਬਾਦ ਨਾ ਜਾਣੂ। ਹਰ ਗੁਣ ਕਥਤ ਸੁਣਤ ਬਹੁ ਰਾਮ। ਹਰ ਗੁਣ ਕਥਤ, ਹਰ ਗੁਣ ਹਰ ਦੇ ਗੁਣਾਂ ਦਾ ਕਥਨ ਕਰ ਰਹੇ ਹਾਂ ਗੁਰਬਾਣੀ ਚ। ਸੁਣਤ ਬਹੁ ਰਾਮ, ਬਹੁ ਰਾਮ। ਮੈਂ ਤਾਂ ਪਾਗਲ ਹੋਇਆ ਪਿਆ, ਮੈਂ ਤਾਂ ਮਸਤ ਹੋਇਆ ਪਿਆ, ਬੌਰਾ ਹੋਇਆ ਪਿਆ। ਮੈਂ ਤਾਂ ਇਹਨਾਂ ਦੇ ਵਿੱਚ ਮਗਨ ਹੋਇਆ ਪਿਆ। ਬੌਰਾ ਨੂੰ ਮਗਨ ਹੋ ਜਾਣਾ, ਬੌਰਾ ਹੋ ਜਾਣਾ। ਸੰਸਾਰ ਦੀ ਨਿਗਾਹ 'ਚ ਬੌਰਾ ਹੈ, ਉਹ ਮਗਨ। ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਉਹ ਜੇ ਮੈਨੂੰ ਬੌਰਾ ਕਹਿੰਦੇ ਨੇ, ਮਗਨ ਹੋਏ ਹੋਏ ਨੂੰ ਬੌਰਾ ਕਹਿੰਦੇ ਨੇ ਬਾਬਾ, ਤਾਂ ਮੈਂ ਠੀਕ ਹਾਂ। ਇਹ ਸਾਰੇ ਸਿਆਣੇ ਨੇ, ਸਭ ਖਲਕ ਸਿਆਣੀਆਂ, ਮੈਂ ਬੌਰਾ। ਮੈਂ ਬੌਰਾ ਹੀ ਚੰਗਾ ਭਾਈ। ਹੋਰ ਦੱਸੋ। ਮੈਂ ਬਿਗੜੇ ਮਤ ਔਰਾ। ਮੈਂ ਤਾਂ ਵਿਗੜ ਗਿਆ, ਬੌਰਾ ਹੋ ਗਿਆ। ਹੋਰ ਨਾ ਕੋਈ ਵਿਗੜ ਜਾਓ। ਦੇਖਿਓ ਤੁਸੀਂ ਬਚ ਕੇ ਰਹੋ ਵਿਗੜਨ ਤੇ। ਤੁਸੀਂ ਮੇਰੇ ਰਾਹ ਨਾ ਚੱਲਿਓ, ਤੁਸੀਂ ਮੇਰੀ ਗੱਲ ਨਾ ਸੁਣਿਓ, ਨਾ ਮੰਨਿਓ। ਆਪ ਨਾ ਬੌਰਾ, ਜਿਹੜਾ ਵਿਗੜ ਜਾਂਦਾ ਹੈ ਉਹ ਕੀ ਕਹਿ ਦੇਵੇ ਕੁਝ ਪਤਾ ਨਹੀਂ। ਜਿਹੜਾ ਵਿਗੜਿਆ ਹੋਇਆ ਬੰਦਾ ਆਉਂਦਾ ਥਾਣੇਦਾਰ ਨੂੰ ਕੀ ਬੋਲ ਦੇਵੇ ਮੂਹਰੇ ਤੇ ਕੋਈ ਪਤਾ ਨਹੀਂ। ਕਿਸੇ ਅਫਸਰ, ਕਿਸੇ ਜੱਜ ਨੂੰ ਵਿਗੜਿਆ ਹੈ, ਉਹ ਵੀ ਵਿਗੜਿਆ ਹੋਇਆ ਸਮਝਦੇ ਨੇ। ਇਸ ਕਰਕੇ ਭਗਤ ਵਿਗੜ ਗਏ। ਇਹਨਾਂ ਲੋਕਾਂ ਨੂੰ ਕੀ ਕਹਿ ਦੇਣ, ਉਹ ਬੜੇ ਬੜੇ ਹੰਕਾਰੀਆਂ ਨੂੰ ਕੋਈ ਨਹੀਂ। ਵਿਗੜੇ ਤਾਂ ਨੇ ਨਾ, ਜੋ ਮਰਜ਼ੀ ਬੋਲ ਦਿੰਦੇ ਨੇ। ਮਰਜ਼ੀ ਨਹੀਂ ਬੋਲਦੇ ਇਹਨਾਂ, ਭਾਵੇਂ ਮਰਜ਼ੀ ਬੋਲਦੇ ਨੇ। ਉਹ ਬੋਲਦੇ ਤਾਂ ਸੱਚ ਨੇ, ਪਰ ਉਹ ਪਰਵਾਹ ਨਹੀਂ ਕਰਦੇ। ਇਵੇਂ ਉਹ ਪਰਵਾਹ ਨਹੀਂ ਕਰਦਾ। ਉਹ ਪੈ ਦਿੰਦਾ ਥਾਣੇਦਾਰ, ਉਹ ਪੈ ਖਾਂਦਾ ਨਹੀਂ, ਉਹ ਤੇ ਤਾਂ ਬੋਲ ਦਿੰਦਾ। ਨਿਰਭੈ ਆਦਮੀ ਜਿਹੜਾ ਹੈਗਾ, ਉਹ ਜੋ ਮਰਜ਼ੀ ਬੋਲ ਦਿੰਦਾ, ਜੋ ਸੱਚ ਹੁੰਦਾ ਬੋਲ ਦਿੰਦਾ। ਨਿਰਭੈ ਦੇ ਬਿਨਾਂ ਸੱਚ ਬੋਲੇ ਨਹੀਂ ਹੁੰਦਾ। ਇਹ ਜਿਹੜੇ ਹੁੰਦੇ ਨੇ ਬੜੇ ਬੜੇ ਸੁੰਗੜ ਜਾਂਦੇ ਨੇ ਸੁਣਦੀ ਸਾਰ। ਇਹ ਕੁੱਤਾ ਇਹਦੇ ਜਿਵੇਂ ਪੂਜਦੇ ਲੈਂਦੇ ਨਾ ਲੱਤਾਂ ਜਿਹਨੂੰ, ਐ ਸੁੰਗੜ ਜਾਂਦੇ ਨੇ ਸੁਣ ਕੇ। ਕੁੱਤਾ ਕੀ ਕਰਦਾ ਫਿਰ, ਇਕੱਠਾ ਜਾਓਗੇ ਪੂਜਦੇ ਲੈਂਦਾ। ਇਹ ਝੂਠੇ ਫਿਰ ਇਦੋਂ ਸਵਾਏ ਕੁਛ ਨਹੀਂ ਹੁੰਦਾ ਇਹਨਾਂ ਕੋਲ। ਹਾਂਜੀ, ਆਪ ਨਾ ਬੌਰਾ ਰਾਮ ਕਿਉਂ ਬੌਰਾ। ਮੈਂ ਆਪ ਬੌਰਾ ਨਹੀਂ ਹੋਇਆ। ਇਹ ਰਾਮ ਨੇ ਬੌਰਾ ਕੀਤਾ, ਮੈਨੂੰ ਰਾਮ ਬੁਲਾਉਂਦਾ, ਮੈਂ ਬੋਲਦਾ। ਤੁਸੀਂ ਬੌਰਾ ਕਹਿੰਦੇ ਹੋ ਨਾ, ਵੀ ਇਹਦਾ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਸਦਾਈ ਹੋ ਗਿਆ ਹੁਣ। ਇਹ ਨਹੀਂ ਪਰਵਾਹ ਕਰਦਾ, ਇਹਨੂੰ ਨਹੀਂ ਹੈਗਾ। ਇਹਦੇ ਵੀ ਤਾਂ ਬੜੇ ਵਡੇਰੇ ਬੰਦੇ ਹੀ ਆਏ ਨੇ ਮੂਰਤੀ ਪੂਜਾ, ਇਹ ਤਾਂ ਉਹਨਾਂ ਦੀ ਵੀ ਪਰਵਾਹ ਨਹੀਂ ਕਰਦਾ। ਜੇ ਮੂਰਤੀ ਪੂਜਾ ਵਾਲੇ ਸਾਰੇ ਪਾਗਲ ਨੇ, ਇਹਦੇ ਬੜੇ ਵਡੇਰੇ ਵੀ ਤਾਂ ਪਾਗਲ ਨੇ। ਫਿਰ ਉਹ ਕਹਿੰਦਾ ਇਸ ਗੱਲ ਦੀ ਮੈਨੂੰ ਪਰਵਾਹ ਨਹੀਂ, ਕੌਣ ਪਾਗਲ ਸੀ ਕੌਣ ਨਹੀਂ ਸੀ, ਪਰ ਮੂਰਤੀ ਪੂਜਾ ਵਾਲੇ ਪਾਗਲ ਨੇ ਸਾਰੇ। ਮੈਨੂੰ ਰਾਮ ਨੇ ਇਹ ਗੱਲ ਬੌਰਾ ਕਰਤਾ। ਉਹ ਕਹਿੰਦਾ ਭੌਂਕ, ਮੈਂ ਭੌਂਕਦਾ ਬਸ। ਰਾਮ ਕਿਉਂ ਬੌਰਾ। ਸਤਿਗੁਰ ਯਾਰ ਵਿਉ ਪਰਮ ਬੌਰਾ। ਪਰ ਇਹ ਗੱਲ ਜ਼ਰੂਰ ਹੈ, ਸੱਚ ਦੇ ਗਿਆਨ ਨੇ ਮੇਰੇ ਅੰਦਰਲਾ ਭਰਮ ਜੋੜਤਾ। ਭਰਮ ਨਹੀਂ ਮੈਨੂੰ ਰਿਹਾ। ਇਹ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਮੇਰੇ ਅੰਦਰ ਭਰਮ ਦੀ ਕੋਈ ਨਹੀਂ ਰਹੀ ਲਕੀਰ। ਤੁਹਾਡੇ ਅੰਦਰ ਤੁਸੀਂ ਭਰਮ ਚੋਂ ਸਾਰੇ ਬੌਰੇ ਤੁਸੀਂ ਹੋ, ਸਮਝਦੇ ਮੈਨੂੰ ਬੌਰੇ ਤਾਂ ਤੁਸੀਂ ਹੋ। ਪਤਾ ਕਰ ਲੱਗੂਗਾ, ਪਤਾ ਅੱਗੇ ਦੱਸਦਾ ਕਰ ਲੱਗੂਗਾ। ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਭਰਮ ਭੁੱਲੋ ਮਤ ਕੋਈ। ਮੈਂ ਤਾਂ ਵਿਗੜ ਗਿਆ, ਮੈਂ ਆਪਣੀ ਮਤ ਖੋਈ ਹੈ ਨਾ। ਜਿਹੜੀ ਮੇਰੀ ਮਤ ਸੀ ਮੈਂ ਉਹ ਖੋਲੀ, ਆਪਣੀ ਮਤ ਖੋਈ। ਮੈਂ ਆਪਣੀ ਮਤ ਸੀ, ਜਿਹੜੀ ਮੇਰੀ ਮਤ ਸੀ ਉਹ ਖਰਤੀ ਨੂੰ। ਮੈਂ ਪਰਮੇਸ਼ਰ ਦੀ ਮਤ ਲੈ ਲਈ, ਆਪਣੀ ਖੋਤੀ। ਤੁਸੀਂ ਆਪਣੀ ਰੱਖੋ, ਤੁਸੀਂ ਆਪਣੀ ਰੱਖੋ, ਮੈਂ ਤਾਂ ਆਪਣੀ ਖੋਤੀ। ਮੈਂ ਪਰਮੇਸ਼ਰ ਦੀ ਮਤ ਲੈ ਲਈ, ਪਰਮੇਸ਼ਰ ਦੀ ਅਕਲ ਲੈ ਲਈ। ਮੈਂ ਜਿਹੜੀ ਉਹਨੇ ਮੈਨੂੰ ਮਤ ਦਿੱਤੀ ਉਹ ਲੈ ਲਈ। ਜਿਹੜੀ ਸੰਸਾਰ ਦੀ ਮਤ ਨੂੰ ਧਿਆਉਂਦੀ, ਸੰਸਾਰ ਦੀ ਮਤ ਨੂੰ ਪਹਿਲਾਂ ਮੈਂ ਆਪਣੀ ਮਤ ਬਣਾ ਲਿਆ ਸੀ। ਮਾਲਾ ਫੇਰਦਾ ਸੀ ਤੁਹਾਡੀ ਮਗਰ ਲੱਗ ਕੇ ਛੜਕੀ। ਤੁਸੀਂ ਫੇਰਦੇ ਰਹੋ। ਆਪਣੀ ਮਤ ਖੋਈ, ਮੇਰੇ ਭਰਮ ਭੁੱਲੋ ਮਤ ਕੋਈ। ਜੇ ਤੁਹਾਨੂੰ ਲੱਗਦਾ ਨਾ ਵੀ ਮੈਂ ਭਰਮ ਪਾਉਣਾ, ਭਰਮਾਉਣਾ ਲੋਕਾਂ ਨੂੰ, ਮੇਰੇ ਮਗਰ ਕੋਈ ਨਾ ਲੱਗੋ। ਮੇਰੇ ਭਰਮ ਦੇ ਨਾਲ ਤੁਸੀਂ ਨਾ ਬਣੋ। ਤੁਸੀਂ ਆਪਣਾ ਕਰਦੇ ਰਹੋ ਜੋ ਕਰਦੇ। ਮੈਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ। ਮੈਂ ਕੋਈ ਧੜਾ ਭਰਮ ਨਹੀਂ ਬਣਾਉਣਾ। ਮੈਂ ਤਾਂ ਮੈਸੇਜ ਦੇਣਾ ਸੀ, ਦੇ ਦਿੱਤਾ।
ਮੈਂ ਇੱਕ ਸੁਨੇਹਾ ਸੀ, ਮੈਸੇਜ ਦੇਣਾ ਸੀ, ਲੋਕਾਂ ਨੂੰ ਦੱਸਣਾ ਸੀ ਜਿਹਨੂੰ ਲੋੜ ਹੈ ਉਹ ਮੰਨ ਲੂ, ਜਿਹਨੂੰ ਨਹੀਂ ਲੋੜ ਨਾ ਮੰਨੂ। ਇੱਕ ਸੁਨੇਹਾ ਦੇਣਾ ਸੀ, ਪਰਮੇਸ਼ਰ ਦੀ ਗੱਲ ਸੀ, ਪ੍ਰਗਟ ਕਰਨੀ ਤੀ ਹੋਗੀ। ਪ੍ਰਗਟ ਤਾਂ ਕਰਾਂਗੇ ਜੇ ਬਿਲਕੁਲ ਉਸ ਤਰੀਕੇ ਨਾਲ ਗੱਲ ਕਹ ਕੇ ਨਿਰਭੈ ਹੋ। ਜਿਹੜੇ ਗਲਤ ਕਰ ਰਹੇ ਨੇ ਉਹਨਾਂ ਨੂੰ ਸਪਸ਼ਟ ਉਹਨਾਂ ਦੇ ਮੂੰਹ ਤੇ ਸਾਰੀ ਗੱਲ ਕਹਿ ਦਾਂਗੇ ਵੀ ਆਹ ਗਲਤ। ਜੇ ਲਿਹਾਜ਼ ਰੱਖ ਲਈ ਗੱਲ ਸਪਸ਼ਟ ਨਹੀਂ ਹੋਣੀ। ਸੋ ਬੋਰਾ ਜੋ ਆਪ ਨਾ ਪਛਾਣੇ, ਪਰ ਅਸਲ ਦੇ ਵਿੱਚ ਬੋਰਾ ਉਹ ਹੈ ਜਿਹੜਾ ਆਤਮ ਗਿਆਨੀ ਨਹੀਂ ਹੈ, ਜਿਹਨੇ ਆਪਣਾ ਆਪ ਨਹੀਂ ਜਾਣਿਆ, ਜਿਹਨੇ ਆਪਣੀ ਜੋਤ ਸਰੂਪ ਨਹੀਂ ਜਾਣਿਆ, ਆਪਣਾ ਮੂਲ ਨਹੀਂ ਪਛਾਣਿਆ, ਜਿਹਨੇ ਆਪਣਾ ਆਪਾ ਨਹੀਂ ਪਛਾਣਿਆ, ਸਰੀਰ ਨੂੰ ਆਪਣਾ ਆਪਾ ਮੰਨਦਾ ਹੈ। ਬੋਰਾ ਦਾ ਅਸਲ ਜੋ ਹੈ, ਤੁਸੀਂ ਮਿੱਟੀ ਦੀਆਂ ਮੂਰਤਾਂ ਨੂੰ ਮੰਨਦੇ ਹੋ, ਉਹ ਤੁਸੀਂ ਚੇਤਨ ਹੋ, ਜੜ ਦੀ ਪੂਜਾ ਕਰਦੇ ਹੋ। ਬੋਰੇ ਤੁਸੀਂ ਹੋ ਕਿ ਬੋਰਾ ਬਣਿਆ? ਚੇਤਨ ਹੋ ਕੇ ਜੜ ਦੀ ਪੂਜਾ ਕਰੇ, ਜੜ ਨਾਲ ਜੁੜੇ। ਬੋਰਾ ਦਾ ਜਿਹੜਾ ਜੜ ਨਾਲ ਜੁੜਦਾ ਉਹ ਹੈ। ਜੜ ਨੂੰ ਗੁਰੂ ਬਣਾਉਂਦੇ ਹੋ ਤੁਸੀਂ, ਜੜ ਨੂੰ ਭਗਵਾਨ ਬਣਾਉਂਦੇ ਹੋ ਤੁਸੀਂ ਚੇਤਨ ਹੋ। ਜੜ ਨੇ ਉਹ ਪੈਦਾ ਕੀਤੀ ਹੈ ਚੀਜ਼, ਜੜ ਚੀਜ਼ ਚੇਤਨ ਨੇ ਪੈਦਾ ਕੀਤੀ ਹੈ। ਉਹ ਤਾਂ ਚੇਤਨ ਦੀ ਪੈਦਾ ਕੀਤੀ ਹੋਈ ਹੈ। ਜਿਹੜੀ ਜੜ ਚੀਜ਼ ਦੀ ਤੁਸੀਂ ਪੂਜਾ ਕਰਦੇ ਹੋ, ਚੇਤਨ ਦੀ ਪੈਦਾ ਕੀਤੀ ਹੋਈ ਆ ਉਹ। ਗਿਆਨ ਵੀ ਚੇਤਨ ਨੇ ਪੈਦਾ ਕੀਤਾ। ਗਿਆਨ ਵੇਦ ਬੜਾ ਕਿ ਜਹਾਂ ਤੇ ਆਇਆ, ਚੇਤਨ ਫਿਰ ਬੜਾ ਹੈ, ਫਿਰ ਚੇਤਨ ਹੈ ਬੜਾ ਹੈ। ਸੋ ਬੋਰਾ ਜੋ ਆਪ ਨਾ ਪਛਾਣੇ, ਸੋ ਬੋਰਾ ਜੋ ਆਪ ਨਾ ਪਛਾਣੇ, ਆਪਣਾ ਆਪ ਨਹੀਂ ਪਛਾਣਦਾ ਬੋਰਾ ਤਾਂ ਉਹ ਹੈ। ਆਪ ਪਛਾਣੇ ਦਾ ਇੱਕ ਹੀ ਜਾਣੇ। ਜਦ ਆਪ ਪਛਾਣ ਲੈਂਦਾ ਫਿਰ ਇੱਕ ਕੀ ਹੈ? ਉਹ ਜਿਹੜਾ ਇੱਕ ਹੈ ਜਿਹਨੂੰ ਦੁਨੀਆ ਕਹਿੰਦੀ ਉਹ ਇੱਕ ਨੂੰ ਜਾਣਦਾ, ਜਿਹੜਾ ਆਪਣੇ ਆਪ ਨੂੰ ਪਛਾਣਦਾ। ਕਿਉਂਕਿ ਜਮੀ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਬਾੜ ਹੈ ਨਾ ਕਾਟ ਹੈ ਨਾ ਕਾਟ ਬਾੜ। ਹਰ ਕਿਸੇ ਚ ਇੱਕ ਜੋਤ ਹੈ ਪੂਰੀ। ਉਹ ਆਪਣੇ ਆਪ ਨੂੰ ਜਾਣਨਾ ਦਾ ਇੱਕ ਨੂੰ ਜਾਣਨਾ, ਆਪ ਪਛਾਣੇ ਤਾਂ ਇੱਕ ਹੀ ਜਾਣੇ। ਅਵੇ ਨਾ ਮਾਤਾ ਸੋ ਕਬੂ ਨਾ ਮਾਤਾ, ਅਵੇ ਨਾ ਮਾਤਾ ਮਾਤਾ ਸੋ ਕਬੂ ਨਾ ਮਾਤਾ, ਸੋ ਕਬੂ ਨਾ ਮਾਤਾ। ਮਾਤਾ ਆਈ ਆਦਮੀ ਦੇ ਜਨਮ ਚ ਮੱਤ ਨਹੀਂ ਆਈ, ਉਹਨੂੰ ਮੱਤ ਆਉਣੀ ਹੋਣੀ ਕਦੇ ਵੀ। ਹੋਰ ਕਿਸੇ ਜੂਨ ਚ ਮੱਤ ਨਹੀਂ ਆਉਂਦੀ। ਐਸ ਜਨਮ ਚ ਜੇ ਮੱਤ ਨਹੀਂ, ਅਕਲ ਨਹੀਂ ਆਈ ਤਾਂ ਹੋਰ ਕਿਸੇ ਜਨਮ ਚ ਨਹੀਂ ਆਉਣੀ। ਕਹੇ ਕਬੀਰ ਰਾਮੇ ਰੰਗ ਰਾਤਾ, ਕਹੇ ਕਬੀਰ ਰਾਮ ਹੈ ਰੰਗ ਰਾਤਾ। ਜਿਹਨੂੰ ਰਾਮ ਦਾ ਰੰਗ ਚੜ ਜਾਂਦਾ ਉਹ ਰਾਮ ਦਾ ਰੂਪ ਹੋ ਜਾਂਦਾ। ਕਹੇ ਕਬੀਰ ਰਾਮ ਹੈ ਰੰਗ ਰਾਤਾ, ਰੰਗ ਰਾਤਾ, ਰੰਗ ਰਾਤਾ। ਰਾਮ ਦੇ ਰੰਗ 'ਚ ਰੰਗਿਆ ਹੋਇਆ ਰਾਮ ਰੂਪ ਹੋ ਜਾਂਦਾ। ਰਾਮ ਨਾਲੇ ਇੱਕ ਮਿਕ ਹੋ ਜਾਂਦਾ। ਰੱਬ ਹੈ ਰੰਗ ਰਾਤਾ। ਰਾਮ ਜਾਂਦਾ ਰਾਮ ਦੇ ਵਿੱਚ ਹੀ, ਜਾਂ ਰਾਮ ਦਾ ਰੰਗ ਚੜ ਜਾਂਦਾ। ਸੱਚ ਦਾ ਰੰਗ ਚੜ ਕੇ ਸਚਿਆਰਾ ਹੋ ਕੇ ਆਪਣੇ ਮੂਲ 'ਚ ਸਮਾ ਜਾਂਦਾ।